DRG Kids। ਤਿਲਕ ਨਗਰ ਸ਼ਹਿਰ ਵਿੱਚ ਇੱਕ ਰਾਜਾ ਆਪਣੇ ਰਾਜ ਮਹਿਲ 'ਚ ਰਹਿੰਦਾ ਸੀ। ਤਿਲਕ ਨਗਰ ਇੱਕ ਬਹੁਤ ਹੀ ਵੱਡਾ ਤੇ ਖੁਸ਼ਹਾਲ ਰਾਜ ਸੀ। ਉੱਥੋਂ ਦੇ ਰਾਜੇ ਮਹਾਰਾਜ ਕੁਸ਼ਲ ਦਾ ਰਾਜ ਬੜਾ ਹੀ ਵਿਸ਼ਾਲ ਅਤੇ ਧਨਵਾਨ ਰਾਜ ਸੀ। ਉੱਥੋਂ ਦਾ ਇੱਕ ਮੰਤਰੀ ਦੰਡਬਾਨੀ ਰਾਜ ਦਾ ਇੱਕ ਬੜਾ ਹੀ ਮਹਾਨ ਗਿਆਨੀ ਪੰਡਿਤ ਅਤੇ ਜੋਤਸ਼ੀ ਵੀ ਸੀ, ਜਿਸ ਦੀ ਸਲਾਹ ਨੂੰ ਹਮੇਸ਼ਾ ਮੰਨਿਆ ਜਾਂਦਾ ਸੀ। ਪਰ ਮਹਾਰਾਜ ਕੁਸ਼ਲ ਇੱਕ ਘਮੰਡੀ ਰਾਜਾ ਵੀ ਸੀ, ਜਿਹਦੇ ਕੋਲੋਂ ਲੋਕ ਬੜਾ ਹੀ ਡਰਦੇ ਸੀ। ਇੱਕ ਦਿਨ ਉਹਨਾਂ ਦੀ ਸਭਾ ਵਿੱਚ ਕੁਝ ਕਿਸਾਨ ਮਹਾਰਾਜ ਨੂੰ ਇੱਕ ਬੇਨਤੀ ਕਰਨ ਲਈ ਆਏ। ਦੱਸੋ, ਮੈਂ ਤੁਹਾਡੀ ਕੀ ਸੇਵਾ ਕਰ ਸਕਦਾ? ਮਹਾਰਾਜ, ਇਸ ਵਾਰ ਪਾਣੀ ਦੀ ਕਮੀ ਕਰਕੇ ਸਾਡੀ ਸਾਰੀ ਫਸਲ ਸੁੱਕ ਗਈ ਹੈ। ਸਾਡੇ ਕੋਲੇ ਆਪਦੇ ਬੱਚਿਆਂ ਨੂੰ ਖਵਾਉਣ ਵਾਸਤੇ ਇੱਕ ਅਨਾਜ ਦਾ ਦਾਣਾ ਨਹੀਂ ਹੈ। ਅਸੀਂ ਤੁਹਾਡੇ ਕੋਲ ਮਦਦ ਲਈ ਆਏ ਹਾਂ ਮਹਾਰਾਜ। ਤੁਹਾਡੀ ਮੁਸ਼ਕਿਲ ਮੈਂ ਚੰਗੀ ਤਰ੍ਹਾਂ ਸਮਝ ਗਿਆ। ਤੁਸੀਂ ਚਿੰਤਾ ਨਾ ਕਰੋ, ਦੁਬਾਰਾ ਫਸਲ ਉਗਾਉਣ ਦੇ ਵਿੱਚ ਅਸੀਂ ਤੁਹਾਡੀ ਪੂਰੀ ਮਦਦ ਕਰਾਂਗੇ ਤੇ ਤੁਹਾਡੇ ਬੱਚਿਆਂ ਦੇ ਲਈ ਰੋਟੀ ਦਾ ਵੀ ਬੰਦੋਬਸਤ ਅਸੀਂ ਕਰਾਂਗੇ। ਧੰਨਵਾਦ ਮਹਾਰਾਜ, ਬਹੁਤ-ਬਹੁਤ ਧੰਨਵਾਦ। ਮਹਾਰਾਜ ਕੁਸ਼ਲ ਸੋਚ ਵਿੱਚ ਪੈ ਗਏ ਤੇ ਉਹਨਾਂ ਨੇ ਆਪਣੇ ਮੰਤਰੀ ਦੰਡਬਾਨੀ ਦੇ ਨਾਲ ਸਲਾਹ ਮਸ਼ਵਰਾ ਕਰਨ ਦਾ ਫੈਸਲਾ ਕੀਤਾ। ਦੰਡਪਾਨੀ ਜੀ, ਸਾਡੇ ਰਾਜ ਦੇ ਵਿੱਚ ਅਚਾਨਕ ਸੋਕਾ ਕਿਸ ਤਰ੍ਹਾਂ ਪੈ ਗਿਆ? ਮਹਾਰਾਜ, ਅਚਾਨਕ ਸੋਕਾ ਪੈਣਾ ਰਾਜ ਦੇ ਲਈ ਚੰਗੀ ਗੱਲ ਨਹੀਂ ਹੈ। ਇਹ ਤੁਹਾਡੇ ਲਈ ਇੱਕ ਚੰਗਾ ਸੰਕੇਤ ਹੈ ਮਹਾਰਾਜ। ਸੰਕੇਤ? ਕਿਸ ਤਰ੍ਹਾਂ ਦਾ ਸੰਕੇਤ? ਮਹਾਰਾਜ, ਇਹ ਇੱਕ ਇਸ਼ਾਰਾ ਹੈ ਕਿ ਤੁਹਾਨੂੰ ਆਪਣੇ ਰਾਜ ਦੇ ਵਿੱਚ ਸਹੀ ਟਾਈਮ ਤੇ ਕੋਈ ਖਬਰ ਨਹੀਂ ਦਿੱਤੀ ਜਾਂਦੀ। ਫਸਲ ਕਦੀ ਵੀ ਇੱਕ ਦਿਨ ਵਿੱਚ ਨਹੀਂ ਸੁੱਕਦੀ। ਕਿਸਾਨ ਨੇ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਹੋਊਗੀ, ਪਰ ਇਹ ਖਬਰ ਤੁਹਾਡੇ ਕੋਲ ਹੁਣ ਪਹੁੰਚੀ ਹੈ। ਐਦਾ ਮਤਲਬ ਤੁਹਾਡੀ ਪ੍ਰਜਾ ਨੂੰ ਤੁਹਾਡੇ ਕੋਲ ਸਹੀ ਟਾਈਮ ਤੇ ਆਉਣ ਨਹੀਂ ਦਿਆ ਜਾ ਰਿਹਾ। ਇਸ ਤਰ੍ਹਾਂ ਰਾਜ ਦੀ ਸ਼ਾਂਤੀ ਭੰਗ ਹੋ ਸਕਦੀ ਹੈ ਤੇ ਇਸ ਮੌਕੇ ਦਾ ਫਾਇਦਾ ਚੁੱਕਣ ਦੇ ਲਈ ਦੁਸ਼ਮਣ ਕਦੇ ਵੀ ਸਾਡੇ ਉੱਤੇ ਹਮਲਾ ਕਰ ਸਕਦਾ ਹੈ। ਬਸ ਇਹੀ ਗੱਲ। ਦੰਡਪਾਨੀ ਜੀ, ਕੀ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਮੈਨੂੰ ਆਪਣਾ ਰਾਜ ਪਾਟ ਨਹੀਂ ਸੰਭਾਲਣਾ ਆਉਂਦਾ, ਕਿ ਮੈਂ ਆਪਣੇ ਪ੍ਰਜਾ ਦੇ ਲਈ ਕੁਝ ਵੀ ਨਹੀਂ ਕਰਦਾ? ਪੂਰਾ ਰਾਜ ਜਾਣਦਾ ਹੈ ਕਿ ਰਾਜਾ ਕੁਸ਼ਲ ਆਪਣੇ ਦੇਸ਼, ਆਪਣੀ ਪ੍ਰਜਾ ਦੇ ਲਈ ਕੁਝ ਵੀ ਕਰ ਸਕਦਾ ਹੈ। ਇਸ ਰਾਜ ਦੀ ਖੁਸ਼ਹਾਲੀ ਦੇ ਵਾਸਤੇ ਮੈਂ ਕੀ ਕੁਝ ਨਹੀਂ ਕੀਤਾ ਤੇ ਤੁਸੀਂ ਮੈਨੂੰ ਆਪਣਾ ਰਾਜ ਚਲਾਉਣ ਦਾ ਸਲੀਕਾ ਸਿਖਾਉਂਦੇ ਪਿਓ? ਨਹੀਂ ਮਹਾਰਾਜ, ਮੈਂ ਤੇ ਬਸ ਆਪਣੇ ਰਾਜ ਦੇ ਹਿੱਤ ਵਿੱਚ ਆਪਣੀ ਚਿੰਤਾ ਜਤਾਉਂਦਾ ਪਿਆ ਸੀ। ਸਾਡੇ ਰਾਜ ਉੱਤੇ ਵਰਿਆਂ ਤੋਂ ਕਿਸੇ ਨੇ ਵੀ ਹਮਲਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਕਿਉਂਕਿ ਸਾਰੇ ਮੇਰੀ ਵੀਰਤਾ ਨੂੰ ਚੰਗੀ ਤਰ੍ਹਾਂ ਜਾਣਦੇ ਨੇ। ਮੇਰੀ ਕਾਬਲੀਅਤ ਅਤੇ ਇਸ ਰਾਜ ਦੀ ਸੁਰੱਖਿਆ ਉੱਤੇ ਅੱਜ ਤੋਂ ਪਹਿਲਾਂ ਇਹ ਸਵਾਲ ਕਦੀ ਨਹੀਂ ਚੁੱਕਿਆ ਗਿਆ। ਮਾੜੀ ਮੋਟੀ ਮੁਸੀਬਤ ਤੇ ਆਉਂਦੀ ਰਹਿੰਦੀ ਹੈ ਦੰਡਪਾਨੀ ਜੀ, ਇਹਦੇ ਵਿੱਚ ਚਿੰਤਾ ਦੀ ਕੋਈ ਗੱਲ ਨਹੀਂ ਹੈ। ਇਸ ਮੁਸੀਬਤ ਦਾ ਹੱਲ ਅਸੀਂ ਆਪ ਹੀ ਲੱਭ ਲਵਾਂਗੇ। ਇਸ ਸਭਾ ਨੂੰ ਹੁਣ ਤੁਹਾਡੀ ਕੋਈ ਲੋੜ ਨਹੀਂ ਹੈ। ਵਿਚਾਰੇ ਦੰਡਬਾਨੀ ਜੀ, ਉਹ ਤੇ ਬਸ ਮਹਾਰਾਜ ਨੂੰ ਸਹੀ ਸਲਾਹ ਹੀ ਦੇ ਰਹੇ ਸੀ, ਪਰ ਫਿਰ ਵੀ ਉਹਨਾਂ ਨੂੰ ਸਭਾ ਤੋਂ ਬਰਖਾਸਤ ਕਰ ਦਿੱਤਾ ਗਿਆ। ਦੰਡਬਾਨੀ ਜੀ ਰਾਜ ਮਹਿਲ ਨੂੰ ਛੱਡ ਕੇ ਆਪਣੇ ਪਰਿਵਾਰ ਦੇ ਨਾਲ ਆਪਣੇ ਪਿੰਡ ਵਾਪਸ ਚਲੇ ਗਏ। ਰਸਤੇ 'ਚ ਦੋ ਵਪਾਰੀਆਂ ਨੂੰ ਦੰਡਬਾਨੀ ਜੀ ਨੇ ਆਪਸ 'ਚ ਗੱਲ ਕਰਦੇ ਹੋਏ ਸੁਣਿਆ। ਅੱਜ ਕੱਲ ਵਪਾਰ ਦੇ ਵਿੱਚ ਬੜਾ ਹੀ ਘਾਟਾ ਹੁੰਦਾ ਪਿਆ ਹੈ। ਬਾਕੀ ਦੇਸ਼ਾਂ ਦੇ ਨਾਲ ਵਪਾਰ ਵੀ ਬੜਾ ਘਟ ਗਿਆ ਹੈ। ਗੱਲ ਤਾਂ ਤੇਰੀ ਠੀਕ ਹੈ ਭਾਈ, ਪਰ ਮਹਾਰਾਜ ਨੂੰ ਇਹ ਗੱਲ ਦਸੀਏ ਤੇ ਦਸੀਏ ਕਿਵੇਂ? ਇਹ ਗੱਲ ਸੁਣ ਕੇ ਦੰਡਬਾਨੀ ਜੀ ਬੜੇ ਹੀ ਦੁਖੀ ਹੋਏ। ਪਤਾ ਨਹੀਂ ਰਾਜ ਵਿੱਚ ਹੋਰ ਇਸ ਤਰ੍ਹਾਂ ਦੀਆਂ ਕਿੰਨੀਆਂ ਮੁਸੀਬਤਾਂ ਹੋਣਗੀਆਂ ਜਿਨ੍ਹਾਂ ਬਾਰੇ ਮਹਾਰਾਜ ਨੂੰ ਬਿਲਕੁਲ ਵੀ ਪਤਾ ਨਹੀਂ ਸੀ। ਸਾਰੇ ਲੋਕ ਮਹਾਰਾਜ ਤੋਂ ਡਰਦੇ ਸਨ। ਦੰਡਬਾਨੀ ਜੀ ਇਸੇ ਚਿੰਤਾ 'ਚ ਡੁੱਬ ਗਏ ਜਦ ਉਹਨਾਂ ਨੇ ਕੁਝ ਬੱਚਿਆਂ ਨੂੰ ਖੇਡਦੇ ਹੋਏ ਵੇਖਿਆ। ਮੈਂ ਅੱਜ ਤੱਕ ਆਪਣੇ ਰਾਜ ਦਾ ਇੰਨਾ ਬੁਰਾ ਹਾਲ ਕਦੇ ਨਹੀਂ ਵੇਖਿਆ। ਰੱਬ ਜਾਣੇ ਹੋਰ ਇੰਨੀਆਂ ਕਿੰਨੀਆਂ ਮੁਸੀਬਤਾਂ ਨੇ ਜਿਨ੍ਹਾਂ ਦੇ ਬਾਰੇ ਸਾਨੂੰ ਪਤਾ ਹੀ ਨਹੀਂ। ਰੱਬ ਜਾਣੇ ਹੁਣ ਕੀ ਹੋਊਗਾ। ਸੁਣੋ ਜੀ, ਤੁਸੀਂ ਤੇ ਮਹਾਰਾਜ ਨੂੰ ਆਪਣੇ ਵੱਲੋਂ ਸਹੀ ਸਲਾਹ ਦਿੱਤੀ ਸੀ, ਫਿਰ ਵੀ ਤੁਹਾਨੂੰ ਸਭਾ ਤੋਂ ਬਾਹਰ ਕੱਢ ਦਿੱਤਾ ਗਿਆ। ਮਹਾਰਾਜ ਆਪਣੇ ਮੰਤਰੀਆਂ ਤੋਂ ਸਲਾਹ ਤਾਂ ਲੈਂਦੇ ਨੇ, ਪਰ ਜਿਹਦੀ ਸਲਾਹ ਮਹਾਰਾਜ ਦੇ ਅਭਿਮਾਨ ਤੇ ਸ਼ਾਨ ਦੇ ਖਿਲਾਫ ਹੋਵੇ, ਮਹਾਰਾਜ ਉਹਨੂੰ ਸਜ਼ਾ ਦੇ ਕੇ ਬਾਹਰ ਕੱਢ ਦਿੰਦੇ ਨੇ। ਇਹੋ ਜਿਹੇ ਹਾਲਾਤ ਵਿੱਚ ਕੋਈ ਵੀ ਇਨਸਾਨ ਮਹਾਰਾਜ ਨੂੰ ਆਪਣਾ ਦੁੱਖ ਕਿਵੇਂ ਦੱਸੇਗਾ? ਅਤੇ ਜਦੋਂ ਪ੍ਰਜਾ ਹੀ ਰਾਜਾ ਕੋਲੋਂ ਡਰਦੀ ਹੋਵੇ ਤਾਂ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਨਿਕਲ ਸਕਦਾ। ਤੂੰ ਠੀਕ ਕਹਿ ਰਹੀ ਭਗਵਾਨੇ, ਪਰ ਸਾਨੂੰ ਕੁਝ ਤੇ ਕਰਨਾ ਪਊਗਾ, ਨਹੀਂ ਤੇ ਦੇਸ਼ ਦੀ ਹਾਲਤ ਹੋਰ ਜ਼ਿਆਦਾ ਵਿਗੜ ਜਾਊਗੀ। ਇਹ ਕਹਿੰਦੇ ਹੋਏ ਦੰਡਬਾਨੀ ਜੀ ਸੋਚ 'ਚ ਪੈ ਗਏ ਤੇ ਇੱਕ ਲੰਬੀ ਸੈਰ ਤੇ ਨਿਕਲ ਗਏ ਆਪਣੇ ਦੇਸ਼ ਦੇ ਹਾਲਾਤ ਵੇਖਣ ਦੇ ਲਈ। ਸੈਰ ਕਰਦੇ ਕਰਦੇ ਦੰਡਬਾਨੀ ਜੀ ਕੁਝ ਸੋਚਣ ਲੱਗ ਪਏ ਤੇ ਖਿਆਲਾਂ ਵਿੱਚ ਗਵਾਚ ਗਏ ਕਿ ਅਚਾਨਕ ਇੱਕ ਗੇਂਦ ਉਹਨਾਂ ਦੇ ਕੋਲ ਆ ਕੇ ਡਿੱਗ ਪਈ। ਉਹਨਾਂ ਨੇ ਗੇਂਦ ਨੂੰ ਚੁੱਕਿਆ ਤੇ ਹੱਸਦੇ-ਹੱਸਦੇ ਉਸ ਗੇਂਦ ਨੂੰ ਖੇਡ ਰਹੇ ਬੱਚਿਆਂ ਵੱਲ ਸੁੱਟ ਦਿੱਤਾ। ਬੱਚਿਆਂ ਨੂੰ ਖੇਡਦੇ ਵੇਖ ਕੇ ਦੰਡਬਾਨੀ ਜੀ ਨੂੰ ਇੱਕ ਤਰਕੀਬ ਸੂਝੀ ਅਤੇ ਉਹਨਾਂ ਨੇ ਮਹਾਰਾਜ ਦਾ ਅਭਿਮਾਨ ਤੋੜਨ ਲਈ ਇੱਕ ਖੇਡ ਰਚਣ ਦੀ ਸੋਚੀ। ਮਹਾਰਾਜ ਨੂੰ ਪ੍ਰਜਾ ਦੀ ਸਮੱਸਿਆ ਸਮਝਾਉਣ ਦੇ ਲਈ ਪਹਿਲਾਂ ਉਹਨਾਂ ਦਾ ਇਮਾਨ ਤੋੜਨਾ ਪਊਗਾ। ਜਦੋਂ ਤੱਕ ਮਹਾਰਾਜ ਦਾ ਇਮਾਨ ਨਹੀਂ ਟੁੱਟਦਾ, ਉਹ ਸੱਚਾਈ ਨੂੰ ਨਹੀਂ ਵੇਖ ਸਕਣਗੇ। ਇਸ ਤੋਂ ਪਹਿਲਾਂ ਕਿ ਹੋਰ ਦੇਰ ਹੋ ਜਾਵੇ, ਮੈਨੂੰ ਕੁਝ ਹੋਰ ਕਰਨਾ ਹੀ ਪਊਗਾ।
ਉਸੇ ਰਾਤ ਦੰਡਬਾਨੀ ਜੀ ਆਪਣੇ ਖਾਸ ਮਿੱਤਰ ਮੰਤਰੀ ਅਸ਼ੋਕ ਨੂੰ ਮਿਲਣ ਗਏ ਅਤੇ ਉਹਨਾਂ ਨੇ ਕਿਹਾ, ਅਸ਼ੋਕ ਜੀ, ਇਹ ਗੱਲ ਤਾਂ ਤੁਸੀਂ ਜਾਣਦੇ ਹੋਣਗੇ ਕਿ ਦੇਸ਼ ਦੀ ਹਾਲਤ ਕਿੰਨੀ ਮਾੜੀ ਆ। ਇਹ ਗੱਲ ਸਾਨੂੰ ਮਹਾਰਾਜ ਨੂੰ ਦੱਸਣੀ ਪਊਗੀ। ਤੁਹਾਡੀ ਗੱਲ ਬਿਲਕੁਲ ਸਹੀ ਹੈ ਦੰਡਪਾਣੀ ਜੀ, ਪਰ ਇਹ ਖਬਰ ਮਹਾਰਾਜ ਨੂੰ ਦਊਗਾ ਕੌਣ? ਮਹਾਰਾਜ ਦਾ ਅਭਿਮਾਨ ਇਹ ਮੰਨਣ ਲਈ ਤਿਆਰ ਹੀ ਨਹੀਂ ਕਿ ਦੇਸ਼ 'ਚ ਕਿੰਨੀਆਂ ਸਮੱਸਿਆਵਾਂ ਵੱਧ ਗਈਆਂ ਨੇ। ਉਹਨਾਂ ਨੂੰ ਲੱਗਦਾ ਹੈ ਕਿ ਆਪਣਾ ਰਾਜ ਅਜੇ ਵੀ ਪਹਿਲਾਂ ਦੀ ਤਰ੍ਹਾਂ ਵੱਧ ਫੁੱਲ ਰਿਹਾ ਹੈ। ਮੇਰੇ ਕੋਲ ਇਸ ਸਮੱਸਿਆ ਦਾ ਹੱਲ ਹੈ। ਦੰਡਬਾਨੀ ਜੀ ਨੇ ਅਸ਼ੋਕ ਦੇ ਕੋਲ ਜਾ ਕੇ ਉਹਨਾਂ ਦੇ ਕੰਨ ਵਿੱਚ ਉਪਾਅ ਦੱਸਿਆ ਅਤੇ ਅਸ਼ੋਕ ਜੀ ਨੇ ਉਹਨਾਂ ਦਾ ਸਾਥ ਦੇਣ ਦਾ ਫੈਸਲਾ ਕਰ ਲਿਆ। ਹੁਣ ਬਸ ਇਹੀ ਇੱਕ ਰਾਸਤਾ ਬਚਿਆ ਹੈ। ਅਸ਼ੋਕ ਜੀ ਨੇ ਅੱਧੀ ਰਾਤ ਨੂੰ ਕੁਝ ਸੈਨਿਕਾਂ ਨੂੰ ਮਹਾਰਾਜ ਦੇ ਕਮਰੇ ਵਿੱਚ ਭੇਜ ਦਿੱਤਾ। ਮੇਰੀ ਨਿੰਦਰ ਖਰਾਬ ਕਰਨ ਦਾ ਨਤੀਜਾ ਤੈਨੂੰ ਪਤਾ ਹੈ ਸੈਨਿਕ? ਕੀ ਗੱਲ ਹੈ? ਮਾਫੀ ਚਾਹੁੰਦਾ ਮਹਾਰਾਜ, ਪਰ ਸਾਡੇ ਰਾਜ ਦੇ ਉੱਤੇ ਦੁਸ਼ਮਣਾਂ ਨੇ ਹਮਲਾ ਕਰ ਦਿੱਤਾ ਹੈ ਤੇ ਸਾਡੇ ਕੁਝ ਪਿੰਡਾਂ ਤੇ ਉੱਤੇ ਕਬਜ਼ਾ ਵੀ ਕਰ ਲਿਆ ਹੈ ਮਹਾਰਾਜ। ਕੀ ਕੁਸ਼ਲ ਨਾਲ ਟੱਕਰ ਲੈਣ ਦੀ ਗੁਸਤਾਖੀ ਕਿਸਨੇ ਕੀਤੀ? ਸੈਨਿਕ, ਐਸੇ ਵੇਲੇ ਰਾਜਕੋਸ਼ ਦੀ ਸੁਰੱਖਿਆ ਦੇ ਵਿੱਚ ਲੱਗ ਜਾਓ ਤੇ ਬਾਕੀ ਸੈਨਾ ਨੂੰ ਕਹਿ ਦਿਓ ਕਿ ਉਹ ਯੁੱਧ ਲਈ ਤਿਆਰ ਹੋ ਜਾਣ। ਮਾਫੀ ਚਾਹੁੰਦਾ ਮਹਾਰਾਜ, ਪਰ ਰਾਜਕੋਸ਼ ਬਿਲਕੁਲ ਖਾਲੀ ਹੋ ਚੁੱਕਿਆ ਹੈ। ਅਸੀਂ ਸੁਰੱਖਿਆ ਕਰੀਏ ਤਾਂ ਕਿਸ ਦੀ ਕਰੀਏ? ਕੀ ਇਹ ਕਦੋਂ ਹੋਇਆ? ਕਿਵੇਂ ਹੋਇਆ ਸੈਨਿਕ? ਮਹਾਰਾਜ, ਕਈ ਸਾਲੋਂ ਤੋਂ ਖੇਤਾਂ ਦੇ ਵਿੱਚ ਸੋਕਾ ਪੈਣ ਕਰਕੇ ਅਨਾਜ ਉੱਗਿਆ ਹੀ ਨਹੀਂ ਤੇ ਵਪਾਰ ਵਿੱਚ ਹੀ ਬੜਾ ਘਾਟਾ ਹੁੰਦਾ ਪਿਆ ਹੈ। ਰਾਜ ਚਲਾਉਣ ਦੇ ਲਈ ਹੌਲੀ-ਹੌਲੀ ਤੁਸੀਂ ਆਪਣੀ ਸਾਰੀ ਜਾਇਦਾਦ ਖਰਚ ਕਰ ਦਿੱਤੀ ਆ। ਹੁਣ ਕੁਝ ਨਹੀਂ ਬਚਿਆ। ਇਹ ਖਬਰ ਕਿਸੇ ਨੇ ਮੈਨੂੰ ਪਹਿਲਾਂ ਕਿਉਂ ਨਹੀਂ ਦਿੱਤੀ? ਸਾਰੇ ਹੀ ਤੁਹਾਡੇ ਕੋਲੋਂ ਡਰਦੇ ਨੇ ਮਹਾਰਾਜ। ਦੰਡਪਾਣੀ ਜੀ ਨੇ ਵੀ ਤੁਹਾਨੂੰ ਸਲਾਹ ਦੇਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਹ ਕੀ ਕਰਦੇ? ਤੁਸੀਂ ਤਾਂ ਉਹਨਾਂ ਨੂੰ ਰਾਜ ਸਭਾ ਤੋਂ ਬਰਖਾਸਤ ਹੀ ਕਰ ਦਿੱਤਾ। ਇਹ ਗੱਲ ਸੁਣ ਕੇ ਮਹਾਰਾਜ ਬੜੇ ਹੀ ਦੁਖੀ ਹੋ ਉੱਠੇ ਅਤੇ ਉਹਨਾਂ ਨੂੰ ਆਪਣੇ ਫੈਸਲੇ ਤੇ ਪਛਤਾਵਾ ਹੋਣ ਲੱਗਾ। ਸਾਰੀ ਗਲਤੀ ਮੇਰੀ ਹੀ ਹੈ। ਜੇ ਮੈਂ ਆਪਣੀ ਪ੍ਰਜਾ ਅਤੇ ਮੰਤਰੀਆਂ ਦੀ ਗੱਲ ਪਹਿਲਾਂ ਹੀ ਸੁਣ ਲਈ ਹੁੰਦੀ ਤੇ ਅੱਜ ਇਹ ਦਿਨ ਨਹੀਂ ਵੇਖਣਾ ਪੈਂਦਾ। ਇਹ ਗੱਲ ਸੁਣਦੇ ਹੀ ਮੰਤਰੀ ਅਸ਼ੋਕ ਅਤੇ ਦੰਡਬਾਨੀ ਜੀ ਮਹਾਰਾਜ ਦੇ ਕਮਰੇ ਵਿੱਚ ਆ ਗਏ। ਦੰਡਪਾਨੀ ਜੀ, ਚੰਗਾ ਹੋਇਆ ਤੁਸੀਂ ਆ ਗਏ। ਮੈਨੂੰ ਮਾਫ ਕਰ ਦਿਓ। ਮੇਰੇ ਅਭਿਮਾਨ ਨੇ ਮੇਰੇ ਨਾਲ-ਨਾਲ ਮੇਰੀ ਪ੍ਰਜਾ ਨੂੰ ਵੀ ਬੜਾ ਨੁਕਸਾਨ ਪਹੁੰਚਾਇਆ ਹੈ। ਚਿੰਤਾ ਨਾ ਕਰੋ ਮਹਾਰਾਜ, ਸਾਡੇ ਉੱਪਰ ਦੁਸ਼ਮਣ ਦੇਸ਼ ਨੇ ਹਮਲਾ ਨਹੀਂ ਕੀਤਾ ਹੈ ਤੇ ਰਾਜਕੋਸ਼ ਵੀ ਅਜੇ ਪੂਰੀ ਤਰ੍ਹਾਂ ਖਾਲੀ ਨਹੀਂ ਹੋਇਆ। ਮਾਫੀ ਚਾਹੁੰਦਾ ਮਹਾਰਾਜ, ਸਾਨੂੰ ਤੁਹਾਡੇ ਨਾਲ ਇੱਕ ਨਾਟਕ ਖੇਡਣਾ ਪਿਆ। ਤੁਹਾਡੇ ਗੁੱਸੇ ਕਰਕੇ ਪ੍ਰਜਾ ਤੁਹਾਡੇ ਕੋਲੋਂ ਡਰਦੀ ਹੈ ਤੇ ਆਪਣੀਆਂ ਤਕਲੀਫਾਂ ਤੁਹਾਨੂੰ ਦੱਸ ਨਹੀਂ ਪਾ ਰਹੀ ਆ, ਜੋ ਸਾਡੇ ਰਾਜ ਦੇ ਲਈ ਬੜਾ ਹੀ ਹਾਨੀਕਾਰਕ ਮਹਾਰਾਜ। ਇਸ ਲਈ ਸਾਨੂੰ ਤੁਹਾਡੇ ਕੋਲੋਂ ਝੂਠ ਬੋਲਣਾ ਪਿਆ ਮਹਾਰਾਜ। ਇਹ ਸੁਣ ਕੇ ਮਹਾਰਾਜ ਖੁਸ਼ ਹੋ ਗਏ। ਅੱਜ ਤੋਂ ਮੈਂ ਵਾਅਦਾ ਕਰਦਾ ਹਾਂ ਕਿ ਮੈਂ ਆਪਣੇ ਅਭਿਮਾਨ ਨੂੰ ਛੱਡ ਦਵਾਂਗਾ। ਆਪਣੀ ਪ੍ਰਜਾ ਅਤੇ ਮੰਤਰੀਆਂ ਦੀ ਗੱਲ ਧਿਆਨ ਨਾਲ ਸੁਣਾਂਗਾ। ਮੇਰੀ ਅੱਖਾਂ ਖੋਲਣ ਦੇ ਲਈ ਧੰਨਵਾਦ ਦੰਡਪਾਨੀ ਜੀ। ਤੇ ਹੁਣ ਮਹਾਰਾਜ ਕੁਸ਼ਲ ਨੇ ਆਪਣਾ ਅਭਿਮਾਨ ਛੱਡ ਕੇ ਆਪਣੇ ਰਾਜ ਦੇ ਹਿੱਤ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ। ਪ੍ਰਜਾ ਹੁਣ ਉਹਨਾਂ ਕੋਲੋਂ ਡਰਦੀ ਨਹੀਂ ਸੀ, ਬਲਕਿ ਉਹਨਾਂ ਦੀ ਹੋਰ ਇੱਜ਼ਤ ਕਰਨ ਲੱਗ ਪਈ। ਦੇਸ਼ ਦੀਆਂ ਸਾਰੀਆਂ ਸਮੱਸਿਆਵਾਂ ਹੁਣ ਹੱਲ ਹੋਣ ਲੱਗ ਪਈਆਂ। ਬਹੁਤ ਸਮਾਂ ਪਹਿਲੇ ਪਾਲਨਪੁਰ ਨਾਮ ਕੇ ਇੱਕ ਪਿੰਡ ਵਿੱਚ ਹਰੀਰਾਮ ਨਾਮ ਦਾ ਇੱਕ ਮਿਸਤਰੀ ਰਹਿੰਦਾ ਸੀ। ਉਹਦੇ ਪਰਿਵਾਰ 'ਚ ਉਹਦੀ ਪਤਨੀ ਸੁਧਾ ਤੇ ਬੇਟਾ ਸੁਰੇਸ਼ ਸਨ। ਹਰੇ ਬਹੁਤ ਹੀ ਵਧੀਆ ਮਿਸਤਰੀ ਸੀ ਤੇ ਮਿਹਨਤੀ ਵੀ। ਪਿੰਡ ਵਿੱਚ ਜਿੰਨੇ ਵੀ ਅਮੀਰ ਲੋਕੀ ਸਨ, ਉਹਨਾਂ ਦੇ ਘਰ ਉਸਨੇ ਹੀ ਬਣਾਏ ਸਨ, ਪਰ ਉਹ ਆਪਣੇ ਗਰੀਬ ਪਰਿਵਾਰ ਦੇ ਨਾਲ ਇੱਕ ਛੋਟੇ ਜਿਹੇ ਝੋਪੜੇ ਵਿੱਚ ਰਹਿੰਦਾ ਸੀ। ਇੱਕ ਦਿਨ ਉਹਦੇ ਬੇਟੇ ਨੇ ਕਿਹਾ, ਪਿਤਾ ਜੀ, ਤੁਸੀਂ ਸਾਰਿਆਂ ਦੇ ਘਰ ਇੰਨੇ ਸੋਹਣੇ ਬਣਾਉਂਦੇ ਹੋ, ਫਿਰ ਸਾਡਾ ਘਰ ਦੂਜਿਆਂ ਵਾਂਗੂ ਸੋਹਣਾ ਕਿਉਂ ਨਹੀਂ ਹੈ? ਅਸੀਂ ਝੋਪੜੇ ਦੇ ਵਿੱਚ ਕਿਉਂ ਰਹਿੰਦੇ ਆ? ਪੁੱਤਰ, ਸਾਡੇ ਕੋਲ ਜ਼ਿਆਦਾ ਪੈਸੇ ਨਹੀਂ ਹੈ ਜਿਹਦੇ ਨਾਲ ਅਸੀਂ ਵੱਡਾ ਘਰ ਬਣਾ ਸਕੀਏ। ਫਿਰ ਪਿਤਾ ਜੀ, ਜ਼ਿਆਦਾ ਪੈਸੇ ਕਿਸ ਤਰ੍ਹਾਂ ਮਿਲਣਗੇ ਜਿਹਦੇ ਨਾਲ ਅਸੀਂ ਵੀ ਵੱਡੇ ਜਿਹੇ ਘਰ 'ਚ ਰਹਿ ਸਕੀਏ? ਹਰੀ ਦੇ ਕੋਲ ਕੋਈ ਜਵਾਬ ਨਹੀਂ ਸੀ। ਉਹ ਬਹੁਤ ਦੁਖੀ ਹੋਇਆ। ਉਦੋਂ ਹੀ ਝੋਪੜੀ ਦੇ ਬਾਹਰੋਂ ਇੱਕ ਆਵਾਜ਼ ਆਈ, ਹਰੀ, ਓ ਹਰੀ। ਹਾਂ ਰਘੂ, ਕੀ ਹੋਇਆ? ਚੱਲ, ਤੈਨੂੰ ਜ਼ਮੀਂਦਾਰ ਦੇ ਕੋਲ ਜਾਣਾ ਹੈ। ਠੀਕ ਹੈ। ਦੋਵੇਂ ਜ਼ਮੀਂਦਾਰ ਦੇ ਕੋਲ ਆਉਂਦੇ ਹਨ। ਮਾਲਿਕ, ਤੁਸੀਂ ਮੈਨੂੰ ਇੱਥੇ ਕਿਉਂ ਬੁਲਾਇਆ ਹੈ? ਹਰੀ, ਮੈਂ ਇੱਕ ਹੋਰ ਮਹਿਲ ਬਣਵਾਉਣਾ ਹੈ। ਤੂੰ ਜਲਦ ਤੋਂ ਜਲਦ ਕੰਮ ਸ਼ੁਰੂ ਕਰ ਦੇ। ਪਰ ਮਾਲਿਕ, ਤੁਹਾਡੇ ਕੋਲ ਤਾਂ ਕਈ ਮਹਿਲ ਨੇ। ਮੈਂ ਆਪ ਤੁਹਾਡੇ 7-8 ਮਹਿਲ ਬਣਾਏ ਨੇ।
ਫਿਰ ਹੁਣ ਇੱਕ ਹੋਰ ਮਹਿਲ ਕਿਉਂ? ਉਹ ਤੇ ਸਾਰੇ ਪੁਰਾਣੇ ਹੋ ਗਏ ਨੇ। ਹੁਣ ਮੈਨੂੰ ਇੱਕ ਨਵਾਂ ਮਹਿਲ ਚਾਹੀਦਾ ਹੈ, ਠੀਕ ਹੈ? ਇਹ ਕਹਿ ਕੇ ਜ਼ਮੀਂਦਾਰ ਨੇ ਪੈਸਿਆਂ ਨਾਲ ਭਰੀ ਪੋਟਲੀ ਹਰੀ ਦੇ ਹੱਥਾਂ ਵਿੱਚ ਫੜਾ ਦਿੱਤੀ ਤੇ ਛੇਤੀ ਕੰਮ ਸ਼ੁਰੂ ਕਰਨ ਲਈ ਕਿਹਾ। ਜਦੋਂ ਘਰ ਵਾਪਸ ਆਇਆ, ਉਹਦੇ ਹੱਥ ਵਿੱਚ ਇੱਕ ਮਿਠਾਈ ਦਾ ਡੱਬਾ ਸੀ। ਉਹ ਬੜਾ ਹੀ ਖੁਸ਼ ਸੀ। ਮਿਠਾਈ ਦਾ ਡੱਬਾ ਪਤਨੀ ਨੂੰ ਫੜਾਉਂਦੇ ਹੀ ਉਹਨੇ ਕਿਹਾ, ਲਓ ਮੂੰਹ ਮਿੱਠਾ ਕਰੋ ਸਾਰੇ, ਅੱਜ ਖੁਸ਼ੀ ਦਾ ਦਿਨ ਹੈ। ਜ਼ਮੀਂਦਾਰ ਨੇ ਨਵਾਂ ਮਹਿਲ ਬਣਾਉਣ ਦਾ ਕੰਮ ਦਿੱਤਾ ਹੈ। ਇਹਦੇ ਵਿੱਚ ਖੁਸ਼ੀ ਦੀ ਕਿਹੜੀ ਗੱਲ ਆ? ਮਹਿਲ ਉਹਨਾਂ ਦਾ ਬਣ ਰਿਹਾ, ਸਾਡਾ ਨਹੀਂ। ਸਾਡਾ ਵੀ ਬਣੂਗਾ। ਮੈਂ ਇੱਕ ਤਰਕੀਬ ਸੋਚੀ ਹੈ। ਹੁਣ ਦੁੱਖ ਦੇ ਦਿਨ ਗਏ ਸਮਝੋ। ਵੇਖਿਆ ਪਿਤਾ ਜੀ, ਅੱਜ ਹੀ ਅਸੀਂ ਆਪਣੇ ਘਰ ਦੇ ਬਾਰੇ ਗੱਲ ਕਰਦੇ ਪਏ ਸੀ ਤੇ ਰੱਬ ਨੇ ਸਾਡੀ ਸੁਣ ਲਈ। ਹੁਣ ਅਸੀਂ ਵੀ ਛੇਤੀ ਵੱਡੇ ਜੇ ਘਰ 'ਚ ਰਵਾਂਗੇ। ਹਾਂ ਪੁੱਤਰ। ਮਾਂ, ਮੈਂ ਮਿਠਾਈ ਆਪਣੇ ਦੋਸਤਾਂ ਨੂੰ ਖਵਾ ਕੇ ਆਉਣਾ। ਹਾਂ, ਲੈ ਜਾ। ਸੁਰੇਸ਼ ਮਿਠਾਈ ਦੇ ਡੱਬੇ ਵਿੱਚੋਂ ਥੋੜੀ ਜਿਹੀ ਮਿਠਾਈ ਲੈ ਕੇ ਝੋਪੜੀ ਤੋਂ ਬਾਹਰ ਚਲਾ ਜਾਂਦਾ ਹੈ। ਸੁਧਾ ਹਰੀ ਤੋਂ ਉਸ ਤਰਕੀਬ ਬਾਰੇ ਪੁੱਛਦੀ ਹੈ ਤਾਂ ਹਰੀ ਬਾਅਦ ਵਿੱਚ ਦੱਸਣ ਦੀ ਗੱਲ ਕਰਦਾ ਹੈ। ਉਹ ਕਿਹੜੀ ਤਰਕੀਬ ਆ ਜਿਹਦੇ ਨਾਲ ਸਾਡਾ ਘਰ ਬਣ ਜਾਏਗਾ? ਹੁਣੇ ਨਹੀਂ, ਰਾਤ ਨੂੰ ਦੱਸੂਗਾ। ਇਹ ਬੋਲ ਕੇ ਉਹ ਪੈਸਿਆਂ ਦੀ ਪੋਟਲੀ ਬਕਸੇ ਵਿੱਚ ਰੱਖਣ ਲੱਗਦਾ ਹੈ। ਸੁਰੇਸ਼ ਮਿਠਾਈ ਦਿੰਦੇ ਹੋਏ ਆਪਣੇ ਦੋਸਤਾਂ ਨੂੰ ਕਹਿੰਦਾ ਹੈ, ਹੁਣ ਛੇਤੀ ਮੇਰਾ ਵੀ ਵੱਡਾ ਘਰ ਹੋਊਗਾ। ਵੱਡੇ ਸਕੂਲ 'ਚ ਪੜ੍ਹਨ ਜਾਵਾਂਗੇ, ਫਿਰ ਇੰਜੀਨੀਅਰ ਬਣਾਂਗੇ ਅਤੇ ਵਧੀਆ ਬਿਲਡਿੰਗ ਬਣਾਵਾਂਗੇ। ਸੁਰੇਸ਼, ਤੂੰ ਇੰਜੀਨੀਅਰ ਬਣ ਕੇ ਸਾਨੂੰ ਨਾ ਭੁੱਲ ਜੀ। ਉਹ ਨਹੀਂ ਚਿੰਕੀ, ਤੂੰ ਤੇ ਮੇਰੀ ਭੈਣ ਹੈ। ਮੈਨੂੰ ਰੱਖੜੀ ਬੰਦੀ ਹੈ, ਤੈਨੂੰ ਕਿਵੇਂ ਭੁੱਲ ਸਕਦਾ ਮੈਂ? ਤੇ ਫਿਰ ਉਹ ਆਪਣੀ ਝੋਪੜੀ ਵਿੱਚ ਆ ਜਾਂਦਾ ਹੈ। ਰਾਤ ਨੂੰ ਜਦੋਂ ਸੁਰੇਸ਼ ਸੁੱਤਾ ਪਿਆ ਹੁੰਦਾ ਹੈ, ਉਦੋਂ ਹਰੀ ਆਪਣੀ ਪਤਨੀ ਨੂੰ ਆਪਣੀ ਤਰਕੀਬ ਦੇ ਬਾਰੇ ਦੱਸਦਾ ਹੈ। ਸੁਧਾ, ਮੈਂ ਇਸ ਵਾਰ ਐਸੀ ਤਰਕੀਬ ਸੋਚੀ ਹੈ, ਜ਼ਮੀਂਦਾਰ ਦੇ ਮਹਿਲ ਦੇ ਨਾਲ ਸਾਡਾ ਵੀ ਘਰ ਬਣ ਜਾਏਗਾ। ਉਹ ਕਿਵੇਂ ਜੀ? ਮੈਂ ਇਸ ਵਾਰ ਮਹਿਲ ਵਿੱਚ ਸਾਰੀ ਸਸਤੀ ਤੇ ਨਕਲੀ ਚੀਜ਼ਾਂ ਲਗਾਵਾਂਗਾ ਤੇ ਢੇਰ ਸਾਰਾ ਪੈਸਾ ਬਚਾ ਲੂੰਗਾ। ਉਹਨਾਂ ਪੈਸਿਆਂ ਨਾਲ ਮੈਂ ਆਪਣਾ ਮਕਾਨ ਬਣਾ ਲੂੰਗਾ। ਪਰ ਜੇ ਜ਼ਮੀਂਦਾਰ ਨੂੰ ਪਤਾ ਚੱਲ ਗਿਆ ਕਿ ਤੁਸੀਂ ਬੇਈਮਾਨੀ ਕੀਤੀ ਹੈ, ਫੇਰ? ਉਹ ਨਹੀਂ ਪਤਾ ਚੱਲੂਗਾ। ਅਜੇ ਤੱਕ ਮੈਂ ਉਹਨਾਂ ਦੇ ਜਿੰਨੇ ਵੀ ਮਹਿਲ ਬਣਾਏ ਨੇ, ਉਹ 50 ਸਾਲਾਂ ਤੱਕ ਚੱਲਣਗੇ, ਇੰਨੇ ਮਜ਼ਬੂਤ ਨੇ। ਹੁਣ ਜੋ ਬਣਾਉਂਗਾ, ਜੇ ਉਹ 2 ਸਾਲ ਵੀ ਚੱਲ ਗਿਆ ਤੇ ਬਾਅਦ ਵਿੱਚ ਢਹਿ ਗਿਆ ਤੇ ਬੋਲ ਦੇਵਾਂਗਾ ਕਿ ਮਾਲਿਕ ਇਹ ਪਹਿਲਾਂ ਤਾਂ ਕਦੀ ਨਹੀਂ ਹੋਇਆ, ਤੇ ਉਹਨਾਂ ਨੂੰ ਪਤਾ ਵੀ ਨਹੀਂ ਚੱਲੇਗਾ। ਸੁਰੇਸ਼ ਸੌਣ ਦਾ ਨਾਟਕ ਕਰਦੇ ਹੋਏ ਸਾਰੀ ਗੱਲ ਸੁਣ ਲੈਂਦਾ ਹੈ ਤੇ ਹਰੀ ਨੂੰ ਕਹਿੰਦਾ ਹੈ, ਪਿਤਾ ਜੀ, ਲਾਲਚ ਬੁਰੀ ਬਲਾ ਹੈ। ਟੀਚਰ ਨੇ ਕਿਹਾ ਹੈ, ਜੋ ਲਾਲਚ ਕਰਦਾ ਹੈ ਉਸ ਨੂੰ ਇੱਕ ਦਿਨ ਪਛਤਾਣਾ ਪੈਂਦਾ ਹੈ। ਟੀਚਰ ਦੇ ਬੱਚੇ, ਸੌ ਜਾ ਚੁੱਪ ਕਰਕੇ, ਮੈਨੂੰ ਨਾ ਸਿਖਾ। ਹਰੀ ਅੱਗੇ ਦਾ ਪਲਾਨ ਬਣਾਉਣ ਲੱਗਦਾ ਹੈ। ਦੂਸਰੇ ਦਿਨ ਉਹ ਮਹਿਲ ਬਣਾਉਣ ਦਾ ਕੰਮ ਸ਼ੁਰੂ ਕਰਦਾ ਹੈ ਤੇ ਮਹਿਲ ਦੇ ਵਿੱਚ ਲੱਗਣ ਵਾਲੀਆਂ ਸਾਰੀਆਂ ਚੀਜ਼ਾਂ ਜਿਵੇਂ ਇੱਟ, ਪੱਥਰ, ਲੱਕੜੀ, ਲੋਹਾ, ਸਭ ਹਲਕਾ ਸਮਾਨ ਲਿਆਇਆ ਤੇ ਉਹਨਾਂ ਸਸਤੀਆਂ ਚੀਜ਼ਾਂ ਦੇ ਨਾਲ ਹੀ ਕੰਮ ਸ਼ੁਰੂ ਕਰ ਦਿੱਤਾ। ਕੁਝ ਦਿਨ ਬੀਤ ਗਏ ਤੇ ਵੇਖਦੇ ਹੀ ਵੇਖਦੇ ਨਵਾਂ ਮਹਿਲ ਬਣ ਕੇ ਤਿਆਰ ਹੋ ਗਿਆ। ਜ਼ਮੀਂਦਾਰ ਮਹਿਲ ਵੇਖ ਕੇ ਬੜਾ ਖੁਸ਼ ਹੋਇਆ ਤੇ ਬੋਲਿਆ, ਹਰੀ, ਤੂੰ ਤੇ ਬੜਾ ਹੀ ਸੋਹਣਾ ਤੇ ਮਜ਼ਬੂਤ ਮਹਿਲ ਬਣਾਇਆ ਹੈ। ਇਹ 50 ਸਾਲ ਤੱਕ ਤੇ ਜ਼ਰੂਰ ਚੱਲੂਗਾ। ਹਾਂ ਮਾਲਿਕ, 50 ਸਾਲ ਤਾਂ ਚੱਲੂਗਾ ਹੀ। ਨਹੀਂ, ਇਹ 100 ਸਾਲ ਤੱਕ ਚੱਲਣਾ ਚਾਹੀਦਾ ਹੈ। ਐਦਾਂ ਕਿਉਂ ਮਾਲਿਕ? ਹਰੀ, ਤੂੰ ਸਾਰਿਆਂ ਦਾ ਘਰ ਬਣਾਉਣਾ ਹੈ, ਪਰ ਤੇਰੇ ਕੋਲ ਕੋਈ ਘਰ ਨਹੀਂ ਹੈ। ਇਸ ਲਈ ਮੈਂ ਮਹਿਲ ਤੇਰੇ ਲਈ ਬਣਵਾਇਆ ਵੇ। ਅੱਜ ਤੋਂ ਇਸ ਦਾ ਮਾਲਿਕ ਤੂੰ ਹੈ। ਇਹ ਗੱਲ ਸੁਣਦੇ ਹੀ ਹਰੀ ਦੇ ਪ੍ਰਾਣ ਹੀ ਸੁੱਕ ਗਏ। ਉਹਨੇ ਆਪਣੇ ਪੈਰਾਂ ਤੇ ਆਪੇ ਹੀ ਕੁਲਾੜੀ ਮਾਰ ਲਈ ਸੀ। ਹੁਣ ਤਾਂ ਨਾ ਉਹ ਜ਼ਮੀਂਦਾਰ ਨੂੰ ਦੱਸ ਸਕਦਾ ਸੀ ਤੇ ਨਾ ਹੀ ਆਪਣਾ ਮਕਾਨ ਬਣਾ ਸਕਦਾ ਸੀ, ਕਿਉਂਕਿ ਜ਼ਮੀਂਦਾਰ ਉਸ ਨੂੰ ਪੁੱਛੇਗਾ ਕਿ ਜਦੋਂ ਮਹਿਲ ਮਿਲ ਗਿਆ ਤਾਂ ਮਕਾਨ ਬਣਾਉਣ ਦੀ ਕੀ ਲੋੜ ਹੈ। ਹੁਣ ਉਸ ਨੂੰ ਸਮਝ ਆ ਗਿਆ ਸੀ ਕਿ ਉਸ ਦੀ ਬੇਈਮਾਨੀ ਦੀ ਸਜ਼ਾ ਰੱਬ ਨੇ ਉਸ ਨੂੰ ਦਿੱਤੀ ਹੈ ਤੇ ਉਹ ਬਹੁਤ ਪਛਤਾ ਰਿਹਾ ਸੀ, ਪਰ ਹੁਣ ਕੁਝ ਨਹੀਂ ਹੋ ਸਕਦਾ ਸੀ। ਇੱਕ ਪਿੰਡ 'ਚ ਕਮਲਾ ਤੇ ਉਸ ਦੀ ਧੀ ਸੀਤਾ ਰਹਿੰਦੇ ਸਨ। ਦੋਵਾਂ ਮਾਵਾਂ ਧੀਆਂ ਦਾ ਵਰਤਾਵ ਦੂਜਿਆਂ ਦੇ ਨਾਲ ਬਿਲਕੁਲ ਚੰਗਾ ਨਹੀਂ ਸੀ। ਕਮਲਾ ਦੀ ਆਦਤ ਸੀ ਕਿ ਉਹ ਪਿੰਡ ਵਿੱਚ ਸਾਰਿਆਂ ਦੇ ਘਰ 'ਚ ਕਲੇਸ਼ ਕਰਵਾਉਂਦੀ ਸੀ।
ਤੇ ਉਸ ਦੀ ਧੀ ਸੀਮਾ ਇੱਕ ਨੰਬਰ ਦੀ ਕਾਮਚੋਰ ਅਤੇ ਘੁਮੱਕੜ ਸੀ। ਇੱਕ ਦਿਨ ਜਦੋਂ ਸੀਮਾ ਖਾਣਾ ਬਣਾ ਰਹੀ ਸੀ, ਹਾਏ ਰੱਬਾ ਕਿੰਨੀ ਗਰਮੀ ਹੈ, ਮੈਂ ਤੇ ਚੁੱਲ੍ਹਾ ਫੂਕ ਫੂਕ ਕੇ ਥੱਕ ਗਈ ਆ। ਕੀ ਹੋਇਆ ਸੀਮਾ, ਅੱਜ ਕੁਝ ਖਾਣ ਨੂੰ ਮਿਲੇਗਾ ਜਾਂ ਨਹੀਂ? ਕਿੰਨੀ ਦੇਰ ਹੋ ਗਈ ਆ, ਹਜੇ ਤੱਕ ਕੁਝ ਨਹੀਂ ਬਣਾਇਆ ਤੂੰ। ਰੋਜ਼ ਪੂਰਾ ਦਿਨ ਕੰਮ ਕਰ ਕਰਕੇ ਥੱਕ ਗਈ ਆ ਮੈਂ, ਹੁਣ ਨਹੀਂ ਹੁੰਦਾ ਮੇਰੇ ਕੋਲੋਂ ਕੁਝ ਵੀ। ਐਦਾਂ ਕਿਉਂ ਕਹਿੰਦੀ ਪਈ ਐ? ਅੱਜ ਨਹੀਂ ਤਾਂ ਕੱਲ ਨੂੰ ਤੇਰਾ ਵਿਆਹ ਹੋਏਗਾ ਤੇ ਉੱਥੇ ਵੀ ਇਹ ਸਭ ਕਰਨਾ ਪਏਗਾ। ਮੈਂ ਨਹੀਂ ਕਰਨ ਵਾਲੀ ਇਹ ਸਭ, ਮੇਰਾ ਵਿਆਹ ਉੱਥੇ ਕਰਿਓ ਜਿੱਥੇ ਇਹ ਸਾਰੇ ਕੰਮ ਕਰਨ ਦੇ ਲਈ ਨੌਕਰ ਚਾਕਰ ਹੋਣ। ਹਾਂ ਬੋਲਦੀ ਤਾਂ ਐਦਾਂ ਪਈ ਆ ਜਿਵੇਂ ਮੇਰੇ ਕੋਲ ਕੋਈ ਖਜ਼ਾਨਾ ਗੱਡਿਆ ਪਿਆ ਹੈ, ਜੋ ਮੈਂ ਨੌਕਰ ਚਾਕਰ ਵਾਲੇ ਘਰ ਤੇਰਾ ਵਿਆਹ ਕਰੂੰਗੀ। ਮਾਂ ਮੈਂ ਸੋਚਦੀ ਪਈ ਆ ਕਿਉਂ ਨਾ ਅਸੀਂ ਕੁਝ ਦਿਨ ਸ਼ਹਿਰ ਜਾ ਕੇ ਘੁੰਮ ਕੇ ਆਈਏ। ਤੇਰਾ ਦਿਮਾਗ ਖਰਾਬ ਹੋ ਗਿਆ ਸੀਮਾ, ਸ਼ਹਿਰ ਘੁੰਮਣ ਵਿੱਚ ਬੜੇ ਪੈਸੇ ਖਰਚ ਹੋ ਜਾਂਦੇ ਆ। ਨਹੀਂ ਮਾਂ, ਮੈਂ ਸੋਚਿਆ ਹੈ ਅਸੀਂ ਕੁਝ ਦਿਨ ਕਿਸ਼ੋਰ ਵੀਰੇ ਦੇ ਘਰ ਰਵਾਂਗੇ, ਸ਼ਹਿਰ ਵਿੱਚ ਸੈਰ ਸਪਾਟਾ ਕਰਾਂਗੇ ਤੇ ਕੋਈ ਕੰਮ ਵੀ ਨਹੀਂ ਕਰਨਾ ਪਵੇਗਾ। ਵਾਹ ਸੀਮਾ, ਇਹ ਤੇ ਤੂੰ ਬੜੀ ਚੰਗੀ ਗੱਲ ਕਹੀ ਆ। ਆਖਿਰ ਕਿਸ਼ੋਰ ਮੇਰੇ ਭਰਾ ਦਾ ਪੁੱਤਰ ਹੈ, ਉਹ ਮੇਰੇ ਕੰਮ ਆਏਗਾ। ਮੈਂ ਵੀ ਪਿੰਡ 'ਚ ਰਹਿ ਕੇ ਅੱਕ ਗਈ ਆ, ਉੱਥੇ ਤੈਨੂੰ ਕੋਈ ਵੀ ਕੰਮ ਨਹੀਂ ਕਰਨਾ ਪਏਗਾ, ਸਾਰਾ ਕੰਮ ਕਾਮਨੀ ਤੋਂ ਕਰਾਉਣਾ ਹੈ। ਵਾਹ, ਤੇ ਫਿਰ ਕੱਲ ਹੀ ਚੱਲਦੇ ਆਂ। ਦੋਵੇਂ ਮਾਵਾਂ ਧੀਆਂ ਸ਼ਹਿਰ ਜਾਣ ਦੀਆਂ ਤਿਆਰੀਆਂ ਕਰਦੀਆਂ ਨੇ। ਕਿਸ਼ੋਰ ਕਮਲਾ ਦੇ ਭਰਾ ਦਾ ਪੁੱਤਰ ਹੈ। ਉਹ ਸ਼ਹਿਰ ਵਿੱਚ ਆਪਣੀ ਵੋਟੀ ਕਾਮਿਨੀ ਦੇ ਨਾਲ ਰਹਿੰਦਾ ਹੈ। ਦੂਜੇ ਦਿਨ ਕਮਲਾ ਅਤੇ ਸੀਮਾ ਕਿਸ਼ੋਰ ਦੇ ਘਰ ਪਹੁੰਚ ਗਈ। ਸਤਿ ਸ੍ਰੀ ਅਕਾਲ ਬੂਆ ਜੀ, ਆਓ ਆਓ। ਭੂਆ ਜੀ ਕਿਵੇਂ ਆਉਣਾ ਹੋਇਆ? ਭਾਬੀ ਤੁਹਾਡੀ ਦੋਵਾਂ ਦੀ ਯਾਦ ਆਈ ਤੇ ਬਸ ਅਸੀਂ ਆ ਗਏ। ਇਹ ਤੇ ਬਹੁਤ ਹੀ ਚੰਗਾ ਕੀਤਾ ਤੁਸੀਂ। ਪੁੱਤਰ ਅਸੀਂ ਸੋਚਿਆ ਕਿ ਕੁਝ ਦਿਨ ਤੁਹਾਡੇ ਨਾਲ ਰਹਿੰਦੇ ਆ ਸ਼ਹਿਰ। ਬਹੁਤ ਚੰਗਾ ਕੀਤਾ ਭੂਆ ਜੀ, ਤੁਸੀਂ ਇੱਥੇ ਆ ਗਏ। ਕਮਲਾ ਅਤੇ ਸੀਮਾ ਹੁਣ ਠਾਠ ਨਾਲ ਉੱਥੇ ਰਹਿਣ ਲੱਗ ਪਈਆਂ। ਸਾਰਾ ਦਿਨ ਟੀਵੀ ਵੇਖਦੀ ਅਤੇ ਖਾਣ ਪੀਣ ਦੀ ਫਰਮਾਇਸ਼ ਕਰਦੀ ਰਹਿੰਦੀ। ਤੂੰ ਬੜੀ ਦੇਰ ਤੋਂ ਟੀਵੀ ਵੇਖਦੀ ਪਈ ਆ, ਲਿਆ ਰਿਮੋਟ ਮੈਨੂੰ ਦੇ, ਹੁਣ ਮੈਂ ਭਜਨ ਵੇਖਾਂਗੀ। ਸੀਮਾ ਕਮਲਾ ਨੂੰ ਟੀਵੀ ਦਾ ਰਿਮੋਟ ਦਿੰਦੀ ਹੈ ਤੇ ਰਸੋਈ ਵਿੱਚ ਕੰਮ ਕਰ ਰਹੀ ਕਾਮਿਨੀ ਨੂੰ ਆਵਾਜ਼ ਲਾਉਂਦੀ ਹੈ। ਭਾਬੀ ਸਾਡੇ ਲਈ ਵਧੀਆ ਜੀ ਚਾਹ ਤੇ ਬਣਾ ਦੇ। ਨਹੀਂ ਨੂਏ, ਮੇਰੇ ਲਈ ਇੱਕ ਵਧੀਆ ਜੀ ਲੱਸੀ ਬਣਾ ਕੇ ਲਿਆ। ਜੀ ਭੂਆ ਜੀ। ਕਾਮਿਨੀ ਲੱਸੀ ਬਣਾ ਕੇ ਕਮਲਾ ਨੂੰ ਦਿੰਦੀ ਹੈ। ਆਲੋ ਭੂਆ ਜੀ। ਹਾਏ ਭਾਬੀ ਮੇਰੀ ਚਾਹ ਨਹੀਂ ਬਣਾਈ, ਕਿੰਨਾ ਟਾਈਮ ਹੋ ਗਿਆ। ਬਸ ਹੁਣੇ ਬਣਾ ਕੇ ਲਿਆਈ। ਨੂਏ ਤੂੰ ਕਿੰਨਾ ਹੌਲੀ ਕੰਮ ਕਰਦੀ ਆ। ਮੇਰੀ ਸੀਮਾ ਤਾਂ ਹੁਣ ਤੱਕ ਪੂਰੇ ਟੱਬਰ ਦਾ ਖਾਣਾ ਬਣਾ ਦਿੰਦੀ, ਤੇਰੇ ਕੋਲੋਂ ਇੱਕ ਚਾਹ ਨਹੀਂ ਬਣੀ। ਕਾਮਿਨੀ ਨੂੰ ਕਮਲਾ ਦੀ ਗੱਲ ਬੁਰੀ ਲੱਗੀ, ਪਰ ਉਹਨੇ ਕੋਈ ਜਵਾਬ ਨਹੀਂ ਦਿੱਤਾ। ਇਸ ਤਰ੍ਹਾਂ ਕਾਮਿਨੀ ਉਹਨਾਂ ਦੋਵਾਂ ਦੀ ਹਰ ਮੰਗ ਪੂਰੀ ਕਰਦੀ ਰਹੀ। ਸਾਰਾ ਦਿਨ ਦੋਵਾਂ ਦੇ ਲਈ ਕੁਝ ਨਾ ਕੁਝ ਬਣਾਉਂਦੀ ਰਹਿੰਦੀ, ਪਰ ਉਹ ਦੋਵੇਂ ਮਾਂ ਧੀ ਉਸ ਵਿਚਾਰੀ ਨੂੰ ਕੁਝ ਨਾ ਕੁਝ ਸੁਣਾਉਂਦੀ ਹੀ ਰਹਿੰਦੀ ਸੀ। ਇਸ ਤਰ੍ਹਾਂ 20 ਦਿਨ ਬੀਤ ਗਏ। ਹਾਏ ਮਾਂ, ਇੱਥੇ ਆਏ 20 ਦਿਨ ਹੋ ਗਏ ਨੇ, ਪਤਾ ਹੀ ਨਹੀਂ ਚੱਲਿਆ। ਹਾਂ ਸਹੀ ਕਿਹਾ ਤੂੰ, ਕਿੰਨਾ ਆਰਾਮ ਹੈ ਇੱਥੇ। ਪਰ ਹੁਣ ਕਾਮਿਨੀ ਤੇ ਕਿਸ਼ੋਰ ਪਰੇਸ਼ਾਨ ਹੋਣ ਲੱਗੇ। ਕਾਮਿਨੀ, ਇਹ ਬੂਆ ਜੀ ਤੇ ਸੀਮਾ ਕਦੋਂ ਤੱਕ ਰੁਕਣ ਵਾਲੇ ਨੇ ਇੱਥੇ? ਪਤਾ ਨਹੀਂ ਜੀ, ਮੈਂ ਤਾਂ ਖੁਦ ਪਰੇਸ਼ਾਨ ਹੋ ਗਈ ਆ। ਇਹ ਲੋਕ ਤੇ ਜਾਣ ਦੀ ਗੱਲ ਵੀ ਨਹੀਂ ਕਰਦੇ। ਮੈਂ ਤੇ ਦਫ਼ਤਰ ਚਲਾ ਜਾਂਦਾ ਹਾਂ, ਪਰ ਮੈਨੂੰ ਪਤਾ ਹੈ ਸਾਰਾ ਦਿਨ ਤੇਰਾ ਕੀ ਹਾਲ ਹੁੰਦਾ ਹੋਵੇਗਾ। ਹੁਣ ਮੈਂ ਕੀ ਦੱਸਾਂ ਤੁਹਾਨੂੰ, ਮੈਂ ਤਾਂ ਸਾਰਾ ਦਿਨ ਇਹਨਾਂ ਦੀ ਦੇਖਭਾਲ ਵਿੱਚ ਲੱਗੀ ਰਹਿੰਦੀ ਆ, ਪਰ ਉਹ ਸਿੱਧੇ ਮੂੰਹ ਗੱਲ ਹੀ ਨਹੀਂ ਕਰਦੀਆਂ। ਕੀ ਕਰੀਏ, ਕੁਝ ਸਮਝ ਨਹੀਂ ਆ ਰਿਹਾ ਹੈ। ਤੁਸੀਂ ਚਿੰਤਾ ਨਾ ਕਰੋ ਜੀ, ਮੈਂ ਹੀ ਕੋਈ ਰਾਸਤਾ ਲੱਭਦੀ ਆ। ਫਿਰ ਇੱਕ ਦਿਨ ਕਾਮਿਨੀ ਦੀ ਗਵਾਂਢਣ ਆਂਦੀ ਹੈ ਔਰ ਕਮਲਾ ਉਸ ਦੇ ਸਾਹਮਣੇ ਕਾਮਿਨੀ ਨੂੰ ਬੁਰਾ ਕਹਿੰਦੀ ਹੈ। ਕੀ ਗੱਲ ਹੈ ਕਾਮਨੀ, ਤੇਰੀ ਸ਼ਕਲ ਵੇਖੇ ਤੇ ਜ਼ਮਾਨੇ ਹੀ ਹੋ ਗਏ। ਸਭ ਠੀਕ ਹੈ ਨਾ? ਹਾਂ ਸਭ ਠੀਕ ਆ, ਬਸ ਕੰਮ ਵਿੱਚ ਲੱਗੀ ਰਹਿੰਦੀ ਆ। ਹਾਂ ਜਿਵੇਂ ਅਸੀਂ ਮਾਂ ਧੀ ਤਾਂ ਕੁਝ ਕਰਦੀਆਂ ਹੀ ਨਹੀਂ ਆ, ਬਸ ਇਹੀ ਸਾਰਾ ਦਿਨ ਕਰਦੀ ਰਹਿੰਦੀ ਆ। ਓਹੋ ਭੂਆ ਜੀ, ਤੁਸੀਂ ਨਾਰਾਜ਼ ਕਿਉਂ ਹੋ ਰਹੇ ਹੋ? ਮੇਰੇ ਕਹਿਣ ਦਾ ਇਹ ਮਤਲਬ ਨਹੀਂ ਸੀ। ਹੁਣ ਰਹਿਣ ਹੀ ਦੇ ਨੂਏ, ਤੇਰੇ ਕਹਿਣ ਦਾ ਕੀ ਮਤਲਬ ਸੀ ਮੈਂ ਸਭ ਸਮਝਦੀ ਆ। ਗਵਾਂਢਣ ਨੂੰ ਇਹ ਗੱਲ ਚੰਗੀ ਨਹੀਂ ਲੱਗੀ। ਬਾਹਰ ਜਾਣ ਦੇ ਨਾਲ ਹੀ ਉਸਨੇ ਕਾਮਿਨੀ ਨੂੰ ਕੱਲੇ ਕੁਝ ਕਿਹਾ। ਦੂਜੇ ਦਿਨ ਦੁਪਹਿਰ ਨੂੰ ਕਾਮਿਨੀ ਕਮਲਾ ਨੂੰ ਕਹਿੰਦੀ ਹੈ, ਭੂਆ ਜੀ ਮੈਂ ਬਾਜ਼ਾਰੋਂ ਸਬਜ਼ੀ ਲੈ ਕੇ ਆਉਣੀ ਆ। ਠੀਕ ਆ, ਛੇਤੀ ਆਵੀਂ। ਤੇ ਹਾਂ, ਤੇ ਮੇਰੇ ਤੇ ਸੀਮਾ ਦੇ ਲਈ ਰਸਗੁੱਲੇ ਲੈਂਦੀ ਆਵੀਂ। ਕਾਮਿਨੀ ਜਦ ਘਰ ਵਾਪਸ ਆਈ ਤਾਂ ਉਸ ਦੇ ਖੱਬੇ ਹੱਥ ਵਿੱਚ ਪਲਾਸਟਰ ਚੜਿਆ ਹੋਇਆ ਸੀ ਤੇ ਗਵਾਂਢਣ ਵੀ ਉਸ ਦੇ ਨਾਲ ਹੀ ਸੀ। ਹਾਏ ਰੱਬਾ, ਇਹ ਕੀ ਹੋਇਆ? ਬਾਜ਼ਾਰ ਵਿੱਚ ਕਾਮਨੀ ਨੂੰ ਇੱਕ ਕਾਰ ਨੇ ਟੱਕਰ ਮਾਰ ਦਿੱਤੀ। ਮੈਂ ਨਾਲ ਹੀ ਸੀ, ਇਸੇ ਲਈ ਹਸਪਤਾਲ ਲੈ ਗਈ। ਖੱਬਾ ਹੱਥ ਟੁੱਟ ਗਿਆ ਵਿਚਾਰੀ ਦਾ, ਹੁਣ 6 ਮਹੀਨੇ ਤੱਕ ਆਰਾਮ ਕਰਨਾ ਪੈਣਾ ਇਹਨੂੰ। ਇਹ ਸੁਣਦੇ ਹੀ ਕਮਲਾ ਤੇ ਸੀਮਾ ਦੇ ਹੋਸ਼ ਉੜ ਗਏ। ਹੁਣ ਘਰ ਦਾ ਕੰਮ ਕੌਣ ਕਰੇਗਾ? ਇਹ ਤੇ ਚੰਗਾ ਹੋਇਆ ਭੂਆ ਜੀ ਕਿ ਹੁਣ ਤੁਸੀਂ ਇੱਥੇ ਹੋ, ਨਹੀਂ ਤੇ ਘਰ ਦਾ ਸਾਰਾ ਕੰਮ ਕੌਣ ਕਰਦਾ? ਅੱਛਾ ਕਾਮਨੀ, ਹੁਣ ਮੈਂ ਚੱਲਦੀ ਆਂ। ਇਹ ਕਹਿ ਕੇ ਗਵਾਂਢਣ ਚਲੀ ਜਾਂਦੀ ਹੈ। ਦੋਵੇਂ ਮਾਂ ਧੀ ਨੇ ਇੱਕ ਦੂਜੇ ਦੇ ਵੱਲ ਵੇਖਿਆ। ਹਾਂਜੀ ਭੂਆ ਜੀ, ਹੁਣ ਤੁਸੀਂ ਦੋਵਾਂ ਨੇ ਹੀ ਘਰ ਸੰਭਾਲਣਾ, ਮੈਂ ਤਾਂ ਹੁਣ ਕੁਝ ਨਹੀਂ ਕਰ ਸਕਦੀ। ਇਹ ਕਿੱਥੇ ਫਸ ਗਈ ਮੈਂ ਕੰਮ ਕਰਨੀ, ਆਰਾਮ ਕਰਨਾ ਹੀ ਆ। ਦੋਵੇਂ ਗੱਲ ਕਰ ਹੀ ਰਹੇ ਸੀ ਕਿ ਕਿਸ਼ੋਰ ਵੀ ਉੱਥੇ ਆ ਗਿਆ। ਅਰੇ ਕਾਮਿਨੀ, ਇਹ ਕੀ ਹੋਇਆ? ਤੂੰ ਠੀਕ ਤੇ ਹੈ ਨਾ? ਕੁਝ ਨਹੀਂ ਜੀ, ਬਸ ਥੋੜੀ ਜੀ ਸੱਟ ਲੱਗ ਗਈ ਸੀ। ਨਹੀਂ, ਇਹ ਥੋੜੀ ਜਿਹੀ ਸੱਟ ਨਹੀਂ ਆ। ਹੁਣ ਤੂੰ ਆਰਾਮ ਕਰੇਂਗੀ, ਕੰਮ ਦੀ ਚਿੰਤਾ ਛੱਡ ਦੇ। ਇਹ ਦੋਵੇਂ ਕੰਮ ਕਰੇਂਗੀ। ਕਮਲਾ ਅਤੇ ਸੀਮਾ ਨੂੰ ਕਾਮਨੀ ਦੇ ਉੱਤੇ ਬਹੁਤ ਗੁੱਸਾ ਆ ਰਿਹਾ ਸੀ, ਪਰ ਉਹਨਾਂ ਨੇ ਕਿਸ਼ੋਰ ਦੇ ਸਾਹਮਣੇ ਦਿਖਾਵਾ ਕੀਤਾ। ਹਾਂ ਪੁੱਤਰ, ਤੂੰ ਚਿੰਤਾ ਨਾ ਕਰ। ਤੇ ਬਸ ਫਿਰ
ਅੱਜ ਤੇ ਬੂਆ ਜੀ ਦੇ ਹੱਥ ਦੇ ਆਲੂ ਦੇ ਪਰਾਂਠੇ ਤੇ ਚਟਨੀ ਖਾਣ ਦਾ ਮਨ ਹੋ ਰਿਹਾ ਹੈ, ਉਹ ਵੀ ਸਿਲਵੱਟੇ ਵਾਲੀ। ਹਾਂ ਭੂਆ ਜੀ, ਮੈਂ ਵੀ ਤੁਹਾਡੇ ਹੱਥ ਦੇ ਆਲੂ ਦੇ ਪਰੌਂਠੇ ਖਾਣੇ ਆ। ਪਰ ਨੂੰ ਪਰਵਰ ਕੁਝ ਨਹੀਂ, ਅੱਜ ਤੁਸੀਂ ਆਲੂ ਦੇ ਪਰਾਂਠੇ ਖਵਾਓਗੇ ਸਾਨੂੰ। ਤੇ ਹਾਂ ਸੀਮਾ, ਤੂੰ ਘਰ ਦਾ ਝਾੜੂ ਪੋਚਾ ਕਰ ਲਈ। ਤੇ ਹਾਂ, ਬਾਲਟੀ ਵਿੱਚ ਕੱਪੜੇ ਭਿਓਏ ਨੇ, ਉਹ ਵੀ ਧੋ ਲਵੀਂ। ਹਾਂ ਠੀਕ ਹੈ ਭਾਬੀ। ਤੇ ਹਾਂ, ਬਾਹਰ ਗਮਲੇ ਵਿੱਚ ਪੌਦੇ ਲੱਗੇ ਹੋਏ ਨੇ, ਉਹਨਾਂ ਨੂੰ ਟਾਈਮ ਤੇ ਪਾਣੀ ਦਿੰਦੀ ਰਵੀਂ। ਹੁਣ ਦੋਵੇਂ ਮਾਂ ਧੀ ਦੇ ਉੱਤੇ ਜਿਵੇਂ ਪਹਾੜੀ ਟੁੱਟ ਪਿਆ। ਇੰਨੇ ਦਿਨਾਂ ਤੋਂ ਮਜ਼ੇ ਨਾਲ ਖਾ ਪੀ ਰਹੀਆਂ ਸਨ, ਹੁਣ ਕੰਮ ਕਰਨ ਦੀ ਵਾਰੀ ਆ ਹੀ ਗਈ। ਦੂਜੇ ਦਿਨ ਦੁਪਹਿਰ ਤੱਕ ਦੋਵੇਂ ਮਾਂ ਧੀਆਂ ਦੀ ਹਾਲਤ ਖਰਾਬ ਹੋ ਗਈ। ਦੋਵੇਂ ਮਾਂ ਧੀ ਨੇ ਆਪਸ ਵਿੱਚ ਗੱਲ ਕੀਤੀ। ਹਾਏ ਮੇਰਾ ਲੱਕ ਟੁੱਟ ਗਿਆ, ਹੁਣ ਛੇਤੀ ਘਰ ਚੱਲੀਏ, ਮੈਂ ਇੱਥੇ ਨਹੀਂ ਰਹਿਣਾ। ਇਹਦੇ ਤੋਂ ਤਾਂ ਚੰਗਾ ਆਪਣਾ ਪਿੰਡ ਹੀ ਸੀ। ਹਾਂ ਅੱਜ ਸ਼ਾਮੀ ਨਿਕਲ ਜਾਂਦੇ ਆ, ਮੇਰਾ ਵੀ ਅੰਗ ਦੁਖਦਾ ਪਿਆ ਹੈ, ਮੇਰੇ ਕੋਲੋਂ ਨਹੀਂ ਇੰਨਾ ਕੰਮ ਹੁੰਦਾ। ਜੇ 2-4 ਦਿਨ ਹੋਰ ਕੰਮ ਕੀਤਾ ਤੇ ਮੈਂ ਤਾਂ ਮਰ ਹੀ ਜਾਵਾਂਗੀ। ਹਾਂ ਮਾਂ, ਇਹ ਭਾਬੀ ਤੇ ਬੜੀ ਕੰਮ ਚੋਰ ਨਿਕਲੀ, ਸਾਡੇ ਕੋਲੋਂ ਸਾਰਾ ਕੰਮ ਕਰਾਈ ਜਾਂਦੀ ਹੈ। ਹੁਣ ਨਹੀਂ ਰਹਿਣਾ ਸੀ ਇੱਥੇ। ਤੂੰ ਜਾ ਕੇ ਸਮਾਨ ਬੰਨ ਲੈ, ਮੈਂ ਕਾਮਨੀ ਨਾਲ ਗੱਲ ਕਰਦੀ ਆ, ਅੱਜ ਹੀ ਅਸੀਂ ਚਲੇ ਜਾਂਦੇ ਆ। ਦੁਪਹਿਰ ਦੇ ਖਾਣੇ ਦਾ ਸਮਾਂ ਸੀ। ਅੱਜ ਹੀ ਸਾਨੂੰ ਜਾਣਾ ਪੈਣਾ। ਪਰ ਤੁਸੀਂ ਇੰਨੀ ਛੇਤੀ ਕਿਉਂ ਜਾ ਰਹੇ ਹੋ? ਹਾਲੇ ਤਾਂ 20 ਦਿਨ ਹੀ ਹੋਏ ਆ। ਭਾਬੀ ਗੱਲ ਪਤਾ ਕੀ ਹੈ, ਮੈਨੂੰ ਹੁਣੇ ਯਾਦ ਆਇਆ, ਸਾਰਾ ਨਾਸ਼ਤੇ ਬਾਹਰੇ ਪਿਆ ਹੈ, ਕਾਲੀ ਵਿੱਚ ਭੁੱਲ ਹੀ ਗਏ। ਪਰ ਹਾਲੇ ਤਾਂ ਮੇਰੀ ਤਬੀਅਤ ਵੀ ਠੀਕ ਨਹੀਂ ਹੈ, ਤੁਸੀਂ ਲੋਕ ਰਹੋਗੇ ਤਾਂ ਮਦਦ ਹੋ ਜਾਏਗੀ। ਮਨ ਤਾਂ ਮੇਰਾ ਵੀ ਬਹੁਤ ਹੈ, ਪਰ ਕੀ ਕਰਾਂ, ਮਜਬੂਰੀ ਆ। ਮੈਂ ਤੁਹਾਡੀ ਗੱਲ ਸਮਝਦੀ ਆ, ਠੀਕ ਹੈ, ਪਰ ਛੇਤੀ ਆਇਓ। ਸ਼ਾਮ ਹੁੰਦੇ ਹੀ ਦੋਵੇਂ ਮਾਂ ਧੀ ਉੱਥੋਂ ਚਲੀ ਗਈ। ਰਾਤ ਨੂੰ ਜਦ ਕਿਸ਼ੋਰ ਘਰ ਆਇਆ ਤਾਂ ਕਾਮਿਨੀ ਨੇ ਉਸ ਨੂੰ ਸਾਰੀ ਗੱਲ ਦੱਸ ਦਿੱਤੀ ਕਿ ਕਿਸ ਤਰ੍ਹਾਂ ਗਵਾਂਢਣ ਦੀ ਤਰਕੀਬ ਨਾਲ ਉਸਨੇ ਕਮਲਾ ਤੇ ਸੀਮਾ ਨੂੰ ਰਫੂ ਚੱਕਰ ਕਰਤਾ। ਇਸ ਤਰ੍ਹਾਂ ਕਾਮਿਨੀ ਤੇ ਕਿਸ਼ੋਰ ਦਾ ਪਿੱਛਾ ਇਹਨਾਂ ਲੋਕਾਂ ਤੋਂ ਛੁੱਟ ਗਿਆ। ਪਿੰਕੀ ਅਤੇ ਉਸਦੇ ਮੰਮੀ ਪਾਪਾ ਰਾਮਨਗਰ ਵਿੱਚ ਹੀ ਰਹਿੰਦੇ ਸਨ। ਪਿੰਕੀ ਦੇ ਸਕੂਲ ਦੀਆਂ ਛੁੱਟੀਆਂ ਚੱਲ ਰਹੀਆਂ ਸਨ, ਇਸ ਲਈ ਉਹ ਘਰ ਹੀ ਰਹਿੰਦੀ ਸੀ। ਮੰਮੀ ਬੜੀ ਵਧੀਆ ਖੁਸ਼ਬੂ ਆ ਰਹੀ ਆ, ਕੀ ਬਣਾਇਆ ਤੁਸੀਂ? ਮੈਂ ਤੇਰੇ ਲਈ ਲੱਡੂ ਬਣਾਏ ਨੇ, ਚੱਲ ਜਲਦੀ ਨਾਲ ਖਾ ਲੈ। ਲੱਡੂ? ਵਾਹ! ਹਾਂ, ਬੇਸਨ ਦੇ ਲੱਡੂ, ਤੇਰੇ ਮਨਪਸੰਦ। ਵਾਹ ਮੰਮੀ, ਅੱਜ ਤਾਂ ਬੜਾ ਹੀ ਮਜ਼ਾ ਆਉਣ ਵਾਲਾ ਹੈ। ਯੇ! ਪਿੰਕੀ ਬਹੁਤ ਹੀ ਖੁਸ਼ ਹੋ ਜਾਂਦੀ ਹੈ ਅਤੇ ਨੱਚਣ ਲੱਗਦੀ ਹੈ। ਮੰਮੀ ਕਹਿੰਦੀ ਹੈ, ਹੁਣ ਨੱਚਦੀ ਰਵੇਂਗੀ ਜਾਂ ਲੱਡੂ ਵੀ ਖਾਵੇਂਗੀ? ਮੰਮੀ, ਕੀ ਮੈਂ ਇਹ ਲੱਡੂ ਆਪਣੀ ਸਹੇਲੀ ਰੀਤੂ ਲਈ ਲੈ ਜਾਵਾਂ? ਅਸੀਂ ਦੋਵੇਂ ਮਿਲ ਕੇ ਖਾਵਾਂਗੇ। ਹਾਂ ਲੈ ਜਾ। ਪਿੰਕੀ ਲੱਡੂ ਲੈ ਕੇ ਰੀਤੂ ਦੇ ਘਰ ਜਾਣ ਦੇ ਲਈ ਨਿਕਲਦੀ ਹੈ। ਰਾਸਤੇ ਵਿੱਚ ਉਹ ਲੱਡੂ ਦੇ ਬਾਰੇ ਜ਼ੋਰ-ਜ਼ੋਰ ਨਾਲ ਬੋਲਦੇ ਹੋਏ ਜਾਂਦੀ ਹੈ। ਸੜਕ ਦੇ ਨੇੜੇ ਇੱਕ ਦਰਖਤ ਦੇ ਉੱਤੇ ਦੋ ਭੂਤ ਉਹਦੀ ਗੱਲਾਂ ਸੁਣਦੇ ਨੇ। ਵਾਹ! ਅੱਜ ਮੰਮੀ ਨੇ ਬੜੇ ਸਵਾਦ ਲੱਡੂ ਬਣਾਏ ਨੇ। ਆਹਾ, ਬੇਸਨ ਦੇ ਲੱਡੂ। ਵਾਹ, ਮਜ਼ਾ ਆਊਗਾ। ਉਸ ਦੀ ਗੱਲ ਸੁਣ ਕੇ ਦੋਵੇਂ ਭੂਤ ਆਪਸ ਵਿੱਚ ਗੱਲ ਕਰਦੇ ਨੇ। ਲੱਡੂ? ਆਹਾ, ਬਹੁਤ ਟਾਈਮ ਹੋ ਗਿਆ ਲੱਡੂ ਨਹੀਂ ਖਾਦੇ। ਲੱਗਦਾ ਹੈ ਅੱਜ ਇੰਨੇ ਦਿਨਾਂ ਬਾਅਦ ਲੱਡੂ ਖਾਣ ਨੂੰ ਮਿਲੇਗਾ। ਪਰ ਲੱਡੂ ਸਾਨੂੰ ਮਿਲਣਗੇ ਕਿਸ ਤਰ੍ਹਾਂ? ਇਹਦੇ ਕੋਲੋਂ ਮੰਗ ਕੇ ਵੇਖਦੇ ਆ, ਸ਼ਾਇਦ ਦੇ ਹੀ ਦੇਵੇ। ਸਹੀ ਕਿਹਾ ਭਰਾਵਾ, ਦੇਖਣ ਵਿੱਚ ਤਾਂ ਬੜੀ ਭੋਲੀ ਲੱਗ ਰਹੀ ਹੈ। ਇਹ ਸੋਚ ਕੇ ਦੋਵੇਂ ਭੂਤ ਪਿੰਕੀ ਨੂੰ ਕਹਿੰਦੇ ਨੇ, ਸੁਣ ਕੁੜੀਏ। ਉਹਨਾਂ ਨੂੰ ਵੇਖ ਕੇ ਪਿੰਕੀ ਡਰ ਜਾਂਦੀ ਹੈ ਅਤੇ ਕਹਿੰਦੀ ਹੈ, ਕੌਣ ਹੋ ਤੁਸੀਂ ਦੋਵੇਂ? ਅਸੀਂ ਭੂਤ ਹਾਂ। ਭੂਤ? ਡਰ ਨਾ, ਅਸੀਂ ਤੈਨੂੰ ਕੁਝ ਨਹੀਂ ਕਵਾਂਗੇ, ਸਾਨੂੰ ਤੇ ਬਸ ਇਹ ਲੱਡੂ ਚਾਹੀਦੇ ਨੇ। ਤੂੰ ਇਹ ਲੱਡੂ ਸਾਨੂੰ ਦੇ ਦੇ ਤਾਂ ਅਸੀਂ ਤੈਨੂੰ ਇੱਕ ਜਾਦੂਈ ਬਰਤਨ ਦਵਾਂਗੇ। ਜਾਦੂਈ ਬਰਤਨ? ਹਾਂ, ਉਸ ਬਰਤਨ ਕੋਲੋਂ ਤੂੰ ਜੋ ਵੀ ਖਾਣ ਦੀ ਚੀਜ਼ ਮੰਗਣਗੀ ਉਹ ਤੈਨੂੰ ਮਿਲ ਜਾਵੇਗੀ। ਠੀਕ ਹੈ, ਆ ਲੋ ਲੱਡੂ। ਪਿੰਕੀ ਸਾਰੇ ਲੱਡੂ ਉਹਨਾਂ ਭੂਤਾਂ ਨੂੰ ਦੇ ਦਿੰਦੀ ਹੈ। ਭੂਤ ਲੱਡੂ ਖਾਂਦੇ ਨੇ। ਲੱਡੂ ਤੇ ਬਹੁਤ ਹੀ ਸਵਾਦੀ ਹੈ। ਮੇਰੀ ਮੰਮੀ ਨੇ ਬਣਾਏ ਨੇ। ਭੂਤ ਲੱਡੂ ਖਾਂਦੇ ਨੇ ਅਤੇ ਪਿੰਕੀ ਨੂੰ ਵੀ ਕਟੋਰਾ ਦਿੰਦੇ ਨੇ। ਆ ਲੈ ਕੁੜੀਏ, ਆ ਇੱਕ ਜਾਦੂਈ ਕਟੋਰਾ ਹੈ। ਕੀ ਮੈਂ ਹੁਣੇ ਇਹਦੇ ਕੋਲੋਂ ਕੁਝ ਮੰਗ ਕੇ ਵੇਖਾਂ? ਹਾਂ ਬਿਲਕੁਲ, ਤੈਨੂੰ ਜੋ ਚਾਹੀਦਾ ਹੈ ਮੰਗ ਕੇ ਵੇਖ ਲੈ। ਪਿੰਕੀ ਕਟੋਰੇ ਨੂੰ ਆਪਣੇ ਹੱਥ ਵਿੱਚ ਲੈਂਦੀ ਹੈ ਅਤੇ ਕਹਿੰਦੀ ਹੈ, ਕਟੋਰੇ, ਮੈਨੂੰ ਰਬੜੀ ਚਾਹੀਦੀ ਆ। ਉਸ ਤੇ ਬੋਲਦੇ ਹੀ ਕਟੋਰਾ ਪੂਰਾ ਰਬੜੀ ਨਾਲ ਭਰ ਜਾਂਦਾ ਹੈ। ਪਿੰਕੀ ਖੁਸ਼ ਹੋ ਜਾਂਦੀ ਹੈ। ਓ ਵਾਹ, ਇਹ ਤਾਂ ਸੱਚੀ ਜਾਦੂ ਹੀ ਹੈ। ਹੁਣ ਮੈਂ ਆਪਣੀ ਮੰਮੀ ਨੂੰ ਵਿਖਾਵਾਂਗੀ। ਹਾਂ, ਅੱਜ ਤੋਂ ਇਹ ਕਟੋਰਾ ਤੇਰਾ ਹੋ ਗਿਆ ਹੈ। ਪਿੰਕੀ ਕਟੋਰੇ ਵਿੱਚ ਰਬੜੀ ਲੈ ਕੇ ਉੱਥੋਂ ਚਲੇ ਜਾਂਦੀ ਹੈ। ਦੋਵੇਂ ਭੂਤ ਆਪਸ ਵਿੱਚ ਗੱਲ ਕਰਦੇ ਨੇ। ਕੁੜੀ ਕਿੰਨੀ ਭੋਲੀ ਹੈ। ਹਾਂ, ਉਸਨੇ ਸਾਨੂੰ ਸਾਰੇ ਲੱਡੂ ਦੇ ਦਿੱਤੇ। ਇੱਧਰ ਪਿੰਕੀ ਰਾਸਤੇ ਵਿੱਚ ਇਸ ਗੱਲ ਤੋਂ ਖੁਸ਼ ਹੈ ਕਿ ਉਹ ਰੀਤੂ ਦੇ ਲਈ ਰਬੜੀ ਲੈ ਕੇ ਜਾ ਰਹੀ ਹੈ। ਰੀਤੂ ਨੂੰ ਪਹਿਲਾਂ ਮੈਂ ਰਬੜੀ ਖਵਾ ਦਾਂਗੀ, ਫਿਰ ਇਸ ਕਟੋਰੇ ਕੋਲੋਂ ਅਸੀਂ ਲੱਡੂ ਮੰਗ ਲਵਾਂਗੀਆਂ, ਫਿਰ ਅਸੀਂ ਦੋਵੇਂ ਲੱਡੂ ਖਾਵਾਂਗੀਆਂ। ਥੋੜੀ ਦੇਰ ਬਾਅਦ ਪਿੰਕੀ ਰੀਤੂ ਦੇ ਘਰ ਪਹੁੰਚਦੀ ਹੈ। ਰੀਤੂ ਕਹਿੰਦੀ ਹੈ,
ਵਾਹ ਪਿੰਕੀ, ਇਹ ਕੀ ਲੈ ਕੇ ਆਈ ਹੈ? ਰਬੜੀ ਲਿਆਈ ਆ, ਚਲੋ ਖਾਂਦੇ ਆ ਆਪਾਂ। ਵਾਹ ਵਾਹ, ਆਂਟੀ ਜੀ ਨੇ ਅੱਜ ਰਬੜੀ ਬਣਾਈ ਹੈ। ਨਹੀਂ, ਮੰਮੀ ਨੇ ਤਾਂ ਲੱਡੂ ਬਣਾਏ ਸੀ। ਇਹ ਰਬੜੀ ਤਾਂ ਇਸ ਕਟੋਰੇ ਨੇ ਦਿੱਤੀ ਹੈ। ਇਹ ਕੀ ਕਹਿੰਦੀ ਪਈ ਹੈ? ਭਲਾ ਕਟੋਰਾ ਵੀ ਕਦੀ ਰਬੜੀ ਦਿੰਦਾ ਹੈ? ਚੱਲ ਪਹਿਲਾਂ ਰਬੜੀ ਖਾਂਦੇ ਆ, ਫਿਰ ਦੱਸਦੀ ਆ। ਦੋਵੇਂ ਰਬੜੀ ਖਾਂਦੇ ਨੇ। ਉਸ ਤੋਂ ਬਾਅਦ ਰੀਤੂ ਕਹਿੰਦੀ ਹੈ, ਰਬੜੀ ਤਾਂ ਖਾ ਲਈ। ਹੁਣ ਜੋ ਤੂੰ ਕਹਿ ਰਹੀ ਸੀ ਕਿ ਇਸ ਕਟੋਰੇ ਨੇ ਰਬੜੀ ਦਿੱਤੀ, ਉਹ ਕਰਕੇ ਵਿਖਾ। ਹਾਂ ਹਾਂ, ਵੇਖ, ਹੁਣ ਮੈਂ ਲੱਡੂ ਮੰਗਦੀ ਆ। ਫਿਰ ਪਿੰਕੀ ਕਟੋਰੇ ਨੂੰ ਹੱਥ ਵਿੱਚ ਫੜ ਕੇ ਕਹਿੰਦੀ ਹੈ। ਜਾਦੂਈ ਕਟੋਰੇ, ਛੇਤੀ ਛੇਤੀ ਲੱਡੂ ਦੇ ਦੇ। ਪਿੰਕੀ ਦਾ ਇੰਨਾ ਕਹਿੰਦੇ ਹੀ ਕਟੋਰੇ ਵਿੱਚ ਲੱਡੂ ਆ ਜਾਂਦੇ ਨੇ। ਰੀਤੂ ਵੇਖਦੀ ਹੀ ਰਹਿ ਜਾਂਦੀ ਹੈ ਅਤੇ ਮਨ ਹੀ ਮਨ ਸੋਚਦੀ ਹੈ, ਵਾਹ, ਇਹ ਕਟੋਰਾ ਤਾਂ ਕਮਾਲ ਦਾ ਹੈ। ਜੇ ਇਹ ਕਟੋਰਾ ਮੈਨੂੰ ਮਿਲ ਜਾਵੇ ਤੇ ਮਜ਼ਾ ਆ ਜਾਵੇਗਾ। ਦੋਵੇਂ ਲੱਡੂ ਖਾਂਦੇ ਨੇ ਅਤੇ ਖਾਣ ਤੋਂ ਬਾਅਦ ਰੀਤੂ ਪਿੰਕੀ ਨੂੰ ਕਹਿੰਦੀ ਹੈ, ਚੱਲ ਪਿੰਕੀ, ਥੋੜੀ ਦੇਰ ਆਰਾਮ ਕਰਦੇ ਆ, ਅਜੇ ਬੜੀ ਧੁੱਪ ਹੈ, ਸ਼ਾਮ ਨੂੰ ਜਾਵੀਂ। ਨਹੀਂ, ਮੰਮੀ ਮੈਨੂੰ ਗੁੱਸਾ ਕਰੂਗੀ। ਕੁਛ ਨਹੀਂ ਹੋਵੇਗਾ ਪਿੰਕੀ, ਧੁੱਪ ਵਿੱਚ ਤਬੀਅਤ ਖਰਾਬ ਹੋ ਜਾਵੇਗੀ। ਪਿੰਕੀ ਆਰਾਮ ਨਾਲ ਸੋ ਜਾਂਦੀ ਹੈ। ਉਸ ਦੇ ਸੌਂਦੇ ਹੀ ਰੀਤੂ ਉੱਠ ਜਾਂਦੀ ਹੈ ਅਤੇ ਕਟੋਰੇ ਨੂੰ ਬਦਲ ਦਿੰਦੀ ਹੈ। ਕੁਝ ਹੀ ਦੇਰ ਬਾਅਦ ਪਿੰਕੀ ਨਿੰਦਰ ਤੋਂ ਉੱਠਦੀ ਹੈ। ਠੀਕ ਹੈ ਰੀਤੂ, ਹੁਣ ਮੈਂ ਜਾਂਦੀ ਆ। ਮੈਨੂੰ ਬਹੁਤ ਦੇਰ ਹੋ ਗਈ, ਮੰਮੀ ਕਦੋਂ ਦੀ ਮੇਰੀ ਉਡੀਕ ਕਰਦੀ ਹੋਵੇਗੀ। ਪਿੰਕੀ ਕਟੋਰਾ ਲੈਂਦੀ ਹੈ ਅਤੇ ਆਪਣੇ ਘਰ ਵੱਲ ਤੁਰ ਪੈਂਦੀ ਹੈ। ਰੀਤੂ ਮਨ ਹੀ ਮਨ ਕਹਿੰਦੀ ਹੈ, ਜਾਦੂਈ ਕਟੋਰਾ ਤਾਂ ਮੇਰੇ ਕੋਲ ਹੈ, ਹੁਣ ਮੈਂ ਇਸ ਕੋਲੋਂ ਕੁਝ ਵੀ ਮੰਗ ਸਕਦੀ ਹਾਂ। ਇੱਧਰ ਪਿੰਕੀ ਕਟੋਰਾ ਲੈ ਕੇ ਘਰ ਆ ਜਾਂਦੀ ਹੈ। ਆਉਂਦੇ ਹੀ ਆਪਣੀ ਮੰਮੀ ਨੂੰ ਕਹਿੰਦੀ ਹੈ, ਮੰਮੀ ਵੇਖੋ ਮੈਨੂੰ ਕੀ ਮਿਲਿਆ, ਇੱਕ ਜਾਦੂਈ ਕਟੋਰਾ। ਕੀ ਜਾਦੂਈ ਕਟੋਰਾ? ਹਾਂ ਮੰਮੀ, ਇਹ ਵੇਖੋ। ਫਿਰ ਪਿੰਕੀ ਕਟੋਰੇ ਨੂੰ ਕਹਿੰਦੀ ਹੈ, ਜਾਦੂਈ ਕਟੋਰੇ, ਮੰਮੀ ਦੇ ਲਈ ਗਰਮਾ ਗਰਮ ਰਬੜੀ ਦੇ ਦੇ। ਕਟੋਰੇ ਵਿੱਚ ਕੁਝ ਨਹੀਂ ਆਉਂਦਾ। ਇਹ ਕੀ, ਲੱਗਦਾ ਹੈ ਕੁਝ ਹੋਰ ਬੋਲਣਾ ਪਏਗਾ। ਪਿੰਕੀ ਦੁਬਾਰਾ ਕਟੋਰੇ ਨੂੰ ਕਹਿੰਦੀ ਹੈ, ਜਾਦੂਈ ਕਟੋਰੇ, ਮੈਨੂੰ ਰਬੜੀ ਚਾਹੀਦੀ ਆ। ਪਰ ਇਸ ਵਾਰ ਵੀ ਕਟੋਰਾ ਖਾਲੀ ਰਹਿੰਦਾ ਹੈ। ਓਹੋ ਬੇਟਾ, ਕੀ ਕਰਦੀ ਪਈ ਹੈ? ਭਲਾ ਕਟੋਰੇ ਨੇ ਕਦੀ ਰਬੜੀ ਦਿੱਤੀ ਹੈ? ਨਹੀਂ ਮੰਮੀ, ਮੈਂ ਸੱਚ ਕਹਿ ਰਹੀ ਆ, ਇਹ ਜਾਦੂਈ ਕਟੋਰਾ ਹੈ। ਮੈਂ ਇਹਦੇ ਤੋਂ ਰਬੜੀ ਤੇ ਲੱਡੂ ਮੰਗੇ ਸੀ। ਅੱਛਾ ਬਸ ਬਸ, ਮੈਂ ਸਮਝ ਗਈ। ਲੱਗਦਾ ਹੈ ਉਹਨਾਂ ਭੂਤਾਂ ਨੇ ਮੈਨੂੰ ਬੇਵਕੂਫ ਬਣਾਇਆ। ਮੇਰੇ ਲੱਡੂ ਵੀ ਖਾ ਗਏ ਤੇ ਮੈਨੂੰ ਉੱਲੂ ਵੀ ਬਣਾ ਗਏ। ਹੁਣ ਮੈਂ ਉਹਨਾਂ ਨੂੰ ਨਹੀਂ ਛੱਡੂੰਗੀ। ਅਗਲੇ ਦਿਨ ਸਵੇਰੇ ਪਿੰਕੀ ਫਿਰ ਉਸ ਦਰਖਤ ਦੇ ਕੋਲ ਜਾਂਦੀ ਹੈ ਜਿੱਥੇ ਉਸ ਨੂੰ ਉਹ ਭੂਤ ਮਿਲੇ ਸੀ। ਪਿੰਕੀ ਨੂੰ ਵੇਖ ਕੇ ਦੋਵੇਂ ਭੂਤ ਦਰਖਤ ਤੋਂ ਬਾਹਰ ਆ ਜਾਂਦੇ ਨੇ ਅਤੇ ਕਹਿੰਦੇ ਨੇ, ਆ ਗਈ ਕੁੜੀਏ, ਹੁਣ ਇਹ ਦੱਸ ਕਟੋਰੇ ਦਾ ਜਾਦੂ ਕਿੱਦਾਂ ਚੱਲ ਰਿਹਾ ਹੈ? ਕਿਹੜਾ ਜਾਦੂ? ਤੁਸੀਂ ਲੋਕਾਂ ਨੇ ਮੇਰੇ ਲੱਡੂ ਖਾਦੇ ਤੇ ਇੱਕ ਬੇਕਾਰ ਜਿਹਾ ਕਟੋਰਾ ਦੇਤਾ। ਚਲੋ ਮੇਰੇ ਲੱਡੂ ਵਾਪਸ ਕਰੋ। ਇਹ ਕੀ ਕਹਿ ਰਹੀ ਹੈ ਕੁੜੀਏ? ਹੁਣ ਭਲਾ ਖੜਦੇ ਹੋਏ ਉਹ ਲੱਡੂ ਕਿਸ ਤਰ੍ਹਾਂ ਵਾਪਸ ਕਰੀਏ? ਮੈਨੂੰ ਨਹੀਂ ਪਤਾ, ਤੁਸੀਂ ਬਸ ਮੇਰੇ ਲੱਡੂ ਵਾਪਸ ਕਰੋ, ਨਹੀਂ ਤਾਂ ਮੈਂ ਤੁਹਾਨੂੰ ਦੋਨਾਂ ਨੂੰ ਖਾ ਜਾਵਾਂਗੀ। ਦੋਵੇਂ ਭੂਤ ਡਰ ਜਾਂਦੇ ਨੇ ਅਤੇ ਪਿੰਕੀ ਨੂੰ ਕਹਿੰਦੇ ਨੇ, ਨਾ ਪੁੱਤ, ਸਾਨੂੰ ਨਾ ਖਾਵੀਂ, ਅਸੀਂ ਲੱਡੂ ਵਾਪਸ ਕਰ ਦਿਆਂਗੇ। ਪਰ ਪਹਿਲਾਂ ਇਹ ਦੱਸ ਕਿ ਤੂੰ ਕਟੋਰਾ ਇੱਥੋਂ ਲੈ ਕੇ ਕਿੱਥੇ ਗਈ ਸੀ? ਮੈਂ ਕਟੋਰਾ ਲੈ ਕੇ ਆਪਣੀ ਸਹੇਲੀ ਰਿਤੂ ਦੇ ਘਰ ਗਈ ਸੀ। ਉਹਦੇ ਘਰ ਥੋੜੀ ਦੇਰ ਆਰਾਮ ਕਰਨ ਤੋਂ ਬਾਅਦ ਵਾਪਸ ਘਰ ਆ ਗਈ। ਹੁਣ ਸਮਝ ਚ ਆਇਆ, ਤੇਰੀ ਸਹੇਲੀ ਨੇ ਤੇਰਾ ਕਟੋਰਾ ਚੋਰੀ ਕੀਤਾ ਹੈ। ਕੀ? ਇਹ ਨਹੀਂ ਹੋ ਸਕਦਾ, ਤੁਸੀਂ ਮੈਨੂੰ ਫੇਰ ਉੱਲੂ ਬਣਾ ਰਹੇ ਹੋ। ਇਹੀ ਸੱਚ ਹੈ ਪੁੱਤ, ਅਸੀਂ ਝੂਠ ਨਹੀਂ ਬੋਲ ਰਹੇ। ਪਰ ਮੈਨੂੰ ਆਪਣੀ ਸਹੇਲੀ ਤੇ ਭਰੋਸਾ ਹੈ, ਰਿਤੂ ਏਦਾਂ ਨਹੀਂ ਕਰ ਸਕਦੀ। ਤਾਂ ਠੀਕ ਹੈ, ਮੈਂ ਤੈਨੂੰ ਇਹ ਡੰਡਾ ਦੇਣਾ। ਇਸ ਨੂੰ ਆਪਣੀ ਸਹੇਲੀ ਦੇ ਘਰ ਲੈ ਜਾ ਅਤੇ ਉਹਨੂੰ ਸਿਰਫ ਇੰਨਾ ਕਹੀਂ, ਜਾ ਡੰਡੇ ਆਪਣਾ ਕਮਾਲ ਵਿਖਾ, ਫਿਰ ਵੇਖੀ ਤੈਨੂੰ ਉਹ ਜਾਦੂਈ ਕਟੋਰਾ ਵਾਪਸ ਮਿਲ ਜਾਊਗਾ। ਪਿੰਕੀ ਡੰਡਾ ਲੈ ਕੇ ਰਿਤੂ ਦੇ ਘਰ ਆਉਂਦੀ ਹੈ ਅਤੇ ਬਾਹਰੋਂ ਆਵਾਜ਼ ਲਗਾਉਂਦੀ ਹੈ, ਰਿਤੂ, ਗੱਲ ਸੁਣ ਰਿਤੂ, ਬਾਹਰ ਆ। ਰਿਤੂ ਬਾਹਰ ਆਉਂਦੀ ਹੈ ਅਤੇ ਪਿੰਕੀ ਨੂੰ ਕਹਿੰਦੀ ਹੈ, ਕੀ ਹੋਇਆ? ਮੈਨੂੰ ਪਤਾ ਹੈ ਤੂੰ ਮੇਰਾ ਜਾਦੂਈ ਕਟੋਰਾ ਚੋਰੀ ਕੀਤਾ ਹੈ। ਚੱਲ ਹੁਣ ਮੇਰਾ ਕਟੋਰਾ ਵਾਪਸ ਕਰ। ਨਹੀਂ ਨਹੀਂ ਪਿੰਕੀ, ਮੈਂ ਤੇਰਾ ਕਟੋਰਾ ਚੋਰੀ ਨਹੀਂ ਕੀਤਾ। ਠੀਕ ਹੈ, ਹੁਣੇ ਪਤਾ ਚੱਲ ਜਾਏਗਾ। ਇਹ ਕਹਿ ਕਰ ਪਿੰਕੀ ਉਸ ਡੰਡੇ ਨੂੰ ਕਹਿੰਦੀ ਹੈ, ਡੰਡੇ, ਜਾ ਤੇ ਆਪਣਾ ਕਮਾਲ ਦਿਖਾ। ਇੰਨਾ ਕਹਿ ਕੇ ਉਹ ਡੰਡਾ ਰਿਤੂ ਨੂੰ ਆਪਣਾ ਕਮਾਲ ਦਿਖਾਉਂਦਾ ਹੈ। ਰਿਤੂ ਇੱਧਰ ਉੱਧਰ ਨੱਚਦੀ ਹੈ ਔਰ ਕਹਿੰਦੀ ਹੈ, ਪਰ ਡੰਡਾ ਉਹਨੂੰ ਮਾਰ ਰਿਹਾ ਹੁੰਦਾ ਵੇ। ਮੈਨੂੰ ਬਚਾਓ, ਕੋਈ ਮੈਨੂੰ ਬਚਾਓ। ਪਿੰਕੀ, ਮੈਨੂੰ ਮਾਫ ਕਰ ਦੇ। ਪਿੰਕੀ, ਮੈਨੂੰ ਮਾਫ ਕਰ ਦੇ, ਮੈਂ ਹੁਣੇ ਤੇਰਾ ਕਟੋਰਾ ਵਾਪਸ ਦਿੰਦੀ ਆ। ਡੰਡੇ, ਰੁਕ ਜਾ। ਡੰਡਾ ਰੁਕ ਜਾਂਦਾ ਹੈ। ਰਿਤੂ ਕਟੋਰਾ ਪਿੰਕੀ ਨੂੰ ਵਾਪਸ ਕਰ ਦਿੰਦੀ ਹੈ। ਪਿੰਕੀ ਖੁਸ਼ੀ-ਖੁਸ਼ੀ ਆਪਣੇ ਘਰ ਤੁਰ ਜਾਂਦੀ ਹੈ। ਫਿਰ ਮੰਮੀ ਨੂੰ ਕਹਿੰਦੀ ਹੈ, ਮੰਮੀ, ਮੈਂ ਕਿਹਾ ਸੀ ਨਾ ਇਹ ਜਾਦੂਈ ਕਟੋਰਾ ਹੈ। ਪਿੰਕੀ ਪੁੱਤਰ, ਤੂੰ ਫੇਰ ਉਹੀ ਗੱਲ ਸ਼ੁਰੂ ਕਰ ਦਿੱਤੀ। ਠਹਿਰੋ ਮੰਮੀ, ਤੁਸੀਂ ਵੇਖਦੇ ਰਹੋ ਬਸ। ਫਿਰ ਪਿੰਕੀ ਕਟੋਰੇ ਵਿੱਚੋਂ ਰਬੜੀ ਨਿਕਾਲ ਕਰ ਦਿਖਾਉਂਦੀ ਹੈ। ਇਹ ਦੇਖ ਕਰ ਮੰਮੀ ਕਹਿੰਦੀ ਹੈ, ਵੇਖਿਆ ਨਾ ਮੰਮੀ, ਹੈ ਨਾ ਇਹ ਜਾਦੂਈ। ਹਾਂ ਪੁੱਤਰ,
ਇਹ ਤੇ ਸੱਚੀ ਜਾਦੂ ਹੀ ਹੈ, ਪਰ ਤੈਨੂੰ ਮਿਲਿਆ ਕਿੱਥੋਂ? ਫਿਰ ਪਿੰਕੀ ਮੰਮੀ ਨੂੰ ਸਾਰੀ ਗੱਲ ਦੱਸ ਦਿੰਦੀ ਹੈ ਕਿ ਕਿਵੇਂ ਉਹਨਾਂ ਭੂਤਾਂ ਨੇ ਉਸ ਨੂੰ ਇਹ ਜਾਦੂਈ ਬਰਤਨ ਦਿੱਤਾ ਸੀ। ਜਾਦੂਈ ਕਟੋਰਾ ਪਾ ਕੇ ਪਿੰਕੀ ਅਤੇ ਉਸ ਦੀ ਮਾਂ ਬਹੁਤ ਖੁਸ਼ ਹੁੰਦੇ ਨੇ। ਪਿੰਡ ਵਿੱਚ ਗੋਪਾਲ ਨਾਮ ਦਾ ਇੱਕ ਗਵਾਲਾ ਰਹਿੰਦਾ ਸੀ। ਉਹ ਬਿਨਾਂ ਮਿਲਾਵਟ ਦਾ ਦੁੱਧ ਵੇਚਦਾ ਸੀ, ਇਸ ਲਈ ਸਾਰੇ ਪਿੰਡ ਵਾਲੇ ਉਸੇ ਕੋਲੋਂ ਦੁੱਧ ਲੈਂਦੇ ਸੀ। ਉਸੇ ਪਿੰਡ ਵਿੱਚ ਇੱਕ ਹੋਰ ਗਵਾਲਾ ਰਹਿੰਦਾ ਸੀ, ਕਿਸ਼ੋਰ। ਉਹ ਗੋਪਾਲ ਕੋਲੋਂ ਬੜਾ ਹੀ ਸੜਦਾ ਸੀ। ਉਹ ਗੋਪਾਲ ਨੂੰ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕਰਦਾ ਰਹਿੰਦਾ ਸੀ, ਪਰ ਗੋਪਾਲ ਹੱਸਦਾ ਹੀ ਰਹਿੰਦਾ ਸੀ। ਗੋਪਾਲ ਭਾਜੀ 1 ਲੀਟਰ ਦੁੱਧ ਦਈਓ ਜ਼ਰਾ। ਆ ਲਓ ਦੀਦੀ। ਕਿਸ਼ੋਰ ਇਹ ਸਭ ਕੁਝ ਵੇਖਦਾ ਰਹਿੰਦਾ ਹੈ। ਉਹਦੇ ਕੋਲ ਕੋਈ ਵੀ ਦੁੱਧ ਲੈਣ ਨਹੀਂ ਜਾਂਦਾ, ਪਰ ਗੋਪਾਲ ਦੇ ਕੋਲ ਗਾਹਕਾਂ ਦੀ ਲਾਈਨ ਲੱਗੀ ਰਹਿੰਦੀ ਹੈ। ਇਹ ਵੇਖ ਕੇ ਕਿਸ਼ੋਰ ਇੱਕ ਦਿਨ ਕਹਿੰਦਾ ਹੈ, ਹਾਏ ਰੱਬਾ, ਇਹ ਕੀ ਇਹਦੇ ਕੋਲ ਤਾਂ ਕਾਕਾ ਦੀ ਭੀੜ ਲੱਗੀ ਰਹਿੰਦੀ ਹੈ ਤੇ ਮੇਰੇ ਕੋਲ ਕੋਈ ਦੁੱਧ ਲੈਣ ਵੀ ਨਹੀਂ ਆਉਂਦਾ। ਕੀ ਕਰਾਂ? ਗੋਪਾਲ ਦੇ ਨੇੜੇ ਜਾ ਕੇ ਬਹਿਨਾ। ਇਹ ਕਹਿ ਕੇ ਗੋਪਾਲ ਦੇ ਕੋਲ ਆਪਣਾ ਦੁੱਧ ਦਾ ਡੱਬਾ ਲੈ ਕੇ ਬੈਠ ਜਾਂਦਾ ਹੈ। ਉਹ ਕੀ ਹੋਇਆ ਕਿਸ਼ੋਰ ਭਾਜੀ, ਤੁਸੀਂ ਉੱਥੋਂ ਇੱਥੇ ਕਿਵੇਂ ਆ ਗਏ? ਓ ਯਾਰ, ਉਧਰ ਕੋਈ ਆਉਂਦਾ ਹੀ ਨਹੀਂ ਹੈ ਤੇ ਤੇਰੇ ਕੋਲ ਤਾਂ ਲੋਕੀ ਦੁੱਧ ਲੈਣ ਦੇ ਲਈ ਖੜੇ ਰਹਿੰਦੇ ਨੇ ਤੇ ਮੈਂ ਸੋਚਿਆ ਮੈਂ ਵੀ ਇੱਥੇ ਆ ਕੇ ਬਹਿ ਜਾਂਦਾ। ਐਦਾਂ ਦੀ ਕੋਈ ਗੱਲ ਨਹੀਂ ਭਰਾਵਾ, ਮੈਂ ਲੋਕਾਂ ਨੂੰ ਸ਼ੁੱਧ ਦੁੱਧ ਵੇਚਦਾ, ਇਸ ਲਈ ਉਹ ਮੇਰੇ ਤੋਂ ਲੈਂਦੇ ਨੇ। ਜੇ ਤੂੰ ਵੀ ਸ਼ੁੱਧ ਦੁੱਧ ਵੇਚੇਂਗਾ ਤਾਂ ਲੋਕ ਤੇਰੇ ਕੋਲ ਆਉਣਗੇ। ਗੋਪਾਲ ਕੋਲੋਂ ਦੁੱਧ ਲੈਣ ਵਾਲਿਆਂ ਦੀ ਲਾਈਨ ਖਤਮ ਹੀ ਨਹੀਂ ਹੁੰਦੀ। ਉਹ ਇੱਕ ਤੋਂ ਬਾਅਦ ਇੱਕ ਲਗਾਤਾਰ ਦੁੱਧ ਵੇਚਦਾ ਰਹਿੰਦਾ ਹੈ। ਵੇਖੋ ਕਿਸ਼ੋਰ ਵੀਰ, ਮੈਂ ਲੋਕਾਂ ਨੂੰ ਹਮੇਸ਼ਾ ਸਹੀ ਦੁੱਧ ਹੀ ਵੇਚਦਾ। ਹਾਂ, ਇਹਦੇ ਨਾਲ ਮੈਨੂੰ ਲਾਭ ਘੱਟ ਹੁੰਦਾ ਹੈ, ਪਰ ਮੈਂ ਮਿਲਾਵਟ ਵਾਲਾ ਦੁੱਧ ਨਹੀਂ ਵੇਚਦਾ। ਗੋਪਾਲ ਦੀਆਂ ਗੱਲਾਂ ਸੁਣ ਕੇ ਕਿਸ਼ੋਰ ਮਨੀ ਮਨ ਕਹਿੰਦਾ ਹੈ, ਆਇਆ ਵੱਡਾ ਮੈਨੂੰ ਨਸੀਹਤ ਦੇਣ ਵਾਲਾ, ਤੈਨੂੰ ਤੇ ਮੈਂ ਮਦਦ ਸਿਖਾਵਾਂਗਾ। ਕਿਸ਼ੋਰ ਭਰਾ, ਤੂੰ ਇੱਥੇ ਆਪਦਾ ਦੁੱਧ ਵੇਚ, ਮੈਂ ਤੇਰੀ ਜਗ੍ਹਾ ਤੇ ਜਾ ਕੇ ਵੇਚਦਾ, ਠੀਕ ਹੈ? ਜਿਵੇਂ ਤੇਰੀ ਮਰਜ਼ੀ ਵੀਰਾ। ਫਿਰ ਨਾ ਕਹੀਂ ਕਿਸ਼ੋਰ ਮੇਰੇ ਗਾਹ ਖੋ ਕੇ ਲੈ ਗਿਆ। ਨਹੀਂ ਭਰਾ ਨਹੀਂ, ਕੋਈ ਕਿਸੇ ਦਾ ਨਸੀਬ ਨਹੀਂ ਖੋ ਸਕਦਾ। ਤੂੰ ਫਿਕਰ ਨਾ ਕਰ, ਮੈਂ ਇਦਾਂ ਕਦੀ ਨਹੀਂ ਬੋਲੂੰਗਾ। ਇਹ ਕਹਿ ਕੇ ਕਿਸ਼ੋਰ ਦੀ ਜਗ੍ਹਾ ਤੇ ਚਲਾ ਜਾਂਦਾ ਹੈ ਤਾਂ ਕਿਸ਼ੋਰ ਗੋਪਾਲ ਦੀ ਜਗ੍ਹਾ ਜਾ ਕੇ ਬੈਠ ਜਾਂਦਾ ਹੈ। ਉਦੋਂ ਹੀ ਕਿਸ਼ੋਰ ਦੇ ਕੋਲ ਇੱਕ ਗਾਹਕ ਆਂਦਾ ਹੈ। ਕਿੰਨਾ ਦੁੱਧ ਚਾਹੀਦਾ ਬਾਜੀ? ਹਾਂ, ਤੂੰ ਕੌਣ ਹੈ? ਗੋਪਾਲ ਭਾਜੀ ਕਿੱਥੇ ਨੇ? ਰੋਜ਼ ਤਾਂ ਇੱਥੇ ਹੀ ਬੈਠਦੇ ਨੇ। ਕਿਸ਼ੋਰ ਇਸ਼ਾਰੇ ਨਾਲ ਉਹਨੂੰ ਦੱਸਦਾ ਹੈ ਕਿ ਗੋਪਾਲ ਉੱਧਰ ਬੈਠਾ ਹੈ। ਗ੍ਰਾਹਕ ਗੋਪਾਲ ਦੇ ਕੋਲ ਚਲੇ ਜਾਂਦਾ ਹੈ। ਕਿਸ਼ੋਰ ਇਹ ਸਭ ਵੇਖਦਾ ਹੀ ਰਹਿੰਦਾ ਹੈ। ਦੂਸਰੇ ਦਿਨ ਸਵੇਰੇ ਸਵੇਰੇ ਕਿਸ਼ੋਰ ਗੋਪਾਲ ਦੇ ਘਰ ਜਾਂਦਾ ਹੈ। ਉਹ ਵੇਖਦਾ ਹੈ ਕਿ ਗੋਪਾਲ ਗਾਂ ਦਾ ਦੁੱਧ ਛੋ ਰਿਹਾ ਹੈ। ਉਹ ਚੋਰੀ ਘਰ ਦੇ ਅੰਦਰ ਜਾਂਦਾ ਹੈ, ਜਿੱਥੇ ਗੋਪਾਲ ਨੇ ਆਪਣਾ ਦੁੱਧ ਦਾ ਡੱਬਾ ਰੱਖਿਆ ਹੁੰਦਾ ਹੈ। ਕਿਸ਼ੋਰ ਆਪਣੀ ਜੇਬ ਵਿੱਚੋਂ ਇੱਕ ਮਰੀ ਹੋਈ ਛਿਪਕਲੀ ਕੱਢ ਕੇ ਦੁੱਧ ਦੇ ਡੱਬੇ ਵਿੱਚ ਸੁੱਟ ਦਿੰਦਾ ਹੈ ਤੇ ਕਹਿੰਦਾ ਹੈ, ਹੁਣ ਆਊਗਾ ਮਜ਼ਾ, ਬੜਾ ਦੁੱਧ ਵੇਚਦਾ ਪਿਆ ਸੀ ਅੱਜ ਕੱਲ। ਡਿੱਬੇ ਵਿੱਚ ਛਿਪਕਲੀ ਸੁੱਟ ਕੇ ਕਿਸ਼ੋਰ ਉੱਥੋਂ ਭੱਜ ਜਾਂਦਾ ਹੈ। ਥੋੜੀ ਦੇਰ ਬਾਅਦ ਦੋਵੇਂ ਗਵਾਲੇ ਦੁੱਧ ਵੇਚਣ ਦੇ ਲਈ ਆਪਣੀ ਜਗ੍ਹਾ ਤੇ ਜਾ ਕੇ ਬੈਠ ਜਾਂਦੇ ਨੇ। 1 ਲੀਟਰ ਦੁੱਧ ਦਈਓ ਭਾਜੀ। ਗੋਪਾਲ ਉਸ ਨੂੰ ਦੁੱਧ ਦਿੰਦਾ ਹੈ, ਪਰ ਉਸੇ ਵੇਲੇ ਛਿਪਕਲੀ ਉਸ ਵਿੱਚ ਆ ਜਾਂਦੀ ਹੈ। ਉਹ ਆ ਕੀ? ਇਹਦੇ 'ਚ ਤਾਂ ਛਿਪਕਲੀ ਹੈ, ਮੈਨੂੰ ਨਹੀਂ ਚਾਹੀਦਾ ਇਹ ਦੁੱਧ। ਹੁਣ ਮੈਂ ਤੇਰੇ ਤੋਂ ਦੁਬਾਰਾ ਕਦੇ ਦੁੱਧ ਨਹੀਂ ਲਵਾਂਗੀ। ਇਹ ਕਹਿ ਕੇ ਉਹ ਕਿਸ਼ੋਰ ਦੇ ਵੱਲ ਚਲੀ ਜਾਂਦੀ ਹੈ। ਸਾਰੇ ਗਾਹਕ ਕਿਸ਼ੋਰ ਦੇ ਕੋਲ ਹੀ ਚਲੇ ਜਾਂਦੇ ਨੇ। ਆਓ ਜੀ ਆਓ, ਮੇਰੇ ਕੋਲ ਆਓ, ਸ਼ੁੱਧ ਦੁੱਧ ਖਰੀਦੋ ਬਿਨਾਂ ਛਿਪਕਲੀ ਵਾਲਾ। ਗੋਪਾਲ ਵਿਚਾਰਾ ਸਾਰੇ ਗ੍ਰਾਹਕਾਂ ਨੂੰ ਕਿਸ਼ੋਰ ਦੇ ਕੋਲ ਜਾਂਦੇ ਹੋਏ ਵੇਖਦਾ ਹੀ ਰਹਿ ਜਾਂਦਾ ਹੈ। ਦੂਜੇ ਦਿਨ ਦੁਬਾਰਾ ਕਿਸ਼ੋਰ ਗੋਪਾਲ ਦੇ ਘਰ ਜਾ ਕੇ ਉਹਦੇ ਦੁੱਧ ਦੇ ਡੱਬੇ ਵਿੱਚ ਮਰਿਆ ਹੋਇਆ ਚੂਹਾ ਸੁਟਾਉਂਦਾ ਹੈ। ਫਿਰ ਦੋਵੇਂ ਬਾਜ਼ਾਰ ਵਿੱਚ ਦੁੱਧ ਵੇਚਣ ਲਈ ਆਉਂਦੇ ਨੇ। ਰਘੂ ਗੋਪਾਲ ਨੂੰ ਕਹਿੰਦਾ ਹੈ, ਆਧਾ ਲੀਟਰ ਦੁੱਧ ਦੇ ਦੋ ਗੋਪਾਲ ਵੀਰੇ, ਪਰ ਵੇਖੀ ਕਿਤੇ ਅੱਜ ਵੀ ਕੋਈ ਗੜਬੜ ਨਾ ਹੋ ਜਾਵੇ। ਨਹੀਂ ਭਾਜੀ, ਕੱਲ ਪਤਾ ਨਹੀਂ ਕਿਵੇਂ ਛਿਪਕਲੀ ਡਿੱਗ ਪਈ। ਇਹ ਕਹਿ ਕੇ ਉਹ ਰਘੂ ਨੂੰ ਦੁੱਧ ਦਿੰਦਾ ਹੈ, ਪਰ ਉਸ ਵਿੱਚ ਮਰਿਆ ਹੋਇਆ ਚੂਹਾ ਹੁੰਦਾ ਹੈ। ਹੈ ਇਹ ਕੀ? ਉਹ ਦਿਸਦਾ ਨਹੀਂ ਪਿਆ, ਦੁੱਧ ਵਿੱਚ ਚੂਹਾ ਹੈ। ਮੈਨੂੰ ਨਹੀਂ ਪਤਾ ਭਾਜੀ, ਇਹ ਕਿੱਥੋਂ ਆ ਗਿਆ? ਉਹ ਤੈਨੂੰ ਨਹੀਂ ਪਤਾ ਹੋਊਗਾ ਤਾਂ ਕਿਹਨੂੰ ਪਤਾ ਹੋਊਗਾ? ਕੱਲ ਛਿਪਕਲੀ ਤੇ ਅੱਜ ਚੂਹਾ। ਤੂੰ ਪਿੰਡ ਵਾਲਿਆਂ ਨੂੰ ਮਾਰਨਾ ਚਾਹੁੰਦਾ ਹੈ? ਚੱਲ ਨਿਕਲ ਇੱਥੋਂ, ਹੁਣ ਕਿਸੇ ਨੂੰ ਤੇਰੇ ਕੋਲੋਂ ਦੁੱਧ ਨਹੀਂ ਖਰੀਦਣਾ। ਗੋਪਾਲ ਦੇ ਸਾਰੇ ਗਾਹਕ ਕਿਸ਼ੋਰ ਦੇ ਕੋਲ ਚਲੇ ਜਾਂਦੇ ਨੇ। ਸਾਰੇ ਹੀ ਗੋਪਾਲ ਨੂੰ ਠੱਗ ਤੇ ਬੇਈਮਾਨ ਕਹਿੰਦੇ ਨੇ। ਇਹ ਕਿਸ਼ੋਰ ਦਾ ਹੀ ਕੰਮ ਹੈ, ਪਰ ਮੈਂ ਕੀ ਕਰਾਂ? ਕਿਸੇ ਨੇ ਮੇਰਾ ਯਕੀਨ ਨਹੀਂ ਕਰਨਾ, ਪਰ ਇੱਕ ਨਾ ਇੱਕ ਦਿਨ ਮੇਰੀ ਸੱਚਾਈ ਸਾਰਿਆਂ ਦੇ ਸਾਹਮਣੇ ਜ਼ਰੂਰ ਆਊਗੀ। ਕਿਸ਼ੋਰ ਦੁੱਧ ਦੇ ਵਿੱਚ ਪਾਣੀ ਮਿਲਾ ਕੇ ਲੋਕਾਂ ਨੂੰ ਠੱਗਣ ਲੱਗ ਪਿਆ। ਉਹ ਆਪਣੀ ਪਤਨੀ ਸੁਨੀਤਾ ਨੂੰ ਕਹਿੰਦਾ ਹੈ, ਉਹ ਗੱਲ ਸੁਣ ਭਗਵਾਨੇ, ਦੁੱਧ ਵਿੱਚ 2 ਬਾਲਟੀ ਪਾਣੀ ਮਿਲਾ ਦੇ, ਮੈਂ ਵੇਚਣ ਜਾਣਾ। ਜੇ ਦੁੱਧ ਵਿਕ ਗਿਆ ਤੇਰੇ ਕੋਲ ਹੋਰ ਪਾਣੀ ਮਿਲਾਵਾਂਗਾ। ਜੇ ਪਾਣੀ ਮਿਲਾਉਣ ਦੇ ਚੱਕਰ ਵਿੱਚ ਤੁਸੀਂ ਫੜੇ ਗਏ ਫੇਰ ਕੀ ਕਰਾਂਗੇ? ਉਹ ਸੋਹਣਿਓ, ਤੁਸੀਂ ਮੈਨੂੰ ਬੇਵਕੂਫ ਸਮਝਦੇ ਹੋ। ਮੈਂ ਮਿਲਾਵਟ ਹੀ ਐਸੀ ਕਰਾਂਗਾ ਕਿ ਕਿਸੇ ਨੂੰ ਪਤਾ ਹੀ ਨਹੀਂ ਚੱਲੂਗਾ। ਚੰਗਾ ਜੀ, ਮੈਂ ਹੁਣੇ ਪਾਣੀ ਮਿਲਾ ਦਿੰਨੀ ਆ। ਹਾਂ ਛੇਤੀ ਕਰ। ਸੁਨੀਤਾ ਨੇ ਦੁੱਧ ਵਿੱਚ ਪਾਣੀ ਮਿਲਾ ਦਿੱਤਾ। ਕਿਸ਼ੋਰ ਦੁੱਧ ਵੇਚਣ ਲਈ ਚਲਾ ਜਾਂਦਾ ਹੈ।
ਰਾਸਤੇ ਵਿੱਚ ਉਸ ਨੂੰ ਗੋਪਾਲ ਮਿਲਦਾ ਹੈ। ਹਾਂ ਬਈ ਗੋਪਾਲ, ਆ ਰਿਹਾ ਬਾਜ਼ਾਰ ਮੇਰੇ ਨਾਲ? ਨਾ ਭਰਾ ਨਾ, ਮੈਂ ਉੱਥੇ ਨਹੀਂ ਜਾਊਂਗਾ। ਹੁਣ ਮੈਂ ਉਦੋਂ ਹੀ ਉੱਥੇ ਜਾਊਂਗਾ ਜਦੋਂ ਪਿੰਡ ਦੇ ਲੋਕ ਖੁਦ ਮੈਨੂੰ ਕਹਿਣਗੇ ਉੱਥੇ ਦੁੱਧ ਵੇਚਣ ਲਈ। ਇਹ ਕਹਿ ਕੇ ਗੋਪਾਲ ਉੱਥੋਂ ਚਲੇ ਜਾਂਦਾ ਹੈ। ਹੁਣ ਉਹ ਦੂਸਰੇ ਪਿੰਡ ਘਰ-ਘਰ ਜਾ ਕੇ ਦੁੱਧ ਵੇਚਦਾ ਹੈ। ਦੁੱਧ ਲੈ ਲਓ ਬਈ, ਦੁੱਧ ਵਧੀਆ ਤਾਜ਼ਾ ਦੁੱਧ। ਉਹ ਸਾਰਾ ਦਿਨ ਘੁੰਮ-ਘੁੰਮ ਕੇ ਦੁੱਧ ਵੇਚਦਾ ਹੈ। ਇੱਧਰ ਸ਼ਾਮ ਨੂੰ ਕਿਸ਼ੋਰ ਪੈਸਿਆਂ ਦਾ ਹਿਸਾਬ ਕਰਦਾ ਹੈ। ਅੱਜ ਪੂਰੇ 1000 ਰੁਪਏ ਦੀ ਕਮਾਈ ਹੋਈ ਹੈ। ਬਹੁਤ ਵਧੀਆ। ਕੱਲ ਦੁੱਧ ਵਿੱਚ ਹੋਰ ਪਾਣੀ ਮਿਲਾਵਾਂਗਾ, ਹੋਰ ਮੁਨਾਫਾ ਹੋਊਗਾ। ਦੂਜੇ ਦਿਨ ਜਾਨਕੀ ਕਿਸ਼ੋਰ ਕੋਲੋਂ ਦੁੱਧ ਲੈਂਦੀ ਹੈ ਤੇ ਕਹਿੰਦੀ ਹੈ, ਇਹ ਕੀ ਗੱਲ ਹੋਈ ਕਿਸ਼ੋਰ ਭਾਜੀ, ਦੁੱਧ ਤੇ ਬਿਲਕੁਲ ਪਾਣੀ ਵਰਗਾ ਹੈ, ਇੰਨਾ ਪਤਲਾ। ਪਤਲਾ ਹੋ ਸਕਦਾ ਹੈ, ਕੱਲ ਗਾਂ ਨੇ 1 ਬਾਲਟੀ ਪਾਣੀ ਜ਼ਿਆਦਾ ਪੀ ਲਿਆ ਸੀ, ਸ਼ਾਇਦ ਇਸ ਲਈ ਪਤਲਾ ਹੋ ਗਿਆ ਦੁੱਧ। ਇਹ ਕੀ ਕਹਿੰਦੇ ਪਏ ਹੋ, ਜ਼ਿਆਦਾ ਪਾਣੀ ਪੀਣ ਨਾਲ ਦੁੱਧ ਪਤਲਾ ਹੋ ਜਾਂਦਾ ਹੈ? ਇਹ ਤਾਂ ਮੈਂ ਨਵੀਂ ਗੱਲ ਸੁਣੀ ਹੈ। ਉਸੇ ਪਿੰਡ ਵਿੱਚ ਰਹਿਣ ਵਾਲਾ ਚਿੰਟੂ ਇਹਨਾਂ ਦੋਵਾਂ ਦੀਆਂ ਗੱਲਾਂ ਸੁਣ ਲੈਂਦਾ ਹੈ। ਜ਼ਿਆਦਾ ਪਾਣੀ ਪੀ ਕੇ ਗਾਂ ਨੇ ਦੁੱਧ ਪਤਲਾ ਦਿੱਤਾ, ਇਹ ਭਲਾ ਕੀ ਗੱਲ ਹੋਈ? ਪੱਕਾ ਕੋਈ ਗੜਬੜ ਹੈ। ਸ਼ਾਮ ਨੂੰ ਗੋਪਾਲ ਦੁੱਧ ਵੇਚ ਕੇ ਵਾਪਸ ਆ ਰਿਹਾ ਹੁੰਦਾ ਹੈ ਤੇ ਰਾਸਤੇ ਵਿੱਚ ਉਹਨੂੰ ਚਿੰਟੂ ਮਿਲਦਾ ਹੈ। ਕੀ ਹੋਇਆ ਗੋਪਾਲ ਚਾਚਾ ਜੀ, ਤੁਸੀਂ ਬਾਜ਼ਾਰ 'ਚ ਦੁੱਧ ਨਹੀਂ ਵੇਚਦੇ ਪਏ? ਨਹੀਂ ਬੇਟਾ, ਪਤਾ ਨਹੀਂ ਕੀ ਹੋਇਆ ਸੀ। ਮੈਂ ਤੇ ਸਾਫ਼ ਦੁੱਧ ਰੱਖਿਆ ਸੀ, ਪਰ ਜਦੋਂ ਮੈਂ ਗਾਹਕਾਂ ਨੂੰ ਵੇਚਣ ਲੱਗਿਆ ਤੇ ਇੱਕ ਦਿਨ ਮਰੀ ਹੋਈ ਛਿਪਕਲੀ ਤੇ ਅਗਲੇ ਦਿਨ ਮਰਿਆ ਹੋਇਆ ਚੂਹਾ ਨਿਕਲਿਆ। ਇਹ ਕੀ ਕਹਿ ਰਹੇ ਹੋ ਚਾਚਾ ਜੀ? ਜ਼ਰੂਰ ਕਿਸੇ ਨੇ ਤੁਹਾਡੇ ਨਾਲ ਸ਼ੈਤਾਨੀ ਕੀਤੀ ਹੈ। ਸ਼ੱਕ ਤਾਂ ਮੈਨੂੰ ਵੀ ਹੈ ਬੇਟਾ, ਪਰ ਮੈਂ ਕੀ ਕਰਾਂ, ਮੇਰੇ ਕੋਲ ਕੋਈ ਸਬੂਤ ਨਹੀਂ ਹੈਗਾ। ਤੁਸੀਂ ਫਿਕਰ ਨਾ ਕਰੋ, ਮੈਂ ਪਤਾ ਲਾਉਣ ਦੀ ਕੋਸ਼ਿਸ਼ ਕਰਦਾ ਹਾਂ। ਜਿੱਤ ਹਮੇਸ਼ਾ ਸੱਚਾਈ ਦੀ ਹੁੰਦੀ ਹੈ ਤੇ ਬੁਰਾਈ ਦੀ ਹਾਰ। ਦੂਜੇ ਦਿਨ ਜਦੋਂ ਕਿਸ਼ੋਰ ਤੇ ਉਹਦੀ ਪਤਨੀ ਦੁੱਧ ਵਿੱਚ ਪਾਣੀ ਮਿਲਾ ਰਹੇ ਹੁੰਦੇ ਨੇ ਤਾਂ ਚਿੰਟੂ ਲੁੱਕ ਕੇ ਖਿੜਕੀ ਤੋਂ ਸਾਰਾ ਕੁਝ ਵੇਖ ਲੈਂਦਾ ਹੈ। ਦੁੱਧ ਵਿੱਚ ਹੋਰ ਕਿੰਨਾ ਪਾਣੀ ਮਿਲਾਵਾਂ ਜੀ? 5 ਬਾਲਟੀਆਂ ਪਾਣੀ ਮਿਲਾ ਦਿੱਤਾ ਹੈ। ਓਹੋ, ਥੋੜਾ ਹੋਰ ਪਾਣੀ ਮਿਲਾ ਦੋ, ਅੱਜ ਹੋਰ ਜ਼ਿਆਦਾ ਮੁਨਾਫਾ ਕਮਾਉਣਾ ਹੈ। ਜੇ ਮੈਂ ਗੋਪਾਲ ਦੇ ਦੁੱਧ ਵਿੱਚ ਛਿਪਕਲੀ ਤੇ ਚੂਹਾ ਨਹੀਂ ਪਾਉਂਦਾ ਤਾਂ ਅੱਜ ਵੀ ਸਾਰੇ ਉਸ ਤੋਂ ਦੁੱਧ ਖਰੀਦ ਰਹੇ ਹੁੰਦੇ। ਚਿੰਟੂ ਇਹ ਸਾਰੀ ਗੱਲ ਸੁਣ ਲੈਂਦਾ ਹੈ ਅਤੇ ਮਨ ਹੀ ਮਨ ਕਹਿੰਦਾ ਹੈ, ਅੱਛਾ ਇਹ ਗੱਲ ਹੈ, ਰੁਕ ਜਾ ਬੱਚੇ, ਤੈਨੂੰ ਹੁਣੇ ਮਜ਼ਾ ਚਖਾਣਾ ਹੈ। ਚਿੰਟੂ ਉੱਚੀ ਆਵਾਜ਼ਾਂ ਦੇਣ ਲੱਗ ਪੈਂਦਾ ਹੈ। ਕੋਈ ਹੈ? ਕੋਈ ਹੈ? ਉਹ ਮੇਰੀ ਗੱਲ ਸੁਣੋ, ਉਹ ਸੁਣੋ, ਸਾਰੇ ਮੇਰੀ ਗੱਲ ਸੁਣੋ, ਛੇਤੀ ਇੱਧਰ ਆ ਜਾਓ। ਵੇਖੋ ਇੱਥੇ ਕਿਸ਼ੋਰ ਚਾਚਾ ਕੀ ਕਰਦੇ ਪਏ ਨੇ, ਪਾਣੀ 'ਚ ਦੁੱਧ ਮਿਲਾ ਰਹੇ ਨੇ। ਕਿਸ਼ੋਰ ਤੇ ਸੁਨੀਤਾ ਘਬਰਾ ਜਾਂਦੇ ਨੇ, ਪਰ ਉਦੋਂ ਤੱਕ ਸਾਰੇ ਪਿੰਡ ਵਾਲੇ ਇਕੱਠਾ ਹੋ ਕੇ ਸਾਰਾ ਧੋਖਾਧੜੀ ਵੇਖ ਲੈਂਦੇ ਨੇ। ਚਲੋ ਤੁਸੀਂ ਦੋਵੇਂ ਮੁਖੀਆ ਦੇ ਕੋਲ। ਕਿਸ਼ੋਰ ਅਤੇ ਸੁਨੀਤਾ ਨੂੰ ਪਿੰਡ ਵਾਲੇ ਮੁਖੀਆ ਜੀ ਕੋਲ ਲੈ ਕੇ ਆਉਂਦੇ ਨੇ। ਮੁਖੀਆ ਜੀ, ਕਿਸ਼ੋਰ ਚਾਚਾ ਨੇ ਗੋਪਾਲ ਚਾਚਾ ਜੀ ਦੇ ਦੁੱਧ ਵਿੱਚ ਮਰੀ ਹੋਈ ਛਿਪਕਲੀ ਅਤੇ ਚੂਹਾ ਸੁੱਟਿਆ ਸੀ। ਮੈਂ ਆਪ ਇਹਨਾਂ ਨੂੰ ਇਹ ਕਹਿੰਦੇ ਹੋਏ ਸੁਣਿਆ। ਕਿਸ਼ੋਰ, ਤੂੰ ਇੰਨੀ ਨੀਚ ਹਰਕਤ ਕੀਤੀ ਹੈ, ਤੈਨੂੰ ਸਜ਼ਾ ਜ਼ਰੂਰ ਮਿਲੂਗੀ। ਤੇਰਾ ਸਰ ਮੁੰਡਵਾ ਕੇ ਗੱਧੇ ਉੱਤੇ ਬਿਠਾ ਕੇ ਤੈਨੂੰ ਪੂਰੇ ਪਿੰਡ ਵਿੱਚ ਘੁਮਾਇਆ ਜਾਏਗਾ। ਨਹੀਂ ਮੁਖੀਆ ਜੀ, ਨਹੀਂ, ਮੈਨੂੰ ਮਾਫ ਕਰ ਦਿਓ। ਤੇ ਗੋਪਾਲ ਨੂੰ ਕਹਿ ਦਿਓ ਕਿ ਕੱਲ ਤੋਂ ਪਿੰਡ ਵਾਲੇ ਨੂੰ ਆਪਣਾ ਦੁੱਧ ਵੇਚੇ। ਕਿਸ਼ੋਰ ਦਾ ਸਰ ਮੁੰਡਵਾ ਕੇ ਉਹਨੂੰ ਗਧੇ ਉੱਤੇ ਬਿਠਾ ਕੇ ਉਸ ਨੂੰ ਪੂਰੇ ਪਿੰਡ ਵਿੱਚ ਘੁਮਾਇਆ ਜਾਂਦਾ ਹੈ। ਤੇ ਇੱਧਰ ਪਿੰਡ ਵਾਲੇ ਗੋਪਾਲ ਕੋਲੋਂ ਮਾਫੀ ਮੰਗਣ ਉਹਦੇ ਘਰ ਜਾਂਦੇ ਨੇ। ਸਾਡੇ ਤੋਂ ਬੜੀ ਵੱਡੀ ਗਲਤੀ ਹੋ ਗਈ ਗੋਪਾਲ ਭਾਜੀ, ਹੁਣ ਅਸੀਂ ਸਿਰਫ ਤੁਹਾਡੇ ਕੋਲੋਂ ਹੀ ਦੁੱਧ ਖਰੀਦਾਂਗੇ। ਪਿੰਡ ਵਾਲੇ ਦੇ ਨਜ਼ਰਾਂ ਵਿੱਚ ਹੁਣ ਗੋਪਾਲ ਠੱਗ ਅਤੇ ਬੇਈਮਾਨੀ ਰਿਹਾ। ਸਾਰਿਆਂ ਨੇ ਉਹਦੇ ਕੋਲੋਂ ਮਾਫੀ ਮੰਗੀ। ਗੋਪਾਲ ਦੀ ਸੱਚਾਈ ਦੀ ਜਿੱਤ ਹੋਈ। ਇੱਕ ਪਿੰਡ ਸੀ ਮਹੇਸ਼ਮਤੀ। ਉੱਥੇ ਇੱਕ ਪਰਿਵਾਰ ਰਹਿੰਦਾ ਸੀ ਜਿਹਦੇ ਵਿੱਚ 3 ਵਿਆਹੇ ਹੋਏ ਜੋੜੇ ਰਹਿੰਦੇ ਸੀ। ਇਸ ਪਰਿਵਾਰ ਦੇ ਵਿੱਚ 3 ਨੂੰਹਾਂ ਕਰਕੇ ਬੜੀ ਏਕਤਾ ਸੀ, ਪਰ 3 ਭਰਾਵਾਂ ਦੀ ਆਪਸ ਵਿੱਚ ਬਿਲਕੁਲ ਨਹੀਂ ਬਣਦੀ ਸੀ। ਇਸੇ ਗੱਲ ਕਰਕੇ ਪੂਰਾ ਪਰਿਵਾਰ ਦੁਖੀ ਸੀ। ਇੱਕ ਦਿਨ ਸੱਸ ਨੇ 3 ਨੂੰਹਾਂ ਨੂੰ ਬੁਲਾ ਕੇ ਕਿਹਾ, ਧੀਓ, ਤੁਸੀਂ ਤਿੰਨੇ ਹੀ ਜਾਣਦੀਆਂ ਹੋ ਕਿ ਮੈਂ ਹਮੇਸ਼ਾ ਹੀ ਤੁਹਾਨੂੰ ਆਪਣੀ ਸਕੀ ਧੀ ਦੀ ਤਰ੍ਹਾਂ ਸਮਝਿਆ ਹੈ ਤੇ ਇਸ ਪਰਿਵਾਰ ਨੂੰ ਹੁਣ ਤੱਕ ਇਕਜੁੱਟ ਕਰਕੇ ਰੱਖਿਆ ਹੈ। ਪਰ ਹੁਣ ਇਸ ਪਰਿਵਾਰ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਤੁਹਾਡੀ ਤਿੰਨਾਂ ਦੀ ਹੈ। ਜੀ ਮਾਂ ਜੀ, ਅਸੀਂ ਤੁਹਾਡੀ ਗੱਲ ਸਮਝ ਗਏ ਹਾਂ ਤੇ ਇਸ ਜ਼ਿੰਮੇਵਾਰੀ ਨੂੰ ਨਿਭਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਧੀਓ, ਤੁਹਾਨੂੰ ਤੇ ਪਤਾ ਹੀ ਏ
ਕਿ ਤਿੰਨਾਂ ਭਰਾਵਾਂ ਦੀ ਆਪਸ ਵਿੱਚ ਬਿਲਕੁਲ ਨਹੀਂ ਬਣਦੀ। ਤਾਂ ਹੀ ਤਾਂ ਮੈਂ ਚਾਹਨਾ ਕਿ ਤੁਸੀਂ ਤਿੰਨੋਂ ਹੀ ਮਿਲ ਕਰ ਕੁਝ ਇੰਜ ਕਰੋ ਕਿ ਬਿਨਾਂ ਤਿੰਨ ਭਰਾ ਦੁਬਾਰਾ ਇਕੱਠੇ ਹੋ ਜਾਣ। ਪੁੱਤਰ, ਮੈਂ ਤੇ ਤਿੰਨਾਂ ਭਰਾਵਾਂ ਨੂੰ ਸਮਝਾਉਣ ਦੀ ਬੜੀ ਕੋਸ਼ਿਸ਼ ਕੀਤੀ, ਪਰ ਉਹਨਾਂ ਦੀ ਆਪਸੀ ਨਾਰਾਜ਼ਗੀ ਤੇ ਦਿਨ-ਬ-ਦਿਨ ਵੱਧਦੀ ਜਾ ਰਹੀ ਹੈ। ਮੈਂ ਚਾਹੁੰਦੀ ਹਾਂ ਕਿ ਮੇਰਾ ਪਰਿਵਾਰ ਦੁਬਾਰਾ ਆਪਸ ਵਿੱਚ ਹੱਸੇ ਖੇਡੇ ਖੁਸ਼ਹਾਲ ਹੋ ਜਾਵੇ। ਮੈਂ ਵੀ ਇਹੀ ਚਾਹੁੰਨਾ। ਇਸ ਉਮਰ ਵਿੱਚ ਆਪਣੇ ਜਵਾਨ ਬੱਚਿਆਂ ਨੂੰ ਆਪਸ ਵਿੱਚ ਲੜਦੇ ਝਗੜਦੇ ਵੇਖ ਮੇਰਾ ਜੀ ਨਹੀਂ ਮੰਨਦਾ। ਪਤਾ ਨਹੀਂ ਤਿੰਨਾਂ ਵਿੱਚ ਇਹੋ ਜਿਹੀ ਕਿਹੜੀ ਗੱਲ ਹੋ ਗਈ। ਬਚਪਨ ਵਿੱਚ ਤੇ ਇਹਨਾਂ ਦਾ ਆਪਸ ਵਿੱਚ ਬੜਾ ਹੀ ਪਿਆਰ ਸੀ। ਮੇਰਾ ਦਿਲ ਕਹਿੰਦਾ ਹੈ ਉਹ ਪਿਆਰ ਇਹਨਾਂ ਵਿੱਚ ਹਜੇ ਵੀ ਹੈ, ਪਰ ਸ਼ਾਇਦ ਉਹਨਾਂ ਦੇ ਦਿਲਾਂ ਵਿੱਚ ਕੋਈ ਐਸੀ ਗੱਲ ਹੈ ਜਿਹਦਾ ਸਾਹਮਣੇ ਆਉਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਜਦੋਂ ਤੱਕ ਉਹ ਆਪਣੇ ਦਿਲ ਦੀ ਗੱਲ ਇੱਕ ਦੂਜੇ ਨੂੰ ਖੁੱਲ੍ਹ ਕੇ ਨਹੀਂ ਕਹਿੰਦੇ, ਉਦੋਂ ਤੱਕ ਉਹਨਾਂ ਵਿੱਚ ਝਗੜੇ ਹੁੰਦੇ ਹੀ ਰਹਿਣਗੇ। ਜੀ ਮਾਂ ਜੀ, ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। ਤੁਸੀਂ ਤੇ ਬਾਊ ਜੀ ਫਿਕਰ ਨਾ ਕਰੋ, ਅਸੀਂ ਕੁਝ ਕਰਦੇ ਹਾਂ। ਤਿੰਨਾਂ ਨੂੰਹਾਂ ਥੋੜੀ ਦੇਰ ਵਿੱਚ ਰਸੋਈ ਵਿੱਚ ਖੜੀਆਂ ਚੁੱਪਚਾਪ ਕੁਝ ਸੋਚਦੀਆਂ ਨੇ। ਮਾਂ ਜੀ ਤੇ ਬਾਊ ਜੀ ਦੀ ਚਿੰਤਾ ਜਾਇਜ਼ ਹੈ। ਤਿੰਨਾਂ ਭਰਾਵਾਂ 'ਚ ਕੜਵਾਹਟ ਵੱਧ ਰਹੀ ਹੈ, ਸਾਨੂੰ ਕੁਝ ਕਰਨਾ ਪਏਗਾ। ਹਾਂ ਦੀਦੀ, ਤੁਸੀਂ ਬਿਲਕੁਲ ਠੀਕ ਕਿਹਾ। ਮੈਨੂੰ ਵੀ ਉਹਨਾਂ ਨੂੰ ਲੜਦੇ ਵੇਖ ਕੇ ਚੰਗਾ ਨਹੀਂ ਲੱਗਦਾ। ਪਰ ਦੀਦੀ, ਅਸੀਂ ਕਰ ਵੀ ਕੀ ਸਕਦੇ ਹਾਂ? ਤਿੰਨੇ ਕੁਝ ਸੋਚਦੀਆਂ ਨੇ। ਦੀਦੀ, ਮੇਰੇ ਕੋਲ ਇੱਕ ਤਰਕੀਬ ਹੈ। ਹਾਂ, ਦੱਸ ਨਾ ਰਾਧਾ। ਹਾਂ, ਛੇਤੀ ਦੱਸ ਸਾਨੂੰ ਕੀ ਤਰਕੀਬ ਹੈ। ਕਿਉਂ ਨਾ ਅਸੀਂ ਤਿੰਨੋਂ ਭਰਾਵਾਂ ਨੂੰ ਇੱਕ ਕਮਰੇ 'ਚ ਬੰਦ ਕਰਕੇ ਉਹਨਾਂ ਨੂੰ ਆਪਣੇ ਮਨ ਦੀ ਗੱਲ ਸਾਂਝੀ ਕਰਨ ਲਈ ਕਹੀਏ। ਹਾਂ ਰਾਧਾ, ਤੇਰਾ ਇਹ ਸੁਝਾਅ ਚੰਗਾ ਤਾਂ ਹੈ, ਪਰ ਮਾਮਲਾ ਕਿਤੇ ਹੋਰ ਨਾ ਵਿਗੜ ਜਾਵੇ। ਪਰ ਦੀਦੀ, ਜਦ ਤੱਕ ਉਹ ਆਪਸ ਵਿੱਚ ਖੁੱਲ ਕੇ ਗੱਲ ਨਹੀਂ ਕਰ ਲੈਂਦੇ, ਉਦੋਂ ਤੱਕ ਤਿੰਨਾਂ ਭਰਾਵਾਂ ਵਿੱਚ ਝਗੜੇ ਹੁੰਦੇ ਹੀ ਰਹਿਣਗੇ ਤੇ ਘਰ ਵਿੱਚ ਕਲੇਸ਼ ਵੀ ਪਿਆ ਹੀ ਰਹੇਗਾ। ਜਦ ਤੱਕ ਉਹ ਆਪਸ ਵਿੱਚ ਸੁਲਾਹ ਨਹੀਂ ਕਰ ਲੈਂਦੇ, ਅਸੀਂ ਉਹਨਾਂ ਨੂੰ ਕਮਰੇ ਵਿੱਚੋਂ ਬਾਹਰ ਹੀ ਨਹੀਂ ਕੱਢਾਂਗੇ। ਦੀਦੀ, ਤਰਕੀਬ ਤੇ ਤੇਰੀ ਵਧੀਆ ਹੈ, ਪਰ ਉਹਨਾਂ ਤਿੰਨਾਂ ਨੂੰ ਇੱਕੋ ਕਮਰੇ ਵਿੱਚ ਭੇਜਾਂਗੇ ਕਿਵੇਂ? ਰਾਣੀ ਥੋੜੀ ਦੇਰ ਕੁਝ ਸੋਚਦੀ ਹੈ। ਮੈਂ ਰਾਕੇਸ਼ ਜੀ ਨੂੰ ਭੇਜ ਦਿਆਂਗੀ। ਰਮੇਸ਼ ਜੀ ਨੂੰ ਕਮਰੇ ਵਿੱਚ ਪਹੁੰਚਾਉਣ ਦੀ ਜ਼ਿੰਮੇਵਾਰੀ ਮੇਰੀ। ਉਹ ਮੇਰੀ ਗੱਲ ਨਹੀਂ ਟਾਲਣਗੇ। ਮੈਂ ਵੀ ਸੁਨੀਲ ਜੀ ਨੂੰ ਭੇਜ ਦਿਆਂਗੀ। ਸਾਨੂੰ ਇਹ ਕਰਨਾ ਹੀ ਪਏਗਾ। ਤਿੰਨੋਂ ਹੀ ਨੂੰਹਾਂ ਪੱਕਾ ਕਰ ਲੈਂਦੀਆਂ ਨੇ ਅਤੇ ਆਪਣੇ ਆਪਣੇ ਕੰਮਾਂ ਵਿੱਚ ਲੱਗ ਜਾਂਦੀਆਂ ਨੇ। ਸੁਣੋ ਜੀ, ਮੈਂ ਗੋਦਾਮ ਵਿੱਚੋਂ ਥੋੜਾ ਜਿਹਾ ਸਮਾਨ ਲੈਣਾ ਹੈ ਤੇ ਤੁਸੀਂ ਮੇਰੇ ਨਾਲ ਚੱਲੋ। ਹਾਂ ਚੱਲ, ਮੈਂ ਤੇਰੀ ਮਦਦ ਕਰ ਦੇਣਾ। ਕਮਰੇ ਵਿੱਚ ਲੈ ਜਾ ਕੇ ਰਾਣੀ ਰਾਕੇਸ਼ ਨੂੰ ਕਮਰੇ ਦੇ ਅੰਦਰ ਬੰਦ ਕਰ ਦਿੰਦੀ ਹੈ। ਰਾਣੀ, ਇਹ ਕੀ ਕਰਦੀ ਪਈ ਐ? ਬੰਦ ਕਿਉਂ ਕਰਤਾ ਮੈਨੂੰ ਕਮਰੇ ਅੰਦਰ? ਦਰਵਾਜ਼ਾ ਖੋਲ। ਰਾਕੇਸ਼ ਜੀ, ਬਸ ਥੋੜੀ ਦੇਰ ਰੁਕੋ, ਮੈਂ ਹੁਣੇ ਬੂਹਾ ਖੋਲਦੀ ਹਾਂ। ਓਹੋ, ਜਲਦੀ ਦਰਵਾਜ਼ਾ ਖੋਲ ਰਾਣੀ। ਇਸੇ ਤਰ੍ਹਾਂ ਰਾਣੀ ਵਾਂਗੂ ਮਹਿਮਾ ਅਤੇ ਰਾਧਾ ਵੀ ਆਪਣੇ ਆਪਣੇ ਪਤੀਆਂ ਨੂੰ ਆਪਣੇ ਤਰੀਕੇ ਨਾਲ ਕਮਰੇ ਦੇ ਅੰਦਰ ਬੰਦ ਕਰ ਦਿੰਦੀਆਂ ਨੇ। ਤਿੰਨੋਂ ਹੀ ਭਰਾ ਇੱਕ ਦੂਜੇ ਨੂੰ ਵੇਖਦੇ ਹੀ ਸਾਰੀ ਕਹਾਣੀ ਸਮਝ ਜਾਂਦੇ ਨੇ। ਉਦੋਂ ਹੀ ਦਰਵਾਜ਼ੇ ਦੇ ਹੇਠੋਂ ਇੱਕ ਚਿੱਠੀ ਅੰਦਰ ਆਉਂਦੀ ਹੈ। ਇਹ ਕੀ? ਇਹ ਕੋਈ ਚਿੱਠੀ ਲੱਗਦੀ ਹੈ। ਹਾਂ, ਮੈਂ ਵੇਖਦਾ। ਕੀ ਲਿਖਿਆ ਇਹਦੇ ਅੰਦਰ? ਪੜ੍ਹ ਜ਼ਰਾ। ਅਸੀਂ ਤਿੰਨਾਂ ਨੇ ਤੁਹਾਨੂੰ ਇਸ ਕਮਰੇ ਵਿੱਚ ਬੰਦ ਕਰ ਦਿੱਤਾ ਹੈ ਤਾਂ ਕਿ ਤੁਸੀਂ ਆਪਸ ਵਿੱਚ ਗੱਲਬਾਤ ਕਰਕੇ ਸੁਲ੍ਹਾ ਸਾਫ਼ ਕਰ ਲਵੋ। ਸਾਰੇ ਇਹੀ ਚਾਹੁੰਦੇ ਨੇ। ਇਹ ਦਰਵਾਜ਼ਾ ਹੁਣ ਅਸੀਂ ਤਦੋਂ ਹੀ ਖੋਲਾਂਗੇ ਜਦੋਂ ਤੁਹਾਡੇ ਝਗੜੇ ਖਤਮ ਹੋ ਜਾਣਗੇ। ਚੰਗਾ ਇਹੀ ਹੋਵੇਗਾ ਕਿ ਆਪਸ ਵਿੱਚ ਸੁਲ੍ਹਾ ਸਫਾ ਕਰ ਲਵੋ। ਤਿੰਨੋਂ ਹੀ ਭਰਾ ਮਜਬੂਰੀ ਨਾਲ ਇੱਕ ਦੂਜੇ ਨਾਲ ਗੱਲ ਕਰਦੇ ਨੇ। ਅਸੀਂ ਆਪਣੀਆਂ ਵਹੁਟੀਆਂ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ। ਉਹ ਤਿੰਨੋਂ ਸਾਨੂੰ ਉਦੋਂ ਤੱਕ ਬਾਹਰ ਨਹੀਂ ਕੱਢਣਗੀਆਂ ਜਦੋਂ ਤੱਕ ਅਸੀਂ ਨਾਰਾਜ਼ਗੀ ਦੂਰ ਨਹੀਂ ਕਰ ਲੈਂਦੇ। ਹਾਂ ਵੀਰ ਜੀ, ਤੁਸੀਂ ਬਿਲਕੁਲ ਠੀਕ ਕਿਹਾ। ਹਾਂ, ਮੈਨੂੰ ਵੀ ਇਹੀ ਲੱਗਦਾ ਹੈ ਕਿ ਹੁਣ ਤੱਕ ਸਾਡੇ ਭਰਾਵਾਂ ਵਿਚਕਾਰ ਜੋ ਵੀ ਗਿੱਲਾ ਸ਼ਿਕਵਾ ਸੀ ਉਹਨੂੰ ਹੁਣ ਦੂਰ ਕਰ ਲੈਣਾ ਚਾਹੀਦਾ ਹੈ। ਆਖਿਰ ਕਦੋਂ ਤੱਕ ਅਸੀਂ ਬਾਕੀ ਘਰ ਵਾਲਿਆਂ ਨੂੰ ਦੁਖੀ ਕਰਦੇ ਰਵਾਂਗੇ? ਮੈਂ ਆਪਣੇ ਕੰਮ ਵਿੱਚ ਜ਼ਿਆਦਾ ਰੁੱਝਿਆ ਰਹਿਣਾ, ਪਰ ਇਹਦਾ ਮਤਲਬ ਬਿਲਕੁਲ ਨਹੀਂ ਕਿ ਮੈਂ ਤੁਹਾਡੇ ਦੋਨਾਂ ਨਾਲ ਨਾਰਾਜ਼ ਹਾਂ। ਮੈਂ ਤੁਹਾਡੇ ਦੋਵਾਂ ਦੀ ਤਰੱਕੀ ਦੇਖ ਕੇ ਬੜਾ ਖੁਸ਼ ਹਾਂ, ਪਰ ਕਦੀ-ਕਦੀ ਮੈਨੂੰ ਆਪਣੇ ਕੰਮ ਦੇ ਕਾਰਨ ਗੁੱਸਾ ਆ ਜਾਂਦਾ ਹੈ ਤੇ ਉਹ ਤੁਹਾਡੇ ਦੋਵਾਂ ਤੇ ਨਿਕਲ ਜਾਂਦਾ ਹੈ। ਹਾਂ, ਮੈਂ ਵੀ ਆਪਣੇ ਕੰਮ ਦੇ ਕਰਕੇ ਤੁਹਾਡੇ ਨਾਲ ਗੱਲਬਾਤ ਨਹੀਂ ਕਰ ਪਾਉਂਦਾ ਤੇ ਸਾਨੂੰ ਇੱਕ ਦੂਜੇ ਨਾਲ ਗੱਲ ਨਾ ਕਰਦੇ ਹੋਏ ਵੇਖ ਕੇ ਸਾਡੇ ਗੁਆਂਢੀ ਸਾਨੂੰ ਝਗੜੇ ਦੇ ਲਈ ਉਕਸਾਉਂਦੇ ਨੇ। ਇਹੀ ਸਾਰੀ ਗੱਲ ਹੈ। ਉਹ ਹਾਂ ਵੀਰੇ, ਤੁਸੀਂ ਕਦੋਂ ਤੱਕ ਕੰਮ ਕਰਨ ਦਾ ਬਹਾਨਾ ਕਰਦੇ ਰਹੋਗੇ? ਕੀ ਮਤਲਬ? ਕੰਮ ਤੇ ਅਸੀਂ ਸਾਰੇ ਕਰਦੇ ਹਾਂ, ਬਾਊਜੀ ਵੀ ਕਰਦੇ ਸੀ, ਪਰ ਕੀ ਕੰਮ ਦਾ ਗੁੱਸਾ ਘਰ ਲੈ ਕੇ ਆਣਾ ਚੰਗੀ ਗੱਲ ਹੈ? ਤੁਹਾਡੇ ਆਪਣੇ ਕੰਮ ਦਾ ਗੁੱਸਾ ਘਰਦਿਆਂ ਉੱਤੇ ਕੱਢਣ ਕਰਕੇ ਪੂਰੇ ਘਰ ਦਾ ਮਾਹੌਲ ਹੀ ਵਿਗੜ ਜਾਂਦਾ ਹੈ। ਸਸਤੇ ਹੈ ਵੀਰ ਜੀ, ਤੁਹਾਡਾ ਆਪਣੇ ਗੁੱਸੇ ਉੱਤੇ ਵਸ ਨਹੀਂ ਚੱਲਦਾ ਪਿਆ। ਇਹ ਗੱਲ ਤਾਂ ਬਾਜੀ ਬਿਲਕੁਲ ਠੀਕ ਕਹੀ ਹੈ।
ਵੀਰ ਜੀ ਬਚਪਨ ਵਿੱਚ ਤੇ ਕਦੇ ਵੀ ਇੰਨਾ ਗੁੱਸਾ ਨਹੀਂ ਕਰਦੇ ਸੀ। ਯਾਦ ਹੈ ਨਾ, ਬਚਪਨ ਵਿੱਚ ਤੁਸੀਂ ਸਾਨੂੰ ਕਿੰਨਾ ਪਿਆਰ ਕਰਦੇ ਸੀ। ਮੈਂ ਕਦੇ ਨਹੀਂ ਭੁੱਲਾਂਗਾ। ਸ਼ਰਾਰਤ ਕਰਨ ਤੇ ਮੈਨੂੰ ਬਾਊ ਜੀ ਦੀ ਕੁੱਟ ਤੋਂ ਹਮੇਸ਼ਾ ਤੁਸੀਂ ਤਾਂ ਬਚਾਉਂਦੇ ਸੀ। ਇਸ ਕਰਕੇ ਮੈਨੂੰ ਕਦੇ ਵੀ ਬਾਊ ਜੀ ਦੀ ਕੁੱਟ ਨਹੀਂ ਪਈ। ਹਾਂ ਵੀਰ ਜੀ, ਅਸੀਂ ਦੋਵੇਂ ਤੁਹਾਨੂੰ ਵੇਖ ਕੇ ਤੁਹਾਡੇ ਕੋਲੋਂ ਸਿੱਖਦੇ ਸਿੱਖਦੇ ਹੀ ਤੇ ਇੰਨੇ ਵੱਡੇ ਹੋਏ ਨੇ, ਪਰ ਤੁਸੀਂ ਅਚਾਨਕ ਇੰਨਾ ਬਦਲ ਕਿਵੇਂ ਗਏ? ਤੁਸੀਂ ਠੀਕ ਕਹਿੰਦੇ ਹੋ। ਮੈਨੂੰ ਖੁਦ ਨਹੀਂ ਪਤਾ ਚੱਲਿਆ ਕਿ ਇੰਨਾ ਬਦਲ ਕਿਵੇਂ ਗਿਆ। ਬਚਪਨ ਤੋਂ ਹੀ ਜ਼ਿੰਮੇਵਾਰੀ ਉਠਾਉਣ ਦੀ ਆਦਤ ਪੈ ਗਈ। ਤੁਸੀਂ ਦੋਵੇਂ ਮੇਰੇ ਕਲੇਜੇ ਦੇ ਟੁਕੜੇ ਹੋ। ਮੈਂ ਤੁਹਾਡੀ ਜ਼ਿੰਦਗੀ ਵਿੱਚ ਕਦੀ ਕੋਈ ਤਕਲੀਫ ਨਹੀਂ ਦੇਖਣੀ ਚਾਹੁੰਦਾ ਸੀ। ਜ਼ਿੰਮੇਵਾਰੀਆਂ ਨਿਭਾਉਂਦੇ ਨਿਭਾਉਂਦੇ ਮੈਂ ਕਦੋਂ ਇੰਨਾ ਬਦਲ ਗਿਆ, ਪਤਾ ਹੀ ਨਹੀਂ ਚੱਲਿਆ। ਵੀਰ ਜੀ, ਹੁਣ ਅਸੀਂ ਨਿੱਕੇ ਜਵਾਕ ਨਹੀਂ ਰਹੇ, ਵੱਡੇ ਹੋ ਗਏ ਹਾਂ ਤੇ ਹੁਣ ਤੁਹਾਡੇ ਨਾਲ ਜ਼ਿੰਮੇਵਾਰੀਆਂ ਵਿੱਚ ਹੱਥ ਵਟਾਉਣ ਸਾਡਾ ਫਰਜ਼ ਬਣਦਾ ਹੈ। ਆਪਾਂ ਸਮਝਦੇ ਨੇ। ਹਾਂਜੀ ਵੀਰ ਜੀ, ਹੁਣ ਤੁਹਾਨੂੰ ਸੁੱਖ ਦੇਣਾ ਵੀ ਸਾਡੀ ਜ਼ਿੰਮੇਵਾਰੀ ਹੈ। ਜੇ ਅਸੀਂ ਮਿਲ ਜੁਲ ਕੇ ਕੰਮ ਨਹੀਂ ਕਰਨਗੇ ਤੇ ਕੋਈ ਖੁਸ਼ ਨਹੀਂ ਰਹਿ ਸਕੂਗਾ। ਪਰ ਮੈਂ ਤੁਹਾਡੇ ਦੋਵਾਂ ਤੇ ਕੰਮ ਦਾ ਬੋਝ ਨਹੀਂ ਪਾਉਣਾ ਚਾਹੁੰਦਾ। ਆਖਿਰ ਤੁਸੀਂ ਦੋਵੇਂ ਮੇਰੇ ਛੋਟੇ ਵੀਰ ਹੋ। ਵੀਰ ਜੀ, ਛੋਟੇ ਤਾਂ ਅਸੀਂ ਤੁਹਾਡੇ ਲਈ ਹਮੇਸ਼ਾ ਹੀ ਰਵਾਂਗੇ, ਪਰ ਘਰ ਦੇ ਕੰਮ ਦੀ ਜ਼ਿੰਮੇਵਾਰੀ ਨਿਭਾਉਣਾ ਸਾਡੇ ਦੋਵਾਂ ਦਾ ਵੀ ਤਾਂ ਫਰਜ਼ ਹੈ ਨਾ। ਸਾਨੂੰ ਵੀ ਸਾਡਾ ਫਰਜ਼ ਪੂਰਾ ਕਰਨ ਦਿਓ। ਹਾਂਜੀ ਵੀਰ ਜੀ, ਤੇ ਨਾਲੇ ਕਿ ਅਸੀਂ ਤਿੰਨੇ ਮਿਲ ਕੇ ਕੰਮ ਦੇ ਬੋਝ ਨੂੰ ਆਪਸ ਵਿੱਚ ਵੰਡ ਲਈਏ ਤਾਂ ਜ਼ਿੰਦਗੀ ਕਿੰਨੀ ਸੌਖੀ ਹੋ ਜਾਊਗੀ। ਨਾਲੇ ਜ਼ਰਾ ਇਹ ਵੀ ਤਾਂ ਸੋਚਿਓ, ਤੁਹਾਡੀ ਚਿੰਤਾ ਵੀ ਕਿੰਨੀ ਘੱਟ ਹੋ ਜਾਊਗੀ ਤੇ ਨਾਲੇ ਘਰ ਦਾ ਮਾਹੌਲ ਵੀ ਕਿੰਨਾ ਖੁਸ਼ਹਾਲ ਹੋ ਜਾਊਗਾ। ਜ਼ਰਾ ਸੋਚੋ ਵੀਰ ਜੀ, ਘਰ ਵਿੱਚ ਸਾਰੇ ਪਹਿਲਾਂ ਦੀ ਤਰ੍ਹਾਂ ਖੁਸ਼ ਰਵਾਂਗੇ। ਇਸ ਗੁੱਸੇ ਨਾਲ ਅਜੇ ਤੱਕ ਕਿਸੇ ਦਾ ਭਲਾ ਨਹੀਂ ਹੋਇਆ। ਸਾਡਾ ਪਰਿਵਾਰ ਤਾਂ ਹਾਸਾ ਨੂੰ ਤਰਸ ਗਿਆ ਹੈ। ਤੁਸੀਂ ਦੋਵੇਂ ਇੰਨੇ ਵੱਡੇ ਕਦੋਂ ਹੋ ਗਏ, ਮੈਨੂੰ ਪਤਾ ਹੀ ਨਹੀਂ ਚੱਲਿਆ। ਬਾਊ ਜੀ ਬਿਲਕੁਲ ਠੀਕ ਕਹਿੰਦੇ ਨੇ। ਜਦੋਂ ਘਰ ਦੇ ਛੋਟਿਆਂ ਨੂੰ ਆਪਣੇ ਜ਼ਿੰਮੇਵਾਰੀਆਂ ਦਾ ਅਹਿਸਾਸ ਹੋ ਜਾਵੇ ਤਾਂ ਉਹ ਵੱਡੇ ਹੋ ਜਾਂਦੇ ਨੇ। ਮੈਂ ਤੁਹਾਡੇ ਦੋਵਾਂ ਤੋਂ ਮਾਫੀ ਮੰਗਦਾ। ਮੈਨੂੰ ਇਹ ਗਲਤੀ ਸਮਝਣ 'ਚ ਥੋੜੀ ਦੇਰ ਲੱਗ ਗਈ। ਤਿੰਨੋਂ ਹੀ ਭਰਾ ਆਪਸ ਵਿੱਚ ਗਲੇ ਮਿਲਦੇ ਨੇ। 4 ਘੰਟਿਆਂ ਦੇ ਬਾਅਦ ਤਿੰਨੋਂ ਹੀ ਭਰਾ ਇੱਕ ਚਿੱਠੀ ਲਿਖ ਕੇ ਦਰਵਾਜ਼ੇ ਦੇ ਹੇਠੋਂ ਬਾਹਰ ਸੱਟਦੇ ਨੇ ਤੇ ਵੱਡੀ ਬਹੂ ਉਹਨੂੰ ਪੜ੍ਹਦੀ ਹੈ। ਅਸੀਂ ਤਿੰਨਾਂ ਭਰਾਵਾਂ ਨੇ ਆਪਸ 'ਚ ਗੱਲ ਕਰ ਲਈ ਹੈ ਤੇ ਅਸੀਂ ਵਾਅਦਾ ਕਰਦੇ ਹਾਂ ਕਿ ਹੁਣ ਅਸੀਂ ਝਗੜਾ ਨਹੀਂ ਕਰਾਂਗੇ। ਅਸੀਂ ਤਿੰਨਾਂ ਨੇ ਦਸਤਖਤ ਵੀ ਕੀਤੇ ਨੇ। ਰਾਧਾ ਦਰਵਾਜ਼ਾ ਖੋਲ ਦਿੰਦੀ ਹੈ। ਤਿੰਨੋਂ ਹੀ ਜੋੜੀਆਂ ਇੱਕ ਦੂਜੇ ਨੂੰ ਦੇਖ ਕੇ ਖੁਸ਼ ਹੋ ਜਾਂਦੀਆਂ ਨੇ ਤੇ ਇੱਕੋ ਨਾਲ ਪੌੜੀਆਂ ਉਤਰ ਕੇ ਹੇਠਾਂ ਆ ਜਾਂਦੀਆਂ ਨੇ। ਸਾਰਿਆਂ ਨੂੰ ਇੱਕੋ ਹੀ ਨਾਲ ਤੇ ਖੁਸ਼ ਵੇਖ ਕੇ, ਜੇ ਸਾਡੀ ਨੂੰਹਾਂ ਪੜ੍ਹੀ ਲਿਖੀਆਂ ਤੇ ਇੰਨੀ ਸੰਸਕਾਰੀ ਨਹੀਂ ਹੁੰਦੀਆਂ ਤੇ ਇਹ ਚਮਤਕਾਰ ਮੁਸ਼ਕਿਲ ਸੀ। ਹਾਂ, ਬਿਲਕੁਲ ਸਹੀ ਕਿਹਾ ਤੁਸੀਂ। ਪਰਿਵਾਰ ਨੂੰ ਇੱਕ ਦੂਸਰੇ ਨਾਲ ਜੋੜੀ ਰੱਖਣ ਵਿੱਚ ਇੱਕ ਪਤਨੀ ਦਾ ਬੜਾ ਵੱਡਾ ਹੱਥ ਹੁੰਦਾ ਹੈ। ਤਿੰਨੋਂ ਹੀ ਵਿਆਹੀ ਜੋੜੇ ਆਪਣੇ ਮਾਂ-ਪਿਓ ਦੇ ਪੈਰੀ ਹੱਥ ਲਾ ਕੇ ਉਹਨਾਂ ਤੋਂ ਆਸ਼ੀਰਵਾਦ ਲੈਂਦੇ ਨੇ। ਆਪਸੀ ਗੁੱਸਾ ਨਾਰਾਜ਼ਗੀ ਦੂਰ ਹੁੰਦਿਆਂ ਹੀ ਪੂਰਾ ਪਰਿਵਾਰ ਖੁਸ਼ਹਾਲ ਹੋ ਗਿਆ ਹੈ ਤੇ ਇਕਜੁੱਟ ਹੋ ਕੇ ਰਹਿਣ ਲੱਗਿਆ ਹੈ। ਹੁਣ ਸਾਰੇ ਆਪਸ ਵਿੱਚ ਮਿਲ ਜੁਲ ਕੇ ਰਹਿੰਦੇ ਨੇ ਤੇ ਉਹਨਾਂ ਵਿੱਚੋਂ ਕੋਈ ਵੀ ਝਗੜੇ ਵੀ ਨਹੀਂ ਹੁੰਦੇ। ਪਿੰਡ ਵਿੱਚ ਹਰੀ ਰਾਮ ਨਾਮ ਦਾ ਇੱਕ ਬਜ਼ੁਰਗ ਮਛੁਆਰਾ ਰਹਿੰਦਾ ਸੀ। ਉਹ ਨਹਿਰ ਤੋਂ ਮੱਛੀਆਂ ਫੜ ਕੇ ਪਿੰਡ ਦੇ ਬਾਜ਼ਾਰ ਵਿੱਚ ਵੇਚ ਕੇ ਆਪਣਾ ਗੁਜ਼ਾਰਾ ਕਰਦਾ ਸੀ। ਉਹਦੇ ਪਰਿਵਾਰ ਵਿੱਚ ਕੋਈ ਵੀ ਨਹੀਂ ਸੀ। ਓਹੋ, ਇੰਨੀ ਦੇਰ ਹੋ ਗਈ, ਪਤਾ ਹੀ ਨਹੀਂ ਚੱਲਿਆ ਕਦੋਂ ਸਵੇਰ ਹੋ ਗਈ। ਹੁਣ ਛੇਤੀ ਮੱਛੀਆਂ ਫੜਨ ਜਾਣਾ, ਨਹੀਂ ਤੇ ਅੱਜ ਭੁੱਖਾ ਹੀ ਰਹਿਣਾ ਪਊਗਾ। ਉਹ ਛੇਤੀ ਨਾਲ ਉੱਠ ਕੇ ਆਪਣੀ ਬਾਲਟੀ ਚੁੱਕਦਾ ਹੈ, ਉਹਦੇ ਵਿੱਚ ਜਾਲ ਰੱਖਦਾ ਹੈ ਤੇ ਨਹਿਰ ਵੱਲ ਤੁਰ ਪੈਂਦਾ ਹੈ। ਰਸਤੇ ਵਿੱਚ ਉਸ ਨੂੰ ਕੱਲੂ ਮਿਲਦਾ ਹੈ। ਕੀ ਹਾਲ ਹੈ ਬਾਊ ਜੀ, ਨਿਕਲ ਪਏ ਮੱਛੀ ਫੜਨ? ਹਾਂ ਪੁੱਤਰ, ਹੋਰ ਕੀ ਕਰਾਂ, ਜਾਣਾ ਤੇ ਪੈਣਾ ਹੀ ਏ। ਢਿੱਡ ਭਰਨ ਦੇ ਲਈ ਇਹ ਕੰਮ ਤੇ ਆਖਰੀ ਸਾਹ ਤੱਕ ਕਰਨਾ ਹੀ ਪੈਣਾ ਹੈ। ਜੇ ਅੱਜ ਮੇਰੀ ਵੀ ਕੋਈ ਔਲਾਦ ਹੁੰਦੀ ਤਾਂ ਮੈਨੂੰ ਇਹ ਸਭ ਨਹੀਂ ਕਰਨਾ ਪੈਂਦਾ। ਬਾਊ ਜੀ, ਜੇ ਤੁਹਾਡੀ ਆਪਣੀ ਕੋਈ ਔਲਾਦ ਨਹੀਂ ਤੇ ਕੀ ਹੋਇਆ? ਸਾਰਾ ਪਿੰਡ ਤੁਹਾਡਾ ਆਪਣਾ ਹੀ ਹੈ, ਅਸੀਂ ਸਾਰੇ ਤੁਹਾਡੇ ਨਾਲ ਹੈ। ਪੁੱਤਰ, ਤੂੰ ਕਿੰਨਾ ਚੰਗਾ ਹੈ, ਤੂੰ ਹਮੇਸ਼ਾ ਖੁਸ਼ ਰਹਿ। ਵੈਸੇ ਬਾਊ ਜੀ, ਅੱਜ ਕਿਹੜੀ ਮੱਛੀ ਫੜਨ ਜਾ ਰਹੇ ਹੋ ਤੁਸੀਂ? ਓਹ ਪੁੱਤਰ, ਹੁਣ ਮੈਂ ਕੀ ਦੱਸਾਂ। ਰੋਜ਼ ਇਹੀ ਸੋਚਦਾ ਕਿ ਭਾਈ ਅੱਜ ਕੋਈ ਵੱਡੀ ਮੱਛਲੀ ਹੱਥ ਲੱਗੇ, ਪਰ ਹੁੰਦਾ ਕੁਝ ਹੋ ਰਹੀ ਹੈ। ਰੋਜ਼ ਛੋਟੀਆਂ ਮੱਛਲੀਆਂ ਹੱਥ ਲੱਗਦੀਆਂ ਨੇ। ਪਤਾ ਨਹੀਂ ਕਦੀ ਕੋਈ ਵੱਡੀ ਮੱਛਲੀ ਮੇਰੇ ਜਾਲ ਵਿੱਚ ਫਸੇਗੀ ਵੀ ਜਾਂ ਨਹੀਂ। ਸਭ ਰੱਬ ਦੀ ਮਰਜ਼ੀ ਹੈ। ਉਹ ਬਾਲਟੀ ਵਿੱਚੋਂ ਜਾਲ ਕੱਢਦਾ ਹੈ ਤੇ ਨਹਿਰ ਵਿੱਚ ਸੁੱਟ ਕੇ ਰੱਬ ਨੂੰ ਅਰਦਾਸ ਕਰਦਾ ਹੈ। ਓਏ ਮੇਰੇ ਰੱਬਾ, ਅੱਜ ਕੋਈ ਵੱਡੀ ਮੱਛਲੀ ਮੇਰੇ ਜਾਲ ਵਿੱਚ ਫਸਾ ਦੇ, ਤੇਰੀ ਬੇਰੀ ਮਿਹਰਬਾਨੀ ਹੋਵੇਗੀ।
ਇਹ ਅਰਦਾਸ ਕਰਕੇ ਜਦੋਂ ਉਹ ਨਹਿਰ ਵਿੱਚੋਂ ਆਪਣਾ ਜਾਲ ਬਾਹਰ ਕੱਢਦਾ ਹੈ ਤਾਂ ਵੇਖਦਾ ਹੈ ਕਿ ਵੱਡੀ ਮੱਛੀ ਦੇ ਦੂਰ ਉਹਦੇ ਜਾਲ ਵਿੱਚ ਤਾਂ ਕੋਈ ਛੋਟੀ ਮੱਛੀ ਵੀ ਨਹੀਂ ਫਸੀ। ਹਾਏ ਰੱਬਾ, ਇਹ ਕੀ ਹੋ ਗਿਆ? ਮੈਂ ਰੱਬ ਨੂੰ ਇੰਨੀ ਅਰਦਾਸ ਵੀ ਕੀਤੀ ਪਰ ਉਸਨੇ ਮੇਰੀ ਇੱਕ ਵੀ ਨਹੀਂ ਸੁਣੀ। ਵੱਡੀ ਮਛਲੀ ਤੇ ਕੀ, ਇੱਕ ਛੋਟੀ ਮਛਲੀ ਵੀ ਨਹੀਂ ਫਸੀ ਮੇਰੇ ਜਾਲ 'ਚ। ਉਹ ਦੁਬਾਰਾ ਨਹਿਰ ਦੇ ਵਿੱਚ ਆਪਣਾ ਜਾਲ ਸੁੱਟਦਾ ਹੈ। ਦੂਰ ਨਹਿਰ ਦੇ ਕੰਢੇ ਖੜਾ ਇੱਕ ਬੰਦਾ ਇਹ ਸਾਰਾ ਕੁਝ ਵੇਖਦਾ ਪਿਆ ਹੁੰਦਾ ਹੈ। ਇਸ ਵਾਰ ਕੋਈ ਤੇ ਮਛਲੀ ਫਸ ਜਾਵੇ, ਘੱਟੋ ਘੱਟ ਭੁੱਖਾ ਤਾਂ ਨਹੀਂ ਮਰਾਂਗਾ। ਉਹਨੂੰ ਵੇਚ ਕੇ ਥੋੜੇ ਪੈਸੇ ਮਿਲ ਜਾਣਗੇ ਮੈਨੂੰ। ਇਸ ਵਾਰ ਜਦੋਂ ਉਹ ਜਾਲ ਬਾਹਰ ਖਿੱਚਦਾ ਹੈ ਤਾਂ ਵੇਖਦਾ ਹੈ ਕਿ ਕੁਝ ਛੋਟੀਆਂ ਮੱਛੀਆਂ ਉਹਦੇ ਜਾਲ ਵਿੱਚ ਫਸ ਗਈਆਂ ਹਨ। ਚਲੋ, ਕੁਝ ਮਛਲੀਆਂ ਤੇ ਮਿਲੀਆਂ। ਦਾਦਾ ਜੀ, ਇਹ ਕੀ ਦਾਦਾ ਜੀ, ਕੋਈ ਵੱਡੀ ਮੱਛੀ ਨਹੀਂ ਫਸੀ? ਇਹ ਛੋਟੀਆਂ ਛੋਟੀਆਂ ਹੀ ਹੱਥ ਆਈਆਂ ਨੇ। ਹੁਣ ਤੈਨੂੰ ਕੀ ਦੱਸਾਂ ਪੁੱਤਰ, ਇਸ ਉਮਰ ਵਿੱਚ ਤਾਂ ਬਸ ਕੰਡੇ ਤੋਂ ਹੀ ਮੱਛੀਆਂ ਫੜਨੀਆਂ ਪੈਂਦੀਆਂ ਨੇ। ਵੱਡੀ ਮਛਲੀ ਦੇ ਲਈ ਤੇ ਗਹਿਰਾਈ ਵਿੱਚ ਉਤਰਨਾ ਪੈਂਦਾ ਹੈ, ਉੱਥੇ ਤੇ ਮੈਂ ਨਹੀਂ ਜਾ ਸਕਦਾ। ਪਰ ਦਾਦਾ ਜੀ, ਇਹ ਛੋਟੀਆਂ ਮੱਛੀਆਂ ਨਾਲ ਤੁਹਾਨੂੰ ਕਿੰਨੇ ਪੈਸੇ ਮਿਲਣਗੇ? ਗੁਜ਼ਾਰਾ ਵੀ ਨਹੀਂ ਹੋਣਾ। ਵੱਡੀ ਮੱਛਲੀ ਫੜੋ ਤਾਂ ਗੱਲ ਬਣੇ। ਮਜ਼ਾਕ ਉਡਾਉਂਦਾ ਪਿਆ ਨਾ ਤੂੰ ਵੀ ਇਸ ਬੁੱਢੇ ਦਾ ਪੁੱਤਰ। ਜਦੋਂ ਮੇਰੀ ਉਮਰ ਦਾ ਹੋਵੇਗਾ ਨਾ, ਫਿਰ ਪਤਾ ਚੱਲੂਗਾ ਕਿ ਕਿੰਨਾ ਔਖਾ ਹੁੰਦਾ ਹੈ ਇਸ ਉਮਰ ਵਿੱਚ ਆ ਕੇ ਕੰਮ ਕਰਨਾ। ਇਹ ਕਹਿ ਕੇ ਹਰੀ ਰਾਮ ਬਾਜ਼ਾਰ ਵਿੱਚ ਆਪਣੀਆਂ ਮੱਛੀਆਂ ਵੇਚਣ ਚਲਾ ਜਾਂਦਾ ਹੈ ਅਤੇ ਆਪਣੀ ਰੋਜ਼ ਵਾਲੀ ਜਗ੍ਹਾ ਉੱਪਰ ਜਾ ਕੇ ਬੈਠ ਜਾਂਦਾ ਹੈ। ਉਹਦੇ ਬਿਲਕੁਲ ਨਾਲ ਵਾਲੀ ਜਗ੍ਹਾ ਉੱਪਰ ਕਿਸ਼ਨ ਵੀ ਆਪਣੀਆਂ ਮੱਛੀਆਂ ਵੇਚ ਰਿਹਾ ਹੁੰਦਾ ਹੈ। ਕੀ ਗੱਲ ਦਾਦਾ ਜੀ, ਅੱਜ ਫਿਰ ਛੋਟੀਆਂ ਮੱਛੀਆਂ ਹੀ ਲਿਆਇਓ? ਹਾਂ ਪੁੱਤਰ, ਮੇਰੇ ਜਾਲ ਵਿੱਚ ਬਸ ਇਹੀ ਮਛਲੀਆਂ ਫਸਦੀਆਂ ਨੇ, ਪਰ ਤੇਰੇ ਕੋਲ ਤੇ ਕਿੰਨੀ ਸਾਰੀਆਂ ਵੱਡੀਆਂ ਮਛਲੀਆਂ ਨੇ। ਉਦੋਂ ਹੀ ਇੱਕ ਗਾਹਕ ਹਰੀ ਰਾਮ ਦੇ ਕੋਲ ਆਉਂਦਾ ਹੈ। ਵੱਡੀਆਂ ਮੱਛੀਆਂ ਹੈਗੀਆਂ ਨੇ? ਨਹੀਂ, ਪਰ ਇਹੀ ਛੋਟੀਆਂ ਮੱਛੀਆਂ ਵੀ ਬੜੀਆਂ ਸਵਾਦ ਬੰਦੀਆਂ ਨੇ, ਇਹੀ ਲੈ ਜਾ। ਨਹੀਂ, ਮੈਨੂੰ ਤਾਂ ਵੱਡੀ ਮੱਛਲੀਆਂ ਹੀ ਚਾਹੀਦੀਆਂ ਨੇ। ਇਹ ਕਹਿ ਕੇ ਗਾਹਕ ਕਿਸ਼ਨ ਦੇ ਕੋਲ ਚਲਾ ਜਾਂਦਾ ਹੈ ਤੇ ਉਹਦੇ ਕੋਲੋਂ ਮੱਛੀ ਖਰੀਦ ਲੈਂਦਾ ਹੈ। ਮੈਨੂੰ ਜ਼ਰਾ ਇਹ ਵਾਲੀ ਦੇ ਦਿਓ 2 ਕਿਲੋ। ਆ ਲੈ ਭਾਈ। ਹਰੀ ਰਾਮ ਚੁੱਪਚਾਪ ਇਹ ਸਭ ਵੇਖਦਾ ਰਹਿੰਦਾ ਹੈ ਤੇ ਬੜਾ ਹੀ ਦੁਖੀ ਹੁੰਦਾ ਹੈ ਕਿ ਉਹਦੇ ਕੋਲੋਂ ਕੋਈ ਵੀ ਮੱਛੀ ਨਹੀਂ ਖਰੀਦਦਾ। ਪਰ ਉਦੋਂ ਹੀ ਇੱਕ ਗਾਹਕ ਉਹਦੇ ਕੋਲ ਆਉਂਦਾ ਹੈ। ਬਾਬਾ, ਇਹ ਮੱਛੀ ਕੀ ਭਾਅ ਹੈ? 50 ਰੁਪਏ ਦੀਆਂ 10 ਮੱਛੀ। 50 ਰੁਪਏ ਦੀਆਂ 10 ਮਛਲੀਆਂ ਨੇ। 50 ਰੁਪਏ ਤਾਂ ਬਹੁਤ ਜ਼ਿਆਦਾ ਨੇ। ਇਹ ਛੋਟੀ ਵਾਲੀ ਮੱਛੀਆਂ ਦੇ ਮੈਂ 40 ਰੁਪਏ ਦਵਾਂਗਾ। ਅੱਛਾ ਠੀਕ ਹੈ ਪੁੱਤਰ, 40 ਰੁਪਏ ਹੀ ਦੇ ਦੇ ਮੈਨੂੰ। ਸ਼ਾਮ ਹੋ ਜਾਂਦੀ ਹੈ ਪਰ ਹਰੀ ਰਾਮ ਦੇ ਕੋਲ ਕੋਈ ਵੀ ਗਾਹਕ ਨਹੀਂ ਆਉਂਦਾ। ਰੋਜ਼ ਵਾਂਗ ਹੀ ਉਹ ਬਚੀਆਂ ਹੋਈਆਂ ਮੱਛੀਆਂ ਲੈ ਕੇ ਆਪਣੇ ਘਰ ਚਲਾ ਜਾਂਦਾ ਹੈ। ਅੱਜ ਵੀ ਬੜੇ ਥੋੜੇ ਪੈਸੇ ਮਿਲਨੇ ਨੇ। ਚਲੋ ਕੋਈ ਗੱਲ ਨਹੀਂ, ਇੰਨਾ ਪੈਸਿਆਂ ਦੇ ਥੋੜੇ ਚੌਲ ਤੇ ਤੇਲ ਲੈ ਲਵਾਂਗਾ। ਹਰੀ ਰਾਮ ਘਰ ਆ ਕੇ ਚੌਲ ਤੇ ਮੱਛੀ ਬਣਾਉਂਦਾ ਹੈ। ਫਿਰ ਉਹਦੇ ਵਿੱਚੋਂ ਥੋੜੇ ਚੌਲ ਤੇ ਮੱਛੀ ਇੱਕ ਪਲੇਟ ਵਿੱਚ ਲੈ ਕੇ ਆਪਣੇ ਘਰੋਂ ਬਾਹਰ ਜਾਂਦਾ ਹੈ। ਉਹਦੇ ਘਰ ਤੋਂ ਥੋੜੀ ਹੀ ਦੂਰ ਇੱਕ ਝੌਂਪੜੀ ਹੁੰਦੀ ਹੈ ਜਿਹਦੇ ਵਿੱਚ 11-12 ਸਾਲ ਦਾ ਇੱਕ ਬੱਚਾ ਰਹਿੰਦਾ ਹੈ। ਹਰੀ ਰਾਮ ਉੱਥੇ ਪਹੁੰਚ ਕੇ, ਪੁੱਤਰ ਪਿੰਟੂ, ਪਿੰਟੂ। ਹਾਂ ਦਾਦਾ ਜੀ, ਤੁਸੀਂ ਆ ਗਏ? ਹਾਂ, ਇਹ ਲੈ ਪੁੱਤਰ, ਖਾ ਲੈ। ਦਾਦਾ ਜੀ, ਤੁਸੀਂ ਰੋਜ਼ ਹੀ ਮੈਨੂੰ ਖਾਣਾ ਖਵਾਉਂਦੇ ਹੋ। ਜੇ ਤੁਸੀਂ ਨਾ ਹੁੰਦੇ ਤੇ ਮੈਂ ਭੁੱਖਾ ਹੀ ਮਰ ਜਾਣਾ ਸੀ। ਨਾ ਪੁੱਤਰ, ਜ਼ਿਆਦਾ ਕੁਝ ਤੇ ਨਹੀਂ ਮੈਂ ਤੈਨੂੰ ਦੇ ਸਕਦਾ। ਮੁਸ਼ਕਿਲ ਨਾਲ ਤੇ ਮੈਂ ਬਸ ਇੱਕ ਵੇਲੇ ਦੀ ਰੋਟੀ ਕਮਾ ਪਾਉਣਾ। ਬਸ ਉਸੇ ਵਿੱਚੋਂ ਹੀ ਥੋੜਾ ਬਹੁਤ ਤੈਨੂੰ ਵੀ ਖਵਾ ਦੇਣਾ। ਪਿੰਟੂ ਇਸ ਪਿੰਡ ਦਾ ਰਹਿਣ ਵਾਲਾ ਨਹੀਂ ਸੀ। ਕੋਈ ਉਸ ਨੂੰ ਇੱਥੇ ਛੱਡ ਕੇ ਚਲਾ ਗਿਆ ਸੀ। ਫਿਰ ਪਿੰਟੂ ਨੇ ਲੱਕੜੀ ਤੇ ਘਰ ਪਤਵਾਰ ਨਾਲ ਆਪਣੇ ਰਹਿਣ ਦੇ ਲਈ ਇੱਕ ਝੌਂਪੜੀ ਬਣਾ ਲਈ। ਕੋਈ ਉਸ ਨੂੰ ਕੱਪੜੇ ਦੇ ਦਿੰਦਾ ਸੀ ਤੇ ਕੋਈ ਉਹਨੂੰ ਖਾਣਾ ਦੇ ਦਿੰਦਾ। ਪਰ ਹਰੀ ਰਾਮ ਰੋਜ਼ ਰਾਤ ਨੂੰ ਪਿੰਟੂ ਨੂੰ ਖਾਣਾ ਖਵਾਉਂਦਾ ਸੀ। ਅਗਲੇ ਦਿਨ ਫਿਰ ਹਰੀ ਰਾਮ ਨਹਿਰ ਉੱਪਰ ਆਪਣੀ ਬਾਲਟੀ ਅਤੇ ਜਾਲ ਲੈ ਕੇ ਜਾਂਦਾ ਹੈ। ਹਾਏ ਮੇਰੇ ਰੱਬਾ, ਅੱਜ ਕੋਈ ਵੱਡੀ ਮੱਛਲੀ ਮੇਰੇ ਜਾਲ ਵਿੱਚ ਫਸਾ ਦੇ। ਉਹ ਮਨ ਹੀ ਮਨ ਅਰਦਾਸ ਕਰਦਾ ਹੈ ਤੇ ਜਾਲ ਨਹਿਰ ਦੇ ਵਿੱਚ ਸੁੱਟਦਾ ਹੈ। ਜਦੋਂ ਉਹ ਜਾਲ ਨੂੰ ਬਾਹਰ ਵੱਲ ਖਿੱਚਦਾ ਹੈ ਤਾਂ ਜਾਲ ਖਿੱਚਿਆ ਹੀ ਨਹੀਂ ਜਾਂਦਾ। ਇਹ ਤੇ ਬੜਾ ਭਾਰੀ ਹੋ ਗਿਆ ਹੈ। ਲੱਗਦਾ ਹੈ ਕੋਈ ਵੱਡੀ ਮੱਛਲੀ ਫਸ ਗਈ ਹੈ, ਪਰ ਇੰਨਾ ਭਾਰੀ ਕਿਵੇਂ ਹੋ ਗਿਆ ਹੈ? ਉਦੋਂ ਹੀ ਉਹ ਆਦਮੀ ਦੁਬਾਰਾ ਉੱਥੇ ਆਉਂਦਾ ਕੀ ਹੈ। ਹੋਇਆ ਦਾਦਾ? ਜਾਲ ਖਿੱਚਿਆ ਨਹੀਂ ਜਾਂਦਾ ਪਿਆ? ਪੁੱਤਰ, ਲੱਗਦਾ ਹੈ ਜਾਲ ਕਿੱਥੇ ਫਸ ਚੁੱਕਿਆ ਹੈ, ਕਿਉਂਕਿ ਇੰਨੀ ਭਾਰ ਕਿਸੇ ਮੱਛਲੀ ਦਾ ਤੇ ਨਹੀਂ ਹੁੰਦਾ। ਜਾਲ ਖਿੱਚਿਆ ਨਹੀਂ ਜਾ ਰਿਹਾ ਮੇਰੇ ਕੋਲੋਂ। ਜਾਲ ਖਿੱਚਣ ਵਿੱਚ ਮੇਰੀ ਥੋੜੀ ਮਦਦ ਕਰ ਦੇਵੇਂਗਾ ਪੁੱਤਰ? ਹਾਂ ਜ਼ਰੂਰ। ਉਹ ਦੋਵੇਂ ਮਿਲ ਕੇ ਜਾਲ ਨੂੰ ਖਿੱਚਦੇ ਹਨ। ਜਾਲ ਬਾਹਰ ਨਿਕਲਦੇ ਹੀ ਉਹ ਵੇਖਦੇ ਹਨ ਕਿ ਜਾਲ ਦੇ ਵਿੱਚ ਬੜੀ ਵੱਡੀ ਤੇ ਮੋਟੀ ਮੱਛੀ ਫਸੀ ਹੋਈ ਹੈ ਜਿਹਦਾ ਰੰਗ ਸੁਨਹਿਰਾ ਹੈ। ਹੈ, ਇੰਨੀ ਵੱਡੀ ਮੱਛੀ! ਇਹੋ ਜਿਹੀ ਮੱਛੀ ਤੇ ਮੈਂ ਅੱਜ ਤੱਕ ਨਹੀਂ ਵੇਖੀ। ਦਾਦਾ, ਇਹ ਤਾਂ ਕੋਈ ਵਿਦੇਸ਼ੀ ਮਛਲੀ ਹੈ।
ਇਹਨੂੰ ਵੇਚ ਕੇ ਤਾਂ ਬਥੇਰੇ ਪੈਸੇ ਮਿਲਣਗੇ। ਜਾਓ ਜਾਓ ਦਾਦਾ, ਛੇਤੀ ਬਾਜ਼ਾਰ ਜਾਓ, ਤੁਹਾਡੀ ਕਿਸਮਤ ਖੁੱਲ ਗਈ ਹੈ। ਉਦੋਂ ਹੀ ਉੱਥੇ ਪਿੰਟੂ ਆਉਂਦਾ ਹੈ ਤੇ ਉਸ ਮੱਛੀ ਨੂੰ ਚੁੱਕ ਕੇ ਹਰੀ ਰਾਮ ਨੂੰ ਕਹਿੰਦਾ ਹੈ, ਚਲੋ ਦਾਦਾ ਜੀ ਬਾਜ਼ਾਰ ਚੱਲੀਏ। ਹਰੀ ਰਾਮ ਅਤੇ ਪਿੰਟੂ ਮੱਛੀ ਲੈ ਕੇ ਬਾਜ਼ਾਰ ਆਉਂਦੇ ਹਨ। ਦਾਦਾ ਇਹ ਕਿਹੜੀ ਮੱਛੀ ਆ? ਇਹ ਤਾਂ ਬੜੀ ਮਹਿੰਗੀ ਮੱਛੀ ਲੱਗਦੀ ਆ। ਜਲਦੀ ਹੀ ਵਿਦੇਸ਼ੀ ਮੱਛੀ ਦੀ ਚਰਚਾ ਪੂਰੇ ਬਾਜ਼ਾਰ ਵਿੱਚ ਹੋਣ ਲੱਗ ਪੈਂਦੀ ਹੈ। ਲੋਕ ਦੂਰੋਂ ਦੂਰੋਂ ਵਿਦੇਸ਼ੀ ਮੱਛੀ ਵੇਖਣ ਦੇ ਲਈ ਭੀੜ ਲਾ ਲੈਂਦੇ ਹਨ। ਉਸੇ ਬਾਜ਼ਾਰ ਵਿੱਚ ਸ਼ਹਿਰ ਦਾ ਇੱਕ ਵੱਡਾ ਸੇਠ ਵੀ ਆਇਆ ਹੋਇਆ ਸੀ। ਉਹ ਵੀ ਹਰੀ ਰਾਮ ਦੇ ਕੋਲ ਆਉਂਦਾ ਹੈ। ਹਾਏ ਓਏ, ਇਹ ਮੱਛੀ ਤੇਰੇ ਕੋਲ ਕਿਵੇਂ? ਇਹ ਮੱਛਲੀ ਮੈਂ ਫੜੀ ਹੈ। ਮੈਂ ਇਸ ਮੱਛੀ ਦੇ ਤੁਹਾਨੂੰ 50,000 ਰੁਪਏ ਦਵਾਂਗਾ, ਤੁਸੀਂ ਇਹ ਮੈਨੂੰ ਦੇ ਦੇਵੋ। 50,000? 50,000 ਰੁਪਏ ਸੁਣ ਕੇ ਹਰੀ ਰਾਮ ਨੂੰ ਆਪਣੇ ਕੰਨਾਂ ਉੱਪਰ ਯਕੀਨ ਹੀ ਨਹੀਂ ਹੁੰਦਾ। ਹਾਂ 50,000। ਇਹ ਕੋਈ ਮਾਮੂਲੀ ਮੱਛੀ ਨਹੀਂ ਹੈ, ਸ਼ਹਿਰ ਦੇ ਵਿੱਚ ਇਸ ਦੇ ਲੱਖ ਰੁਪਏ ਮਿਲਣਗੇ। ਹਰੀ ਰਾਮ ਮੱਛੀ ਸੇਠ ਨੂੰ ਦੇ ਦਿੰਦਾ ਹੈ ਅਤੇ ਉਹਦੇ ਕੋਲੋਂ 50,000 ਰੁਪਏ ਲੈ ਲੈਂਦਾ ਹੈ। ਇਹਨੂੰ ਗੱਡੀ 'ਚ ਰਖਵਾਈ। ਸੇਠ ਉੱਥੋਂ ਚਲਾ ਜਾਂਦਾ ਹੈ। ਰੱਬਾ ਤੂੰ ਮੇਰੀ ਅਰਦਾਸ ਸੁਣ ਲਈ ਏ। ਜਿਹਨੂੰ ਦਿਨ ਵਿੱਚ 50 ਰੁਪਏ ਵੀ ਨਹੀਂ ਮਿਲਦੇ ਸੀ, ਉਹਨੂੰ ਤੂੰ ਅੱਜ 50,000 ਰੁਪਏ ਦੇ ਦਿੱਤੇ ਨੇ। ਚਿੰਟੂ ਪੁੱਤਰ, ਅੱਜ ਤੋਂ ਤੂੰ ਮੇਰੇ ਨਾਲ ਐਸੀ ਘਰ 'ਚ ਰਵੇਂਗਾ। ਇੰਨਾ ਪੈਸੇ ਨਾਲ ਸਾਡੀ ਦੋਨਾਂ ਦੀ ਜ਼ਿੰਦਗੀ ਬੜੇ ਆਰਾਮ ਨਾਲ ਗੁਜ਼ਰੇਗੀ। ਠੀਕ ਹੈ ਦਾਦਾ ਜੀ, ਪਰ ਕੀ ਮੈਂ ਤੁਹਾਨੂੰ ਇੱਕ ਸਲਾਹ ਦੇ ਸਕਦਾ? ਹਾਂ ਹਾਂ ਪੁੱਤਰ ਬੋਲ। ਕਿਉਂ ਨਾ ਅਸੀਂ ਇੰਨਾ ਪੈਸਿਆਂ ਦਾ ਥੋੜਾ ਸਮਾਨ ਹੀ ਖਰੀਦ ਲਈਏ ਤੇ ਘਰ ਵਿੱਚ ਹੀ ਦੁਕਾਨ ਲਾ ਕੇ ਵੇਚਣਾ ਸ਼ੁਰੂ ਕਰ ਦਈਏ। ਇਸ ਤਰ੍ਹਾਂ ਕਮਾਈ ਵੀ ਹੁੰਦੀ ਰਹੇਗੀ ਤੇ ਤੁਹਾਨੂੰ ਮੱਛੀਆਂ ਫੜਨ ਨਹਿਰ ਉੱਤੇ ਵੀ ਨਹੀਂ ਜਾਣਾ ਪਵੇਗਾ। ਹਾਂ ਹਾਂ ਪੁੱਤਰ, ਗੱਲ ਤੇ ਤੇਰੀ ਬਿਲਕੁਲ ਸਹੀ ਹੈ। ਹੁਣ ਮੈਂ ਘਰ ਬੈਠ ਕੇ ਆਰਾਮ ਨਾਲ ਕੰਮ ਕਰਾਂਗਾ। ਹਰੀ ਰਾਮ ਅਤੇ ਪਿੰਟੂ ਬਾਜ਼ਾਰ ਤੋਂ ਕੁਝ ਸਮਾਨ ਲੈ ਕੇ ਆਉਂਦੇ ਹਨ ਅਤੇ ਆਪਣੀ ਦੁਕਾਨ ਘਰ ਤੋਂ ਹੀ ਸ਼ੁਰੂ ਕਰ ਦਿੰਦੇ ਹਨ। ਸਾਰੇ ਪਿੰਡ ਵਾਲੇ ਹਰੀ ਰਾਮ ਕੋਲੋਂ ਹੀ ਸਮਾਨ ਲੈਣ ਆਉਂਦੇ ਹਨ, ਕਿਉਂਕਿ ਪਿੰਡ ਵਿੱਚ ਕੋਈ ਹੋਰ ਦੁਕਾਨ ਹੀ ਨਹੀਂ ਸੀ। ਸਾਰੇ ਪਿੰਡ ਵਾਲੇ ਬਾਜ਼ਾਰ ਤੋਂ ਹੀ ਸਮਾਨ ਲੈ ਕੇ ਆਉਂਦੇ ਸੀ। ਪੁੱਤਰ ਪਿੰਟੂ, ਹੁਣ ਸਾਡੇ ਹਾਲਾਤ ਕੁਝ ਸੁਧਰ ਗਏ ਨੇ। ਮੈਂ ਚਾਹੁੰਨਾ ਕਿ ਤੂੰ ਸਕੂਲ ਵਿੱਚ ਜਾ ਕੇ ਆਪਣੀ ਪੜ੍ਹਾਈ ਕਰ। ਹਰੀ ਰਾਮ ਪਿੰਟੂ ਦਾ ਐਡਮਿਸ਼ਨ ਪਿੰਡ ਦੇ ਸਕੂਲ ਵਿੱਚ ਕਰਵਾ ਦਿੰਦਾ ਹੈ। ਪਿੰਟੂ ਹੁਣ ਸਕੂਲ ਜਾਣ ਲੱਗ ਪੈਂਦਾ ਹੈ ਤੇ ਹਰੀ ਰਾਮ ਘਰ ਤੋਂ ਹੀ ਆਪਣੀ ਦੁਕਾਨ ਚਲਾਉਂਦਾ ਹੈ। ਹੁਣ ਦੋਵੇਂ ਖੁਸ਼ੀ-ਖੁਸ਼ੀ ਇੱਕ ਦੂਸਰੇ ਦੇ ਨਾਲ ਰਹਿੰਦੇ ਹਨ ਅਤੇ ਇੱਕ ਦੂਸਰੇ ਦਾ ਸਹਾਰਾ ਬਣ ਜਾਂਦੇ ਹਨ। ਰਤਨ ਤੇ ਉਸ ਦਾ ਪਰਿਵਾਰ ਗਾਂ ਦਾ ਦੁੱਧ ਵੇਚ ਕੇ ਆਪਣਾ ਗੁਜ਼ਾਰਾ ਕਰਦੇ ਸਨ। ਇੱਕ ਦਿਨ ਉਹਨਾਂ ਦੀ ਗਾਂ ਮਰ ਜਾਂਦੀ ਹੈ ਅਤੇ ਉਹਨਾਂ ਦੇ ਘਰ ਖਾਣ ਦੀ ਵੀ ਕਿੱਲਤ ਹੋ ਜਾਂਦੀ ਹੈ। ਪਰ ਫਿਰ ਵੀ ਉਹ ਉਸ ਗਰੀਬ ਬੁੱਢੀ ਨੂੰ ਆਪਣੇ ਹਿੱਸੇ ਦਾ ਖਾਣਾ ਦੇ ਦਿੰਦੇ ਹੈ, ਜਿਸ ਤੋਂ ਬਾਅਦ ਉਹਨਾਂ ਦੀ ਕਿਸਮਤ ਹੀ ਪਲਟ ਜਾਂਦੀ ਹੈ। ਮਾਧੋਪੁਰ ਨਾਂ ਦੇ ਪਿੰਡ ਵਿੱਚ ਰਤਨ ਆਪਣੀ ਵੋਟੀ ਗੀਤਾ ਅਤੇ ਧੀ ਮੀਤੂ ਦੇ ਨਾਲ ਰਹਿੰਦਾ ਸੀ। ਉਸ ਦੇ ਕੋਲ ਇੱਕ ਗਾਂ ਸੀ, ਜਿਸ ਦਾ ਦੁੱਧ ਵੇਚ ਕੇ ਉਹ ਆਪਣਾ ਘਰ ਚਲਾਉਂਦਾ ਸੀ। ਗੀਤਾ, ਮੈਂ ਦੁੱਧ ਵੇਚਣ ਜਾ ਰਿਹਾ। ਅੱਜ ਗਾਂ ਨੇ ਦੁੱਧ ਘੱਟ ਦਿੱਤਾ ਹੈ। ਵੇਖੋ ਅੱਜ ਕਿੰਨੇ ਪੈਸੇ ਮਿਲਦੇ ਨੇ। ਕੋਈ ਗੱਲ ਨਹੀਂ ਜੀ, ਜਿੰਨੇ ਵੀ ਮਿਲਣਗੇ ਉਹਨੇ ਵਿੱਚ ਹੀ ਗੁਜ਼ਾਰਾ ਕਰ ਲਵਾਂਗੇ। ਰਤਨ ਦੁੱਧ ਵੇਚਣ ਲਈ ਚਲਾ ਜਾਂਦਾ ਹੈ। ਮੀਤੂ ਸਕੂਲ ਜਾਣ ਦੇ ਲਈ ਤਿਆਰ ਹੋ ਰਹੀ ਹੈ। ਬੇਟੀ ਮੀਤੂ, ਜਲਦੀ ਤਿਆਰ ਹੋ ਕੇ ਸਕੂਲ ਜਾ। ਹਾਂ, ਮੈਂ ਤਿਆਰ ਹੋ ਰਹੀ ਹਾਂ। ਉਦੋਂ ਹੀ ਘਰ ਦੇ ਬਾਹਰ ਕਿਸੇ ਦੀ ਆਵਾਜ਼ ਸੁਣਾਈ ਦਿੰਦੀ ਹੈ। ਮੀਤੂ ਬੂਹਾ ਖੋਲ ਕੇ ਬਾਹਰ ਆਂਦੀ ਹੈ ਤਾਂ ਉਸ ਨੂੰ ਇੱਕ ਬੁੱਢੀ ਦਿਸਦੀ ਹੈ। ਦਾਦੀ ਅੰਮਾ, ਕੀ ਚਾਹੀਦਾ ਤੁਹਾਨੂੰ? ਧੀਏ, ਕੁਝ ਖਾਣ ਲਈ ਦੇ ਦੇ, ਬੜੀ ਭੁੱਖ ਲੱਗੀ ਆ। ਚੰਗਾ ਦਾਦੀ ਅੰਮਾ, ਮੈਂ ਹੁਣੇ ਲੈ ਕੇ ਆਉਣੀ ਆ। ਮਾਂ, ਬਾਹਰ ਇੱਕ ਦਾਦੀ ਅੰਮਾ ਆਈ ਹੈ, ਉਹਨੂੰ ਕੁਝ ਖਾਣ ਦੇ ਲਈ ਦੇ ਦੇ, ਉਹ ਬਹੁਤ ਭੁੱਖੇ ਨੇ। ਹਾਂ ਜ਼ਰੂਰ। ਗੀਤਾ ਰਸੋਈ ਵਿੱਚੋਂ ਥਾਲੀ ਵਿੱਚ ਸਬਜ਼ੀ ਅਤੇ ਰੋਟੀ ਲੈ ਕੇ ਆਂਦੀ ਹੈ ਅਤੇ ਦਾਦੀ ਅੰਮਾ ਨੂੰ ਦੇ ਦਿੰਦੀ ਹੈ। ਅੰਮਾ ਜੀ, ਲਓ ਖਾ ਲਓ। ਧੀਏ, ਤੇਰਾ ਪਰਿਵਾਰ ਹਮੇਸ਼ਾ ਹੱਸਦਾ ਵਸਦਾ ਰਹੇ। ਤੂੰ ਮੇਰੇ ਵਰਗੀ ਭੁੱਖੀ ਨੂੰ ਖਾਣਾ ਦਿੱਤਾ। ਖਾਣਾ ਖਾ ਕੇ ਉਹ ਬੁੱਢੀ ਔਰਤ ਗੀਤਾ ਨੂੰ ਆਸ਼ੀਰਵਾਦ ਦੇ ਕੇ ਚਲੀ ਜਾਂਦੀ ਹੈ। ਹੁਣ ਇਸ ਤਰ੍ਹਾਂ ਹਰ 3-4 ਦਿਨਾਂ ਦੇ ਬਾਅਦ ਉਹ ਬੁੱਢੀ ਔਰਤ ਗੀਤਾ ਕੋਲੋਂ ਖਾਣਾ ਮੰਗਣ ਆ ਜਾਂਦੀ ਹੈ। ਗੀਤਾ ਅਤੇ ਮੀਤੂ ਉਸ ਨੂੰ ਖਾਣਾ ਖਵਾਉਂਦੇ ਨੇ ਤੇ ਖਾਣਾ ਖਾ ਕੇ ਉਹ ਉਹਨਾਂ ਨੂੰ ਆਸ਼ੀਰਵਾਦ ਦੇ ਕੇ ਚਲੀ ਜਾਂਦੀ ਹੈ। ਰੱਬ ਤੈਨੂੰ ਤੇ ਤੇਰੇ ਪਰਿਵਾਰ ਨੂੰ ਹਮੇਸ਼ਾ ਖੁਸ਼ ਰੱਖੇ। ਫਿਰ ਇੱਕ ਦਿਨ ਜਦ ਰਤਨ ਗਾਂ ਦੇ ਕੋਲ ਦੁੱਧ ਕੱਢਣ ਲਈ ਗਿਆ ਤਾਂ ਉਸਨੇ ਵੇਖਿਆ ਕਿ ਉਸ ਦੀ ਗਾਂ ਜ਼ਮੀਨ ਦੇ ਉੱਤੇ ਬੇਹੋਸ਼ ਪਈ ਸੀ। ਗਾਂ ਹੁਣ ਮਰ ਚੁੱਕੀ ਸੀ। ਹਾਏ ਰੱਬਾ, ਇਹ ਕੀ ਹੋ ਗਿਆ? ਮੇਰੀ ਪਿਆਰੀ ਜਿਹੀ ਗਾਂ ਕਿਸ ਤਰ੍ਹਾਂ ਮਰ ਗਈ? ਇਹ ਕਹਿ ਕੇ ਉਹ ਰੋਣ ਲੱਗਿਆ। ਉਸ ਦੀ ਆਵਾਜ਼ ਸੁਣ ਕੇ ਗੀਤਾ ਅਤੇ ਮੀਤੂ ਵੀ ਉੱਥੇ ਆ ਗਏ।
ਇਹ ਕੀ ਹੋ ਗਿਆ ਸਾਡੀ ਗਾਂ ਨੂੰ? ਸ਼ਾਇਦ ਰਾਤ ਨੂੰ ਕਿਸੇ ਸੱਪ ਨੇ ਡਸ ਲਿਆ ਇਹਨੂੰ। ਹੁਣ ਅਸੀਂ ਕੀ ਕਰਾਂਗੇ ਜੀ? ਇਹ ਗਾਂ ਹੀ ਤੇ ਇਕਲੌਤਾ ਸਹਾਰਾ ਸੀ ਸਾਡੇ ਪਰਿਵਾਰ ਦਾ। ਮਾਂ, ਅਸੀਂ ਦੂਜੀ ਗਾਂ ਲੈ ਆਵਾਂਗੇ। ਨਹੀਂ ਬੇਟਾ, ਸਾਡੇ ਕੋਲ ਅਜੇ ਦੂਸਰੀ ਗਾਂ ਜੋਗੇ ਪੈਸੇ ਨਹੀਂ ਹੈਗੇ। ਤੁਸੀਂ ਦੋਵੇਂ ਪਰੇਸ਼ਾਨ ਨਾ ਹੋਵੋ, ਮੈਂ ਕੋਈ ਨਾ ਕੋਈ ਕੰਮ ਲੱਭ ਹੀ ਲਵਾਂਗਾ। ਫਿਰ ਜਦੋਂ ਪੈਸੇ ਆ ਜਾਣਗੇ ਤਾਂ ਦੂਸਰੀ ਗਾਂ ਵੀ ਖਰੀਦ ਲਵਾਂਗੇ। ਇਸ ਤਰ੍ਹਾਂ ਦਿਨ ਬੀਤਣ ਲੱਗੇ। ਰਤਨ ਰੋਜ਼ ਪਿੰਡ ਚੋਂ ਬਾਹਰ ਜਾ ਕੇ ਲੋਕਾਂ ਕੋਲੋਂ ਕੰਮ ਮੰਗਣ ਲੱਗਾ, ਪਰ ਉਹਨੂੰ ਕੋਈ ਵੀ ਕੰਮ ਨਹੀਂ ਮਿਲਿਆ। ਭਰਾਵਾ, ਕੋਈ ਕੰਮ ਹੋਵੇ ਤਾਂ ਦੱਸ ਮੈਨੂੰ, ਮੈਂ ਕੁਝ ਵੀ ਕਰ ਲਵਾਂਗਾ। ਨਹੀਂ ਭਰਾ, ਮੇਰੇ ਕੋਲ ਕੋਈ ਕੰਮ ਨਹੀਂ ਹੈ ਤੇਰੇ ਲਈ। ਬੇਚਾਰਾ ਰਤਨ ਉਦਾਸ ਹੋ ਕੇ ਆਪਣੇ ਘਰ ਆਂਦਾ ਹੈ ਤੇ ਆਪਣੀ ਵੋਟੀ ਨੂੰ ਦੱਸਦਾ ਹੈ ਕਿ ਉਸਨੂੰ ਕੋਈ ਕੰਮ ਨਹੀਂ ਮਿਲਿਆ। ਹੁਣ ਅਸੀਂ ਕੀ ਕਰਾਂਗੇ? ਸਾਡੇ ਕੋਲ ਤੇ ਖਾਣ ਨੂੰ ਵੀ ਕੁਝ ਨਹੀਂ ਬਚਿਆ। ਅੱਜ ਕੁਝ ਖਾਣ ਦਾ ਵੀ ਦਿਲ ਹੈ ਨਹੀਂ। ਅੱਜ ਬਸ ਇੱਕੋ ਹੀ ਰੋਟੀ ਬਣੀ ਹੈ, ਹੋਰ ਆਟਾ ਹੀ ਨਹੀਂ ਹੈਗਾ ਘਰ ਵਿੱਚ। ਤੁਸੀਂ ਤੇ ਮੀਤੂ ਅੱਧੀ ਅੱਧੀ ਰੋਟੀ ਖਾ ਲਓ। ਨਹੀਂ, ਤੁਸੀਂ ਦੋਵੇਂ ਹੀ ਖਾ ਲਓ। ਉਸੇ ਵੇਲੇ ਬਾਹਰੋਂ ਦਾਦੀ ਅੰਮਾ ਦੀ ਆਵਾਜ਼ ਆਉਂਦੀ ਹੈ। ਧੀਏ, ਖਾਣਾ ਦੇ ਦੇ। ਆਲੋ ਦਾਦੀ, ਅੱਜ ਬਸ ਇੱਕੋ ਹੀ ਰੋਟੀ ਬਣੀ ਹੈ, ਘਰ ਵਿੱਚ ਹੋਰ ਕੁਝ ਨਹੀਂ ਹੈਗਾ। ਉਹੀ ਰੋਟੀ ਦੇ ਦਿੰਦੀ ਹੈ ਜਿਹੜੀ ਬਣੀ ਸੀ। ਰੱਬ ਤੈਨੂੰ ਖੁਸ਼ ਰੱਖੇ ਧੀਏ। ਇਹ ਬੋਲ ਕੇ ਉਹ ਚਲੀ ਜਾਂਦੀ ਹੈ। ਤਿੰਨੋਂ ਭੁੱਖੇ ਢਿੱਡ ਸੋ ਜਾਂਦੇ ਨੇ। ਸਵੇਰ ਹੁੰਦੀ ਹੈ। ਬੂਹੇ ਦੇ ਬਾਹਰ ਤੋਂ ਦੁਬਾਰਾ ਦਾਦੀ ਅੰਮਾ ਦੀ ਆਵਾਜ਼ ਆਉਂਦੀ ਹੈ। ਗੀਤਾ ਬਾਹਰ ਆਉਂਦੀ ਹੈ। ਅੰਮਾ ਜੀ, ਅੱਜ ਸਾਡੇ ਕੋਲ ਤੁਹਾਨੂੰ ਦੇਣ ਦੇ ਲਈ ਕੁਝ ਵੀ ਨਹੀਂ ਹੈ। ਧੀਏ, ਅੱਜ ਮੈਂ ਕੁਝ ਲੈਣ ਨਹੀਂ, ਦੇਣ ਆਈ ਆ ਤੈਨੂੰ। ਇਹ ਬੋਲ ਕੇ ਉਹ ਆਪਣੀ ਪੋਟਲੀ ਵਿੱਚੋਂ ਇੱਕ ਰੋਟੀ ਕੱਟ ਕੇ ਦਿੰਦੀ ਹੈ। ਆ ਲੈ ਧੀਏ, ਤੁਹਾਡੇ ਲੋਕਾਂ ਕੋਲ ਖਾਣ ਦੇ ਲਈ ਕੁਝ ਵੀ ਨਹੀਂ ਹੈਗਾ ਨਾ, ਤੁਸੀਂ ਇਹ ਖਾ ਲਓ। ਨਹੀਂ ਅੰਮਾ ਜੀ, ਤੁਸੀਂ ਖਾਓ, ਅਸੀਂ ਕੋਈ ਨਾ ਕੋਈ ਇੰਤਜ਼ਾਮ ਕਰ ਹੀ ਲਵਾਂਗੇ। ਧੀਏ, ਇਹ ਰੋਟੀ ਤੇਰੀ ਹੀ ਹੈ। ਇਹ ਜਾਦੂਈ ਰੋਟੀ ਹੈ, ਇਹ ਕਦੀ ਖਤਮ ਨਹੀਂ ਹੋਏਗੀ। ਤੇ ਇਸ ਰੋਟੀ ਦੇ ਸਾਹਮਣੇ ਤੂੰ ਜਿਹੜੀ ਸਬਜ਼ੀ ਦਾ ਨਾਂ ਲਵੇਂਗੀ ਉਹ ਹਾਜ਼ਰ ਹੋ ਜਾਵੇਗੀ, ਉਹ ਆ ਜਾਵੇਗੀ। ਇਹ ਕਹਿ ਕੇ ਦਾਦੀ ਅੰਮਾ ਗਾਇਬ ਹੋ ਜਾਂਦੀ ਹੈ। ਗੀਤਾ ਇਹ ਸਾਰੀ ਗੱਲ ਰਤਨ ਅਤੇ ਮੀਤੂ ਨੂੰ ਦੱਸਦੀ ਹੈ। ਮਾਂ, ਮੈਨੂੰ ਬਹੁਤ ਭੁੱਖ ਲੱਗੀ ਹੈ, ਇਸ ਰੋਟੀ ਨੂੰ ਕਹਿ ਕੋਈ ਸਬਜ਼ੀ ਮੰਗਵਾ ਦੇਵੇ। ਗੀਤਾ ਰੋਟੀ ਦੇ 2 ਟੁਕੜੇ ਕਰਕੇ 2 ਥਾਲੀਆਂ ਵਿੱਚ ਰਤਨ ਅਤੇ ਮੀਤੂ ਦੇ ਸਾਹਮਣੇ ਰੱਖਦੀ ਹੈ ਅਤੇ ਆਲੂ ਗੋਭੀ ਦੀ ਸਬਜ਼ੀ ਦਾ ਨਾਂ ਲੈਂਦੀ ਹੈ। ਦੋਵਾਂ ਥਾਲੀਆਂ ਵਿੱਚ ਸਬਜ਼ੀ ਆ ਜਾਂਦੀ ਹੈ। ਰਤਨ ਆਪਣੀ ਅੱਧੀ ਰੋਟੀ ਵਿੱਚੋਂ ਅੱਧੀ ਗੀਤਾ ਨੂੰ ਦੇ ਦਿੰਦਾ ਹੈ। ਤਿੰਨੋਂ ਖਾਣ ਲੱਗਦੇ ਨੇ। ਜਿਵੇਂ ਦਾਦੀ ਨੇ ਕਿਹਾ ਸੀ, ਰੋਟੀ ਖਤਮ ਨਹੀਂ ਹੋਵੇਗੀ ਤੇ ਇੱਕ ਖਤਮ ਹੁੰਦੇ ਹੀ ਦੂਜੀ ਆ ਜਾਂਦੀ ਹੈ। ਮੇਰੇ ਦਿਮਾਗ 'ਚ ਇੱਕ ਗੱਲ ਆਈ ਹੈ, ਕਿਉਂ ਨਾ ਅਸੀਂ ਖਾਣ ਦਾ ਹੀ ਕੰਮ ਸ਼ੁਰੂ ਕਰੀਏ? ਹਾਂ, ਹੁਣ ਤੇ ਸਾਨੂੰ ਜੋ ਵੀ ਚਾਹੀਦਾ ਹੋਵੇਗਾ ਅਸੀਂ ਰੋਟੀ ਕੋਲੋਂ ਮੰਗ ਲਵਾਂਗੇ। ਰਤਨ ਨੇ ਖਾਣੇ ਦਾ ਢਾਬਾ ਚਾਲੂ ਕਰ ਦਿੱਤਾ, ਜਿਸ ਵਿੱਚ ਉਹ ਰੋਟੀ, ਸਬਜ਼ੀ ਅਤੇ ਦਾਲ ਚਾਵਲ ਖਵਾਉਣ ਲੱਗਿਆ। ਗਾਹਕ ਜੋ ਵੀ ਖਾਣ ਦੇ ਲਈ ਕਹਿੰਦੇ, ਰਤਨ ਉਸ ਰੋਟੀ ਕੋਲੋਂ ਮੰਗ ਲੈਂਦਾ ਸੀ। ਇਸ ਤਰ੍ਹਾਂ ਵੇਖਦੇ ਹੀ ਵੇਖਦੇ ਉਸ ਦਾ ਢਾਬਾ ਇੱਕ ਵੱਡਾ ਹੋਟਲ ਬਣ ਗਿਆ, ਜਿੱਥੇ ਕਈ ਲੋਕ ਕੰਮ ਕਰਨ ਲੱਗੇ ਤੇ ਰਤਨ ਦਾ ਛੋਟਾ ਜਿਹਾ ਘਰ ਹੁਣ ਵੱਡਾ ਬੰਗਲਾ ਬਣ ਗਿਆ ਸੀ। ਤੇ ਬੱਚੋਂ, ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਦੂਸਰਿਆਂ ਦੀ ਮਦਦ ਕਰਨੀ ਚਾਹੀਦੀ ਹੈ। ਸਾਡਾ ਕੀਤਾ ਹੋਇਆ ਕਰਮ ਕਿਸੇ ਨਾ ਕਿਸੇ ਰੂਪ ਵਿੱਚ ਸਾਨੂੰ ਵਾਪਸ ਮਿਲਦਾ ਹੈ।